ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵਾਹੀ, ਘਰ ਅੰਮ੍ਰਿਤ ਘਟ ਮਾਹੀ ਜੀਓ। ਰਹਾਉ ਅਵਗੁਣ ਛੋੜ ਗੁਣਾ ਕੋ ਧਾਵਹੁ, ਕਰ ਅਵਗੁਣ ਪਛੁਤਾਹੀ ਜੀਓ। ਸਾਰੇ ਅਪਸਰ ਕੀ ਸਾਰ ਨ ਜਾਣਾਹੀ, ਫਿਰ ਕੀਚ ਬੁੜਾਹੀ ਜੀਓ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਓ। ਨਿਰਮਲ ਨਾਮ ਜਪਹੁ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸਾਚੁ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ, ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਆਪਣੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ
ਔਰ ਇਸ ਪਾਵਨ ਸਥਾਨ ਤੇ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਕਿਉਂਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਵੀ ਸਿੱਖ ਵਿਰਾਜਮਾਨ ਹੈ, ਉਹਦੀ ਨਿਤਾ ਪ੍ਰਤੀ ਅਰਦਾਸ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਔਰ ਪਾਤਸ਼ਾਹ ਨੇ ਆਪਣੇ ਤੇ ਕਿਰਪਾ ਕੀਤੀ ਹੈ, ਆਪਾਂ ਦਰਸ਼ਨ ਵੀ ਕੀਤੇ ਹਨ, ਇਸ਼ਨਾਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ। ਸਤਿਗੁਰ ਜੀ ਦੀ ਨਿਤਾ ਪ੍ਰਤੀ ਮਰਿਆਦਾ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ, ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਇਸ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮੇ ਦੀ ਕਥਾ ਵਿਚਾਰ ਸ਼ਰਵਣ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਪਿਛਲੇ 2 ਦਿਨ ਤੋਂ ਸਮੁੱਚੀ ਸਿੱਖ ਕੌਮ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ, ਜਿਨ੍ਹਾਂ ਨੂੰ ਆਪਾਂ ਹਰ ਰੋਜ਼ ਅਰਦਾਸ ਵਿੱਚ ਵੀ ਯਾਦ ਕਰੀਦਾ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਅੱਗੇ ਪੜੀਦਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਪਰਸੋਂ ਤੋਂ ਯਾਦ ਕਰ ਰਹੇ ਹਾਂ। ਅੱਜ ਵੀ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਕੁਝ ਪਲ ਭੇਂਟ ਕਰਨਾ ਹੈ। ਸ਼ਹੀਦਾਂ ਦੀਆਂ ਗਾਥਾਵਾਂ ਯਾਦ ਕਰਨੀਆਂ ਕਿਉਂ ਜ਼ਰੂਰੀ ਹਨ? साथ संगत, शहीद की जो मौत है वो कौम की हयात है। हयात तो हयात है, वो मौत भी हयात है। शहीदां दी मौत भी कौम दी जिंदगी है, और शहीद कौम दी जिंद होया करते ने। जिन्हां कौमां विच शहीद पैदा नहीं हुंदे, वो कौमां दुनिया दे नक्शे तो मिट जांदियां ने। जिहड़ियां कौमां अपने शहीदां नूं भुल जाण, वो कौमां विच शहीद पैदा होने बंद हो जाते हैं। उन्हां कौमां विच वो जोश, वो ताकत, वो बल, वो शक्ति जिहड़ी शहादत देण लई चाहीदी है, वो शक्ति फिर मुक जाती है। इसलिए साध संगत आपां शहीदां नूं याद करीदा, और सतगुरु गुरु ग्रंथ साहिब महाराज जी की पावन बाणी ने इस गल का जिक्र किया है कि जिन्हां दे अंदर सबर है, त्याग है, वो संत और शहीद की डिग्री प्राप्त कर लेंदे ने। हर एक सिख शहीद नहीं हो सकता। तुसीं रोज ही स्कूलों विच वेखदे हो, हरेक साल सैकड़े विद्यार्थी स्कूल विचों पास आउट हुंदे ने। एक स्कूल चों सैकड़े विद्यार्थी, दूजे स्कूल चों सैकड़े विद्यार्थी, एक साल विच हज़ारां विद्यार्थी क्लास पास करते हैं, पर हज़ारां ही विद्यार्थी जिहड़े ने वो डॉक्टर नहीं बन सकते, इंजीनियर नहीं हो सकते, IPS नहीं बन सकते। कोई हज़ारां तो बाद एक अद इंजीनियर बनता है, लखां तो बाद कोई एक अद किसी स्कूल चों डॉक्टर निकलता है, और लखां दी तादाद स्टूडेंटां दी उन्हां विचों कोई एक अद किसी स्कूल विचों IPS बनता है। इदां साध संगत सारे सिख शहीद की डिग्री नहीं लै सकते। शहीद होना, संत होना एक वक्री पढ़ाई है। जिन्हां उत्ते गुरु नदरे अनायत करते हैं, उन्हां कोलों वो बख्शिशां करके वो पढ़ाई भी कराउंदे ने उन्हां नूं, और साध संगत गुरु फिर उन्हां नूं वो डिग्री भी दिंदा है शहीद दी। शहीद की डेफिनेशन है जिहदे अंदर कोई भरम ना रवे, कोई भय ना रवे, जिहदे अंदर त्याग करन दी समर्था पूरी हो जाए, जिस दे अंदर सबर इन्ना पक जाए कि उहदे सबर नूं कोई खरीद ना सके, उहदा कोई मुल ना ला सके। आम बंदे दे मन विच भरम रहिंदा है
ਵੀ ਜੇ ਆ ਕੁਝ ਹੋ ਗਿਆ ਫਿਰ ਪਰਿਵਾਰ ਦਾ ਕੀ ਬਣੇਗਾ, ਬੱਚਿਆਂ ਦਾ ਕੀ ਬਣੇਗਾ, ਬਾਅਦ ਵਿੱਚ ਬਜ਼ੁਰਗ ਮਾਂ ਪਿਓ ਦਾ ਕੀ ਹੋਏਗਾ। ਜਿਹੜੇ ਲੋਕ ਇਸ ਭਰਮ ਵਿੱਚ ਰਹਿੰਦੇ ਨੇ ਉਹ ਭੈ ਵਿੱਚ ਰਹਿੰਦੇ ਨੇ, ਔਰ ਜਿਸ ਦੇ ਅੰਦਰ ਇਸ ਗੱਲ ਦਾ ਭੈ ਹੈ ਉਹ ਕਦੇ ਸ਼ਹਾਦਤ ਨਹੀਂ ਦੇ ਸਕਦਾ। ਜਿੰਨੇ ਸ਼ਹੀਦ ਹੋਏ ਨੇ ਤੁਸੀਂ ਇਤਿਹਾਸ ਪੜ੍ਹਿਓ, ਉਹਨਾਂ ਨੇ ਇਹ ਨਹੀਂ ਚਿੱਤ ਵਿੱਚ ਭਰਮ ਆਇਆ ਬਾਅਦ ਵਿੱਚ ਬੱਚਿਆਂ ਦਾ ਕੀ ਬਣੇਗਾ, ਬਾਅਦ ਵਿੱਚ ਮਾਂ ਪਿਓ ਦਾ ਕੀ ਹੋਏਗਾ। ਇੱਥੋਂ ਤੱਕ ਕਿ ਵੀ ਮਨ ਵਿੱਚ ਖਿਆਲ ਨਹੀਂ ਆਇਆ ਕਦੇ ਕਿ ਬਾਅਦ ਵਿੱਚ ਖਬਰੇ ਕਿਸੇ ਨੇ ਸਾਡੀ ਸ਼ਹਾਦਤ ਦਾ ਮੁੱਲ ਪਾਉਣਾ ਕਿ ਨਹੀਂ ਪਾਉਣਾ। ਅਸੀਂ ਤਾਂ ਇਹੀ ਕੁਝ ਸੋਚੀ ਜਾਂਦੇ, ਕੌਮ ਨੇ ਖਬਰੇ ਮੁੱਲ ਵੀ ਪਾਉਣਾ ਕਿ ਨਹੀਂ ਪਾਉਣਾ। ਸ਼ਹੀਦ ਕਦੇ ਸ਼ਹਾਦਤ ਦਾ ਮੁੱਲ ਨਹੀਂ ਵੇਖ ਕੇ ਸ਼ਹਾਦਤ ਦਿੰਦਾ। ਸ਼ਹੀਦ ਇਹ ਭਰਮ ਨਹੀਂ ਮਨ ਵਿੱਚ ਉਹਦੇ ਹੁੰਦਾ ਕਿ ਬੱਚਿਆਂ ਦਾ ਕੀ ਹੋਏਗਾ, ਬਾਅਦ ਵਿੱਚ ਬਜ਼ੁਰਗ ਮਾਂ ਪਿਓ ਦਾ ਕੀ ਹੋਏਗਾ। ਇਹ ਸ਼ਹੀਦ ਦੇ ਅੰਦਰ ਭਰਮ ਨਹੀਂ। ਤਾਈਓ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਬਣਾ। ਉਹਦੇ ਅੰਦਰ ਸਬਰ ਇੰਨਾ ਪੱਕਾ ਹੋ ਗਿਆ, ਉਹਦੇ ਸਿਦਕ ਨੂੰ ਕੋਈ ਬੰਦਾ ਖਰੀਦ ਨਹੀਂ ਸਕਦਾ। ਇਹ ਸ਼ਹੀਦ ਦੀ ਡੈਫੀਨੇਸ਼ਨ ਹੈ। ਔਰ ਸ਼ਹੀਦ ਦੇ ਅੰਦਰ ਨਾ ਭਰਮ ਹੁੰਦਾ ਨਾ ਭੈ ਹੁੰਦਾ। ਫਿਰ ਪਾਤਸ਼ਾਹ ਕੋਲੋਂ ਪੁੱਛੀਏ, ਮਹਾਰਾਜ ਜੀ ਉਹ ਪੜ੍ਹਾਈ ਕਿਹੜੀ ਕਰਦੇ ਨੇ? ਹਜ਼ੂਰ ਨੇ ਕਿ ਉਹਨਾਂ ਦੀ ਪੜ੍ਹਾਈ ਵਿੱਚ ਪਹਿਲਾ ਸਬਜੈਕਟ ਇਹ ਗੁਰੂ ਸ਼ਾਮਲ ਕਰ ਦਿੰਦਾ, ਉਹ ਆਪਣੀ ਸਿਆਣਪ ਛੱਡ ਦਿੰਦੇ ਨੇ। ਅਸੀਂ ਕਹਿੰਦੇ ਅਸੀਂ ਸਿਆਣੇ ਬਹੁਤ ਆ, ਅਸੀਂ ਸੋਚ ਸਮਝ ਕੇ ਚੱਲੀਦਾ। ਜਿਹੜਾ ਸਾਧ ਸੰਗਤ ਨਤੀਜਾ ਸੋਚਣ ਲੱਗ ਜਾਏ ਕਿ ਬਾਅਦ ਚ ਨਤੀਜਾ ਕੀ ਹੋਣਾ, ਉਹ ਸ਼ਹਾਦਤ ਦੇ ਨਹੀਂ ਸਕੇਗਾ। ਜਿਹੜੇ ਲੋਕ ਨਤੀਜੇ ਸੋਚਣ ਲੱਗ ਜਾਣ ਨਾ ਕਿ ਬਾਅਦ ਵਿੱਚ ਨਤੀਜਾ ਕੀ ਨਿਕਲੇਗਾ, ਉਹ ਫਿਰ ਸ਼ਹਾਦਤ ਨਹੀਂ ਦੇ ਸਕਦੇ। ਸ਼ਹਾਦਤ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਨੂੰ ਗੁਰੂ ਪੜ੍ਹਾਈ ਕਰਾਉਂਦਾ, ਉਹ ਸਭ ਤੋਂ ਪਹਿਲਾਂ ਆਪਣੀ ਸਿਆਣਪ ਛੱਡਦਾ। ਉਹਨੂੰ ਇਸ ਗੱਲ ਤੇ ਕੋਈ ਸਿਆਣਪ ਨਹੀਂ ਹੈ ਕਿ ਬਾਅਦ ਵਿੱਚ ਨਤੀਜਾ ਕੀ ਹੋਏਗਾ। ਉਹ ਸਭ ਕੁਝ ਗੁਰੂ ਨੂੰ ਸਮਰਪਣ, ਗੁਰਧਾਮਾਂ ਨੂੰ ਸਮਰਪਣ ਹੋ ਕੇ ਕਰਦਾ। ਇਹ ਨਹੀਂ ਸੋਚਦਾ ਕਿ ਬਾਅਦ ਵਿੱਚ ਮੇਰਾ ਨਤੀਜਾ ਕੀ ਹੋਣਾ। ਇੱਕ ਨੰਬਰ ਤੇ ਉਹ ਸਿਆਣਪ ਛੱਡਦਾ, 2 ਨੰਬਰ ਤੇ ਗੁਰੂ ਉਹਦੀ ਰਸਨਾ ਉੱਤੇ ਆਪੇ ਹੀ ਚਲਾ ਦਿੰਦਾ। ਉਹ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ 8 ਪਹਿਰ ਸਿਮਰਨ ਕਰਨ ਲੱਗ ਪੈਂਦਾ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਸੀਂ ਕਈ ਵਾਰ ਸੁਣਿਆ ਹੋਵੇਗਾ ਜਿਨ੍ਹਾਂ ਨੇ ਸ਼ਹਾਦਤ ਦਿੱਤੀ 100 ਜਪਜੀ ਸਾਹਿਬ ਦੇ ਪਾਠ ਦਾ ਨਿਤਨੇਮ ਹੈ। 100 ਜਪਜੀ ਸਾਹਿਬ ਦਾ ਪਾਠ ਇੱਕ ਦਿਨ ਦਾ ਨਿਤਨੇਮ ਸੀ ਉਹਨਾਂ ਦਾ। ਤੇ ਆਪਣੇ ਮਨਾਂ 'ਚ ਹੱਥ ਮਾਰੀਏ, ਆਪਾਂ ਸਾਰੇ ਵੀ ਚਾਹਰ ਕਰੀਏ। ਮੈਂ ਵੀ ਕਈ ਵਾਰ ਸੋਚਦਾ ਹਾਂ ਮਨਾਂ ਆਪਣਾ ਤਾਂ ਪੂਰੇ ਦਿਨ ਵਿੱਚ ਕਈ ਵਾਰ ਇੱਕ ਜਪਜੀ ਸਾਹਿਬ ਪੂਰਾ ਨਹੀਂ ਹੁੰਦਾ। ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੇ ਦਿਨ ਵਿੱਚ 100 ਜਪਜੀ ਸਾਹਿਬ ਦੇ ਪਾਠ ਕੀਤੇ। ਸਾਡਾ ਤਾਂ ਇੱਕ ਨਿਤਨੇਮ ਨਹੀਂ ਪੂਰਾ ਹੋ ਰਿਹਾ ਪੂਰੇ ਦਿਨ 'ਚ। ਉਹ ਵੀ ਪਤਾ ਨਹੀਂ ਕਿੰਨੇ ਮਹੀਨੇ ਕਿੰਨੇ ਸਾਲਾਂ ਦਾ ਜੇ ਅੱਧ ਵਿਚਕਾਰ ਅਧੂਰਾ ਪਿਆ। ਤੁਸੀਂ ਗਿਣਤੀ ਕਰਕੇ ਵੇਖਿਓ, ਕਦੇ ਕੋਈ ਬਾਣੀ ਦਾ ਪਾਠ ਰਹਿ ਗਿਆ, ਕਦੇ ਕੋਈ ਬਾਣੀ ਦਾ ਪਾਠ ਅਧੂਰਾ ਰਹਿ ਗਿਆ। ਸਾਡਾ ਤਾਂ ਪੂਰਾ ਨਹੀਂ ਨਿਤਨੇਮ ਹੋ ਰਿਹਾ। ਸ਼ਹਾਦਤ ਦੇਣ ਵਾਲਿਆਂ ਦੀ ਬੰਦਗੀ ਬਹੁਤ ਹੈ, ਉਹਨਾਂ ਤੋਂ ਗੁਰੂ ਕਰਵਾਉਂਦਾ, ਫਿਰ ਆਪ ਨਹੀਂ ਉਹ ਕਰਦੇ। ਉਹਨਾਂ ਦੀ ਰਸਨਾ ਤੇ ਹਰ ਵਕਤ ਸਿਮਰਨ ਚੱਲ ਪੈਂਦਾ। 3 ਨੰਬਰ ਤੇ ਉਹਨੂੰ ਗੁਰੂ ਪੜ੍ਹਾਈ ਕਰਾਉਂਦਾ, ਆਸ ਗੁਰੂ ਤੇ ਰੱਖਦਾ, ਬੰਦਿਆਂ ਤੇ ਆਸ ਨਹੀਂ ਰੱਖਦਾ। ਬਾਅਦ ਵਿੱਚ ਮੇਰੇ ਬੱਚਿਆਂ ਨੂੰ ਕੌਮ ਸੰਭਾਲੇਗੀ ਜਾਂ ਨਹੀਂ ਸੰਭਾਲੇਗੀ, ਕੋਈ ਬੰਦਾ ਮੈਨੂੰ ਕੀ ਦਹੇਗਾ, ਇਹ ਆਸ ਉਹਦੀ ਬੰਦਿਆਂ ਤੇ ਨਹੀਂ ਹੁੰਦੀ। ਕਿਉਂਕਿ ਬੰਦਿਆਂ ਤੇ ਰੱਖੀ ਹੋਈ ਆਸ ਟੁੱਟ ਜਾਂਦੀ ਹੈ, ਬੰਦਿਆਂ ਤੇ ਰੱਖੀ ਹੋਈ ਆਸ ਅਧੂਰੀ ਹੋ ਜਾਂਦੀ ਹੈ ਜਦੋਂ ਉਹ ਸ਼ਹਾਦਤ ਦੇਣ ਵਾਲਾ ਗੁਰੂ ਉਤੋਂ ਪੜ੍ਹਾਈ ਕਰਾਉਂਦਾ। ਉਹਦੀ ਪੜ੍ਹਾਈ ਵਿੱਚ ਚੌਥਾ ਸਬਜੈਕਟ ਸ਼ਾਮਲ ਹੁੰਦਾ, ਉਹ ਆਸ ਆਪਣੇ ਗੁਰੂ ਤੇ ਰੱਖਦਾ, ਕਿਸੇ ਬੰਦੇ ਤੇ ਨਹੀਂ। ਉਹ ਆਪਣੇ ਪਰਿਵਾਰ ਬੱਚਿਆਂ ਦਾ ਹੱਥ ਆਪਣੇ ਗੁਰੂ ਨੂੰ ਫੜਾ ਕੇ ਜਾਂਦਾ, ਕਿਸੇ ਬੰਦਿਆਂ ਨੂੰ ਨਹੀਂ ਫੜਾਉਂਦਾ ਕਦੇ। ਔਰ 5ਵਾਂ ਉਹਦਾ ਸਬਜੈਕਟ ਗੁਰੂ ਉੱਤੇ ਕਿਰਪਾ ਬਖਸ਼ਿਸ਼ ਕਰਦਾ ਹੈ। ਇਹ ਸ਼ਹਾਦਤ ਦੇਣ ਵਾਲੇ ਸ਼ਹੀਦ ਦੀ ਡੈਫੀਨੇਸ਼ਨ ਹੈ। ਸਾਧ ਸੰਗਤ ਉਹ ਆਸ ਗੁਰੂ ਤੇ ਰੱਖ ਕੇ ਚੱਲਦਾ ਹੈ। ਔਰ ਫਿਰ ਕਮਾਲ ਦੀ ਗੱਲ, ਉਹਦੇ ਅੰਦਰੋਂ ਗੁਰੂ ਭਰਮ ਤੇ ਭੈ 2 ਚੀਜ਼ਾਂ ਦਾ ਨਾਸ਼ ਕਰ ਦਿੰਦਾ। ਜੇ ਉਹ ਇਹ 4 ਡਿਗਰੀਆਂ ਪੜ੍ਹਦਾ, 5 ਨੰਬਰ ਤੇ ਉਹਦੇ ਅੰਦਰੋਂ ਭਰਮ ਤੇ ਭੈ ਦੋਏ ਚੀਜ਼ਾਂ ਮੁੱਕ ਜਾਂਦੀਆਂ ਨੇ। ਨਾ ਉਹ ਭਰਮ ਵਿੱਚ ਹੁੰਦਾ ਨਾ ਉਹ ਭੈ ਵਿੱਚ ਹੁੰਦਾ। ਇੱਕੋ ਹੀ ਸ਼ਲੋਕ ਵਿੱਚ ਤੁਹਾਨੂੰ ਜਵਾਬ ਮਿਲ ਜਾਣਾ, ਤੁਸੀਂ ਪੜ੍ਹਦੇ ਰਹਿੰਦੇ ਹੋ। ਉਹਦੇ ਵਿੱਚ ਪਾਤਸ਼ਾਹ ਨੇ ਕਿਹਾ, ਆਹ ਸ਼ਹੀਦ ਦੀ ਪੜ੍ਹਾਈ ਸਮਝੋ। ਕਿਹੜੀ?
ਸਹਿਬ ਕਹਿੰਦੇ ਤਜੋ ਸਿਆਣਪ ਸੁਰਜਨੋ, ਪੜੋ ਤਜੋ ਸਿਆਣਪ ਸੁਰਜਨ, ਗੱਜ ਕੇ ਤਜੋ ਸਿਆਣਪ ਸੁਰਜਨੋ, ਤਜੋ ਸਿਆਣਪ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੈ, ਨਾਨਕ ਦੁਖ ਪਰਮ ਪਉ ਜਾਏ। ਇੱਕ ਆਸ ਮਨ ਚ ਰੱਖਦੇ ਨੇ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ। ਇਹ ਸ਼ਹੀਦ ਦੀ ਪਰਿਭਾਸ਼ਾ ਹੈ। ਗੁਰੂ ਉਹਨੂੰ ਆਸ ਇੱਕ ਤੇ ਬੰਨ ਦਿੰਦਾ, ਉਹ ਬੰਦਿਆਂ ਤੇ ਆਸ ਨਹੀਂ ਰੱਖਦਾ, ਸਿਆਣਪ ਛੱਡ ਦਿੰਦਾ, ਹਰ ਵਕਤ ਸਿਮਰਨ ਚੱਲ ਪੈਂਦਾ, ਗੁਰੂ ਉਹਦੇ ਅੰਦਰੋਂ ਭੈ ਤੇ ਭਰਮ ਦੂਰ ਕਰ ਦਿੰਦਾ। ਇਹੋ ਭਾਈ ਗੁਰਦਾਸ ਸਾਹਿਬ ਨੇ ਕਿਹਾ, ਸਾਬਰ ਸਿਦਕ ਸ਼ਹੀਦ ਭਰਮ ਪਉ ਖੋਬਣ। ਉਹਦੇ ਅੰਦਰ ਭਰਮ ਨਹੀਂ ਰਹਿੰਦਾ, ਬਾਅਦ ਵਿੱਚ ਕੀ ਬਣੇਗਾ। ਜਦੋਂ ਸਤਿ ਸ਼੍ਰੀ ਨਨਕਾਣਾ ਸਾਹਿਬ ਵਰਤਿਆ, ਇਹ ਤੋਂ ਪਹਿਲਾਂ ਸਾਧ ਸੰਗਤ ਗੁਰਸਿੱਖਾਂ ਨੇ ਪਿੰਡ ਪਿੰਡ ਘੁੰਮ ਕੇ ਲੋਕਾਂ ਨੂੰ ਸੁਚੇਤ ਕੀਤਾ, ਭਾਈ ਆਓ ਨਨਕਾਣਾ ਸਾਹਿਬ ਯਾਦ ਕਰਾਉਣੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਸਥਾਨ ਤੇ ਆ ਕੁਝ ਮਹੰਤ ਨਰੈਣੂ ਕੋ ਕਰਮ ਕਰਨ ਲੱਗ ਪਏ। ਜਦੋਂ ਆ ਕੇ ਉਸ ਜੱਜ ਨੇ ਧਾ ਮਾਰ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਕਿਹਾ ਸੀ, ਉਹ ਸਿੱਖੋ, ਉਹ ਖਾਲਸਿਓ, ਕਾਲੀਓ, ਤੁਸੀਂ ਡੁੱਬ ਗਏ ਹੋ। ਕਿਉਂ? ਜਿਸ ਦਰ ਉੱਤੇ ਬੱਚੀਆਂ ਦੀ ਇੱਜ਼ਤ ਮਹਿਫੂਜ਼ ਹੁੰਦੀ ਸੀ, ਅੱਜ ਉਸ ਦਰ ਉੱਤੇ ਮੇਰੀ ਬੱਚੀ ਦੀ ਅਜ਼ਮਤ ਲੁੱਟੀ ਗਈ ਹੈ। ਅੱਜ ਉਸ ਦਰ ਉੱਤੇ ਮੇਰੀ ਬੱਚੀ ਦੀ ਆਬਰੂ ਲੁੱਟੀ ਗਈ ਹੈ। ਕਿਸੇ ਨੇ ਮੇਰੀ ਗੱਲ ਨਨਕਾਣਾ ਸਾਹਿਬ ਸੁਣੀ ਨਹੀਂ। ਜਦੋਂ ਨੇ ਧਾ ਮਾਰੀ, ਫਿਰ ਲక్ష్మణ ਸਿੰਘ ਧਾਰੋਵਾਲੀਏ, ਸਰਦਾਰ ਕਰਤਾਰ ਸਿੰਘ ਚੱਬਰ, ਇਨੀ ਜਥੇ ਬਣਾ ਕੇ ਪਿੰਡ ਪਿੰਡ ਲੋਕਾਂ ਨੂੰ ਸੁਚੇਤ ਕੀਤਾ, ਭਾਈ ਆਹ ਕੁਝ ਨਨਕਾਣਾ ਸਾਹਿਬ ਹੋ ਰਿਹਾ। ਔਰ ਜਿਹੜੇ ਪਿੰਡ ਜਾ ਕੇ ਤਾਕੀਦ ਕਰਦੇ ਸੀ ਨਾ, ਉੱਥੇ ਇੱਕ ਕਾਗਜ਼ ਹੱਥ ਵਿੱਚ ਲੈ ਕੇ ਨਾਲ ਲਿਖਦੇ ਸੀ, ਭਾਈ ਨਨਕਾਣਾ ਸਾਹਿਬ ਨੂੰ ਯਾਦ ਕਰਾਉਣ ਲਈ ਸ਼ਹੀਦਾਂ ਦੀ ਲਿਸਟ ਬਣ ਰਹੀ ਹੈ, ਜਿਹਨੇ ਸ਼ਹਾਦਤ ਦੇਣੀ ਉਹ ਆਪਣਾ ਨਾਮ ਲਿਖਾਓ। ਕਿਸੇ ਪਿੰਡ ਚੋਂ ਇੱਕ ਬੰਦਾ, ਕਿਸੇ ਚੋਂ ਦੋ ਬੰਦੇ, ਕਈ ਪਿੰਡ ਸਲਾਮਾਂ ਕਰਦੇ ਵੀ ਰਹਿ ਗਏ। ਉਹਨੇ ਅਗਲੇ ਪਿੰਡ ਚਲੇ ਜਾਣਾ, ਉੱਥੇ ਲੋਕਾਂ ਨੂੰ ਇਕੱਠੇ ਕਰਕੇ ਤਾਕੀਦ ਕਰਨੀ। ਹਰ ਪਿੰਡ ਤੋਂ ਲਿਸਟ ਬਣ ਰਹੀ ਸੀ। ਕਿਸੇ ਪਿੰਡੋਂ ਇੱਕ, ਕਿਸੇ ਪਿੰਡੋਂ ਦੋ ਬੰਦੇ ਬੀਬੀਆਂ ਸ਼ਹਾਦਤ ਦੇਣ ਲਈ ਨਾਮ ਲਿਖਾ ਰਹੇ ਸੀ। ਸਰਦਾਰ ਲక్ష్మణ ਸਿੰਘ ਧਾਰੋਵਾਲ ਅੱਜ ਤਾਕੀਦ ਕਰਦਿਆਂ ਕਰਦਿਆਂ ਇੱਕ ਪਿੰਡ ਗਏ ਨੇ, ਉਹ ਪਿੰਡ ਦਾ ਨਾਮ ਜਰਗ ਹੈ ਇਤਿਹਾਸ ਵਿੱਚ। ਜਰਗ ਜਾ ਕੇ ਜਦੋਂ ਤਾਕੀਦ ਕੀਤੀ, ਉਸ ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕਰਕੇ, ਇੱਕ ਪਾਸੇ ਬੀਬੀਆਂ ਬੈਠੀਆਂ ਨੇ, ਇੱਕ ਪਾਸੇ ਬੰਦੇ, ਤਾਕੀਦ ਕਰਕੇ ਕਿਹਾ, ਭਾਈ ਆਹ ਕੁਝ ਨਨਕਾਣਾ ਸਾਹਿਬ ਹੋ ਰਿਹਾ ਹੈ, ਆਓ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਥਾਨ ਨੂੰ ਯਾਦ ਕਰਾਈਏ। ਜਿਹਨੇ ਸ਼ਹਾਦਤ ਦੇਣੀ, ਭਾਈ ਸ਼ਹੀਦਾਂ ਦੀ ਲਿਸਟ ਬਣ ਰਹੀ ਹੈ, ਆਪੋ ਆਪਣਾ ਨਾਮ ਲਿਖਾਓ। ਉਸ ਪਿੰਡ ਵਿੱਚ ਇੱਕ ਫੌਜੀ ਰਹਿੰਦਾ, ਸਰਦਾਰ ਕੇਰ ਸਿੰਘ। ਇਹ ਅੰਗਰੇਜ਼ਾਂ ਦੀ ਫੌਜ ਚੋਂ ਆਇਆ, ਦਲੇਰ ਬੜਾ ਹੈ। ਫੌਜੀ ਵੈਸੇ ਵੀ ਦਲੇਰ ਹੁੰਦੇ ਨੇ, ਪਰ ਜਵਾਨੀ ਵਿੱਚ ਇਹਦੇ ਘਰ ਵਾਲੀ ਚੜ੍ਹਾਈ ਕਰ ਗਈ ਹੈ। ਇਹਦਾ ਛੋਟਾ ਜਿਹਾ ਬੱਚਾ ਇਹਦੀ ਮਾਂ ਨੇ ਪਾਲਿਆ। ਸਾਧ ਸੰਗਤ, ਜਦੋਂ ਦਾਦੀ ਮਾਂ ਤੋਂ ਬਗੈਰ ਉਹ ਬੱਚੇ ਨੂੰ ਦਾਦੀ ਪਾਲ ਰਹੀ ਸੀ, ਉਹਨੇ ਰੋਜ਼ ਰਾਤ ਨੂੰ ਆਪਣੇ ਨਾਲ ਸੁਲਾਉਣ ਲੱਗਿਆ ਕੋਈ ਕਥਾ ਸੁਣਾਉਣੀ, ਰੋਜ਼ ਸੁਣਾਉਣਾ, ਆਪ ਪੁੱਤ ਮੈਂ ਤੈਨੂੰ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਦੀ ਕਥਾ ਸੁਣਾਵਾਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦੀ ਕਥਾ ਸੁਣਾਵਾਂ। ਕਦੇ ਗੁਰੂ ਅਰਜਨ ਦੇਵ ਮਹਾਰਾਜ ਦੀ ਸਾਖੀ ਸੁਣਾਉਣੀ, ਕਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸੁਣਾਉਣੀ। ਕਈ ਵਾਰ ਇਹ ਬੱਚੇ ਨੇ ਸੁਣ ਸੁਣ ਕੇ ਦਾਦੀ ਨੂੰ ਸੁਣਦਿਆਂ ਸੁਣਦਿਆਂ ਕਹਿ ਦੇਣਾ, ਦਾਦੀ ਮਾਂ ਮੈਂ ਵੀ ਸ਼ਹੀਦ ਹੋਣਾ ਹੈ। ਦਾਦੀ ਨੇ ਮੂੰਹ ਤੇ ਹੱਥ ਰੱਖ ਦੇਣਾ, ਨਾ ਪੁੱਤ, ਸ਼ਹੀਦ ਤਾਂ ਤਗੜੇ ਹੁੰਦੇ ਨੇ, ਪੁੱਤ ਤੂੰ ਤਾਂ ਜੇ ਬੱਚਾ ਜਿਹਾ ਛੋਟਾ ਜਿਹਾ, ਪੁੱਤ ਸ਼ਹੀਦ ਤਾਂ ਤਗੜੇ ਹੋ ਕੇ ਹੋਈਦਾ, ਤੂੰ ਤੇ ਬੱਚਾ ਹੈ। ਸਾਧ ਸੰਗਤ ਦੀ 11 ਸਾਲ ਦੀ ਉਮਰ ਹੋ ਗਈ। ਅੱਜ ਉਹ ਪਿੰਡ ਵਿੱਚ ਤਾਕੀਦ ਕਰ ਰਹੇ ਨੇ ਲక్ష్మణ ਸਿੰਘ ਧਾਰੋਵਾਲ। ਸਾਧ ਸੰਗਤ, ਜਦੋਂ ਅਖੀਰ ਤੇ ਕਿਹਾ ਭਾਈ ਸ਼ਹੀਦਾਂ ਦੀ ਲਿਸਟ ਬਣਨੀ ਹੈ, ਨਾਮ ਲਿਖਾਓ, ਬੰਦਿਆਂ ਵੱਲੋਂ ਉਹ ਫੌਜੀ ਸਰਦਾਰ ਕੇਰ ਸਿੰਘ ਨੇ ਹੱਥ ਖੜਾ ਕੀਤਾ, ਜੀ ਮੇਰਾ ਨਾਮ ਲਿਖੋ ਸਰਦਾਰ ਕੇਰ ਸਿੰਘ, ਮੇਰਾ ਨਾਮ ਲਿਖੋ ਸ਼ਹੀਦਾਂ ਦੀ ਲਿਸਟ ਵਿੱਚ, ਸਰਦਾਰ ਕੇਰ ਸਿੰਘ ਫੌਜੀ ਮੇਰਾ ਨਾਮ ਲਿਖੋ। ਬੰਦਿਆਂ ਵੱਲੋਂ ਸਰਦਾਰ ਕੇਰ ਸਿੰਘ ਬੋਲਿਆ, ਬੀਬੀਆਂ ਵੱਲੋਂ ਦਾਦੀ ਦੀ ਗੋਦ 'ਚ ਬੈਠਾ 11 ਸਾਲ ਦਾ ਬੱਚਾ ਬੋਲ ਪਿਆ, ਉੱਠ ਕੇ ਖੜਾ ਹੋ ਕੇ ਹੱਥ ਖੜਾ ਕਰਕੇ, ਮੇਰਾ ਨਾਮ ਲਿਖੋ ਜੀ ਸ਼ਹੀਦਾਂ ਦੀ ਲਿਸਟ ਵਿੱਚ, ਦਰਬਾਰਾ ਸਿੰਘ ਪੁੱਤਰ ਸਰਦਾਰ ਕੇਰ ਸਿੰਘ। ਬੀਬੀਆਂ ਨੇ ਫੜ ਕੇ ਬਿਠਾ ਲਿਆ, ਬੇਟਾ ਤੂੰ ਛੋਟਾ ਹੈ, ਉੱਥੇ ਤੇ ਵੱਡਿਆਂ ਨੇ ਜਾਣਾ ਹੈ, ਗੁਰਦੁਆਰਾ ਸਾਹਿਬ ਯਾਦ ਕਰਾਉਣ ਜਾਣਾ, ਵੱਡਿਆਂ ਨੇ ਜਾਣਾ, ਤੂੰ ਛੋਟਾ ਹੈ।
ਉਹਨੇ ਜਿੱਦ ਕਰਕੇ ਕਿਹਾ ਨਹੀਂ ਮੈਂ ਵੀ ਸ਼ਹੀਦ ਹੋਣਾ, ਮੈਂ ਵੀ ਸ਼ਹੀਦ ਹੋਣਾ। ਬੰਦਿਆਂ ਵੱਲੋਂ ਉੱਠ ਕੇ ਸਰਦਾਰ ਕੇਰ ਸਿੰਘ ਆਪਣੇ ਪੁੱਤਰ ਕੋਲ ਗਿਆ, ਪਿਆਰ ਨਾਲ ਕਿਹਾ ਬੇਟਾ ਉੱਥੇ ਵੱਡਿਆਂ ਨੇ ਜਾਣਾ। ਤੇ ਜਿਹੜੀ ਗੱਲ ਫਿਰ ਉਸ ਬੱਚੇ ਨੇ ਕਹੀ, ਸਭ ਦੇ ਮੂੰਹ ਤੇ ਤਾਲਾ ਲੱਗ ਗਿਆ। ਉਹ 11 ਸਾਲ ਦਾ ਦਰਬਾਰਾ ਸਿੰਘ ਬੋਲਿਆ, ਕਹਿੰਦਾ ਤੁਸੀਂ ਕਹਿੰਦੇ ਹੋ ਵੱਡਿਆਂ ਨੇ ਜਾਣਾ, ਮੈਂ ਛੋਟਾ ਆ, ਮੈਂ ਸ਼ਹੀਦ ਨਹੀਂ ਹੋ ਸਕਦਾ। ਮੇਰੀ ਉਮਰ ਤਾਂ 11 ਸਾਲ ਦੀ ਹੈ, ਜੇ ਪੌਣੇ 7 ਸਾਲ ਦੇ ਬਾਬਾ ਫਤਿਹ ਸਿੰਘ ਸ਼ਹੀਦ ਹੋ ਸਕਦੇ ਨੇ, ਮੈਂ ਕਿਉਂ ਨਹੀਂ ਹੋ ਸਕਦਾ? ਜੇ 9 ਸਾਲ ਦੀ ਉਮਰ ਦੇ ਬਾਬਾ ਜ਼ੋਰਾਵਰ ਸਿੰਘ ਸ਼ਹੀਦ ਨੇ, ਮੈਂ ਕਿਉਂ ਨਹੀਂ ਹੋ ਸਕਦਾ? ਮੇਰੀ ਤਾਂ ਉਮਰ 11 ਸਾਲ ਦੀ ਹੈ। ਕਹਿੰਦੇ ਨੇ ਫਿਰ ਸਭ ਦੀ ਜ਼ੁਬਾਨ ਚੁੱਪ ਹੋ ਗਈ। ਸਰਦਾਰ ਲక్ష్మణ ਸਿੰਘ ਧਾਰੋਵਾਲ ਨੇ ਕਿਹਾ, ਸਰਦਾਰ ਕੇਰ ਸਿੰਘ ਜੀ ਸੋਚ ਲਓ, ਇਹ ਫੈਸਲਾ ਹੁਣ ਤੁਹਾਡੇ ਤੇ ਹੈ। ਪਿਓ ਨੇ ਮਨ ਨੂੰ ਜਿਗਰਾ ਬੰਨ ਕੇ ਗੱਲ ਕਹੀ, ਜੇ ਮੇਰਾ ਪੁੱਤ ਕਲਗੀਧਰ ਪਾਤਸ਼ਾਹ ਦੀ ਇਸ ਸੇਵਾ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਸ਼ਹਾਦਤ ਦੇਣੀ ਚਾਹੁੰਦਾ ਹੈ, ਮੈਂ ਕੌਣ ਹੁੰਦਾ ਰੋਕਣ ਵਾਲਾ? ਚੱਲ ਪੁੱਤਰ। ਉਸੇ ਵਕਤ ਕਿਹਾ, ਜਹੇਦਾਰ ਜੀ ਨਾਮ ਲਿਖੋ ਮੇਰੇ ਪੁੱਤਰ ਦਾ। ਅੱਜ ਪਿਓ ਨੇ ਆਪਣਾ ਨਾਮ ਲਿਖਾਇਆ ਆਪਣੇ ਪੁੱਤ ਦਾ। ਔਰ ਦੇਖੋ ਜਿਹੜਾ ਸ਼ਹੀਦ ਹੋਣ ਚੱਲੇ, ਇੱਕ ਵਾਰ ਵੀ ਮਨ 'ਚ ਭਰਮ ਨਹੀਂ ਆਇਆ, ਮਗਰ ਬੁੱਢੀ ਮਾਂ ਦਾ ਕੀ ਬਣੇਗਾ? मैं भी शहीद होने जा रहे हैं, मेरा पुत भी शहीद होने जा रहे हैं, 11 साल का पुत्रा शहीद होने चले, बुढ़ड़ी मां का की बनेगा? यह भरम नहीं मन में आया, क्योंकि शहीदों के मन च भरम नहीं हुंदा कदे। बाद विच की बनेगा ये नहीं सोचते। चल पिया जथा पहुंच गया उत्थे। तुसीं सब कुछ सुनिया। जदों महंत दे गुंडियां ने वट टुक शुरू कर दी, गुरु दे सिख बैठे कीर्तन सुनदे उत्ते बाहर होए, लत्तां बाहां सिर वढ़ने शुरू कर दिते, खोपड़ियां लथण लग पईयां, वढ़ टुक शुरू हुई। दो सिखां ने वो बच्चे नूं चुक के ननकाणा साहब अंदर एक लक्कड़ दी अलमारी च बंद कर दिता। मैं वो अलमारी दे दर्शन कीते ने, उस तरीके नाल उन्हां संभालिया। तुसीं भी जांदे रहिंदे हो। साध संगत, उस वक्त जदों सरदार लक्ष्मण सिंह धारोवाल ने फैसला किया, सिखां ने आपस में, भावें सिखां कोल भी 3-3 फुटियां किरपानां सी, पर जवाबी कार्रवाई जवाब नहीं दिता। पता क्यों? एक आपस में सलाह की सी, इस दर उत्ते महंत नरैणू दे को कर्मा करके लगा दाग धोण लई शहीदां नूं अपनी रत बहाउणी पएगी, पर असीं जवाबी कार्रवाई जमोरियों जवाब नहीं देना। क्यों? महंत दे गुंडियां दा ओ गंदा खून मेरे गुरु नानक दे पवित्र स्थान ते नहीं डुलना चाहिए। अपवित्र बंदियां दा लहू नहीं इत्थे डुलना चाहिए। इसलिए जवाब में कुछ नहीं, सिर्फ शहादत देन गए ने। आज साध संगत बट टुक शुरू हो गई। जदों टोटे कर देते, तब्या बैठे सरदार लक्ष्मण सिंह नूं गोली लगी, खिंच के लै गए, जंड नाल बन के साड़ दिता। अंदर सफाई करन लग पए, पता ही ना लगे सिखां नूं किन्ने बंदे वड्डे। कल तुसीं ज्ञानी जी तो सुनिया, 119 खोपरियां अंदरों मिलियां ने, बाद में जदों दरवाजे खुले, और 7 खोपरियां साध संगत बाहरों पटियारियां दी पट्ठियां तो मिलियां। 127 खोपरियां, 10-10 टोकरे हड्डियां लोथां दे, 3 टोकरे छोटे छोटे टुकड़े मासां दे। वो जदों सब कोई कढ़ के बाहर, सिखां दे साध संगत वो जगह उत्ते जिथे चिखा बनी हुई, अज उत्थे गुरु ग्रंथ साहिब जी का प्रकाश है। वो जगह उत्ते बिल्कुल जंड दे सज्जे हत्थ है। जदों उत्थे सब कुछ महंत दे गुंडियां ने अध कट्टियां लाशां बाहर सुट के मिट्टी दे तेल दे पीपे पा के साड़ने शुरू किते। इन्ने नूं लक्कड़ दी अलमारी खड़क रही सी। किसी ने कहा वो अलमारी खड़क रही है। महंत दे वो नरैणू दे गुंडियां ने जदों अलमारी खोली, विचों 11 साल दा बच्चा पसीनो पसीनी होया, भभूके दी तरह अलमारी चों निकलिया। ओदी जबान तो इक्को ही रटन हो रहा सी, मैं भी शहीद होने, मैं भी बापू नाल शहीद होने, मैं भी बापू नाल शहीद होने। भजदे नूं गुंडियां ने उसे वक्त दरबार चों पकड़िया। बाहर जिथे मिट्टी दे तेल दे पीपे पा के सिखां दीयां लोथां साड़ियां जा रहीआं सी, बल दी चिखा विच जालमां जिउंदा सुट दिता। उच्चियां उच्चियां लटदियां होईयां ओ अग दे भांबड़ विच आवाज आउंदी रही, मैं भी शहीद होने, मैं भी शहीद होने। जिन्नी देर शहीद ना हो गया उन्नी देर आवाज आउंदी रही, मैं भी शहीद होना। सब तो छोटी उम्र का 11 साल का दरबारा सिंह सबका ननकाणा साहब दे शहीदां में शहीद होया। और साध संगत, अज का दिन वो दिन है जिदन फिर वो जगह उत्ते उन्हां खोपरियां दा, उस सिखां दे शरीर दे टुटे जिहड़े बचे सन अध सड़ियां लाशां, उन्हां दा संस्कार कीता कौम ने। परसों 21 नूं साका वरतदा, 22 उसे शाम
महंत नरैणों भज जाता है और हुकूमत वालों अंग्रेजी हुकूमत वालों सिखां दे हवाले चाबियां कर दित्तियां गईयां। 22 तरीक नूं संगत इधरों उधरों पहुंचनी शुरू हो गई। 23 तरीक नूं सवेर तो लैके अज दे दिन शाम तक लोग पता अपने अपने दियां लाशां पछाणदे सी। कित्थों? हथ दे टुकड़ियां। कोई हत्थां तो पछाण करदा है, कोई खोपरियां तो पछाण करदा है, कोई पैरों की निशानी वेखदा है। ये साडा भी शहीद होना आया सी, साडा भी शहीद होना आया सी। हैरानी दी हद ना रही। वो बुढ़ड़ी माई जरग तो आके वह भी पछाण रही है। लोकां नूं कहंदी है, वे वेखियो छोटियां छोटियां उंगलियां वाला कोई हथ लभ्या, मैनू दे दिओ, मेरा पोता भी शहीद होना आया सी। छोटियां छोटियां उंगलियां वाला जे हथ लभ्या तो मैनू दस दिओ, मेरा पोतरा भी शहीद होना आया सी। ओनू कौन दसे माई, तेरे पोतरे का कोई अंग नहीं मिलना, जालमा ने जिउंदा चुक के चिखा विसाड़ दिता है। साध संगत, वो दादी भी अपने पोते की निशानी लभदी रही। अज दे दिन उन्हां महान शहीदां दा संस्कार होया। बल दी चिखा कोल उस वक्त कोई 32 मशालां नहीं लाइयां गईयां। बल दी चिखा कोल बह के उस वक्त पंथ ने सिखां ने फैसला किया, गुरुद्वारियां दा प्रबंध किन्हां दे हथ होना चाहिए। वो सिख अमरधारी होण, बाणी बाणे दे धारनी होण, गुरु ग्रंथ साहिब महाराज ते कीदा रखण वाले होण। उस वक्त उत्थे बह के प्रबंध तैयार किया गया, किहो जिहे प्रबंधक होने चाहिए ने। और साध संगत, वो चिखा दे कोल बह के उदण गुरुद्वारियां दा प्रबंध कढ़िया गया। एक बेनती समझो, उस दिन सिखां ने कालियां पग्गां बन्नियां शुरू कीतियां। उस तो पहलां कालियां पग्गां दा रिवाज नहीं सी, उदों तो कालियां दस्तारां शुरू होई। अज उन्हां महान शहीदां नूं याद कर रहे हो। साध संगत, आपां शहादत नहीं दे सकते, गल्लां करनियां सौखियां ने। सज्जणों, शहीद होना बहुत औखा है। बस इन्ना कुछ जरूर करिए, उन्हां शहीदां दे चरनां तो कुर्बान जाके उन्हां गुरसिखां नूं अज नमस्कार करिए। उन्हां दी चरण धूड़ किते सानूं भी प्राप्त होवे। ये जीवन सिੱਖੀ बाणे में साडा निभ जाए। एक बार जिन्ने तुसीं सुन रहे हो जां दूर दरेडे बाहर विदेशां 'च बैठे हो, आओ उन्हां दे चरनां दा ध्यान करो, शहीदां दा। आपो अपने वालों शरधा ते सत्कार पातशाह दी इह बाणी दी पंक्ति पढ़ के आपां करिए। गुरसिੱਖੀ भाणा मन्निया, गुरपूरा पहाड़ लंघाए, गुरसिखां की हर तूड़ दे हम पापी भीगत पाए। एक बार मिलके कहो, गुरसिखां की हर तोड़ दे, गुरसिखां की हर तोड़ दे, गुरसिखां की हर गज के गुरसिखां हम पापी भीगत पाए, गुरसिखां की हर तोड़ दे, गुरसिखां की हर तोड़ दे, हम पापी भीगत गुरसिखां की हर तोड़ दे, गुरसिखां की हर तोड़ दे, गुरसिੱਖੀ पाणा मन्निया, गुरसिੱਖੀ पाणा मन्निया, गुरसिੱਖੀ पाणा मन्निया, गुरसिੱਖੀ पाणा मन्निया, गुरपूरा पार लंघाए, गुरसिखां की हर तोड़ दे, गुरसिखां की हर तोड़ दे, गुरपूरा पार लंघाए, गुरसिखां की हर तोड़ गज के गुरसिखां की हर तोड़ दे, हम पापी भीगत पाए, गुरसिखां की हर तोड़ दे, गुरसिखां की हर तोड़ दे, हम पापी भीगत पाए, गुरसिखां की हर तोड़ दे, गुरसिखां की हर तोड़ दे। आखो सतनाम श्री। उन्हां गुरसिखां दी चरण धूड़ मिले। साध संगत,
ਜਦੋਂ ਚਿਖਾ ਕੋਲ ਅਰਦਾਸ ਕੀਤੀ ਨਾ ਪ੍ਰੋਫੈਸਰ ਜੋਧ ਸਿੰਘ ਜੀ ਨੇ, ਪ੍ਰੋਫੈਸਰ ਜੋਧ ਸਿੰਘ ਜੀ ਨੇ ਉੱਚੀ ਆਵਾਜ਼ 'ਚ ਕਿਹਾ ਦਿਲ ਭਰ ਕੇ, ਉਹ ਦੁਨੀਆ ਦੇ ਲੋਕੋ ਜਿਨ੍ਹਾਂ ਨੂੰ ਸ਼ੱਕ ਹੈ ਸਾਡੀ ਅਰਦਾਸ ਉੱਤੇ ਕਿ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਜਿਨ੍ਹਾਂ ਨੂੰ ਸਾਡੀ ਅਰਦਾਸ ਤੇ ਸ਼ੱਕ ਹੈ, ਆਓ ਵੇਖ ਲਓ 127 ਖੋਪੜੀਆਂ ਪਈਆਂ ਨੇ। ਅੱਜ ਉਸ ਇਤਿਹਾਸ ਨੂੰ ਸਿੱਖਾਂ ਨੇ ਫਿਰ ਦੁਹਰਾ ਦਿੱਤਾ ਹੈ। ਜਿਨ੍ਹਾਂ ਨੂੰ ਅਰਦਾਸ ਤੇ ਸ਼ੱਕ ਹੈ ਉਹ ਵੇਖ ਲੈਣ। ਸਿੱਖ ਗੁਰਧਾਮਾਂ ਦੀ ਖਾਤਰ, ਗੁਰਦੁਆਰਿਆਂ ਦੀ ਸੇਵਾ ਲਈ ਇੰਨੀਆਂ ਕੁਰਬਾਨੀਆਂ ਕਰ ਸਕਦੇ ਨੇ। ਸਾਧ ਸੰਗਤ, ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਅਸੀਂ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲ ਸਕੀਏ। ਉਹਨਾਂ ਦਾ ਸੁਪਨਾ ਗੁਰਦੁਆਰਾ ਪ੍ਰਬੰਧ ਸੁਧਾਰ ਲੈ ਸਾਧ ਸੰਗਤ ਇਸ ਅਸੀਂ ਪੂਰੀ ਕਰ ਸਕੀਏ। ਆਓ ਪਾਵਨ ਸ਼ਬਦ ਨਾਲ ਜੁੜੀਏ। ਅੱਜ ਪਾਤਸ਼ਾਹ ਇਸ ਮਨ ਨੂੰ ਸਮਝਾਉਂਦੇ ਨੇ, ਮਨਾ ਤੂੰ ਥਿਰ ਰਹਿ ਕੇ ਵੇਖ, ਸਭ ਕੁਝ ਤੈਨੂੰ ਗੁਰੂ ਕੋਲੋਂ ਮਿਲਣਾ। ਜਿਸ ਜਲ ਨਿਧ ਕਾਰਨ ਤੂੰ ਆਇਆ, ਉਹ ਗੁਰੂ ਤੋਂ ਸਿਵਾਏ ਤੈਨੂੰ ਅੰਮ੍ਰਿਤ ਪ੍ਰਾਪਤ ਨਹੀਂ ਹੋਣਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਆਖੋ ਸਤਨਾਮ ਸ੍ਰੀ। ਸੋਰਠ ਮਹੱਲਾ ਪਹਿਲਾ, ਸੋਰਠ ਰਾਗ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਸ਼ਬਦ ਹੈ। ਪਾਤਸ਼ਾਹ ਕਹਿੰਦੇ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਅੰਮ੍ਰਿਤ ਨੂੰ, ਜਿਸ ਪਦਵੀ ਨੂੰ ਪ੍ਰਾਪਤ ਕਰਨ ਤੂੰ ਆਇਆ ਭਾਈ, ਉਹ ਤੈਨੂੰ ਗੁਰੂ ਕੋਲੋਂ ਪ੍ਰਾਪਤ ਹੋਣਾ। ਗੁਰੂ ਤੋਂ ਬਗੈਰ ਤੇਰੀ ਸਿਆਣਪ ਨਾਲ ਕੁਝ ਵੀ ਮਿਲਣ ਵਾਲਾ ਨਹੀਂ। ਇਸ ਲਈ ਬਾਰ-ਬਾਰ ਪਾਤਸ਼ਾਹ ਦੀ ਬਾਣੀ ਕਹੇਗੀ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਗੈਰ ਇਹ ਅੰਮ੍ਰਿਤ ਪਦਵੀ ਨਹੀਂ ਮਿਲੇਗੀ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਪਾਤਸ਼ਾਹ ਕਹਿੰਦੇ ਨੇ, ਭਾਈ ਤੈਨੂੰ ਇਹ ਤਿੰਨ ਚੀਜ਼ਾਂ ਛੱਡਣੀਆਂ ਪੈਣੀਆਂ ਗੁਰੂ ਕੋਲੋਂ ਇਹ ਪ੍ਰਾਪਤ ਕਰਨ ਲਈ। ਮਹਾਰਾਜ ਕਿਹੜੀਆਂ? ਕਹਿੰਦੇ ਇੱਕ ਤਾਂ ਛੋਡੋ ਵੇਸ ਭੇਖ, ਜਿਹੜਾ ਵੇਸ ਭੇਖ ਕਰਕੇ ਪਾਇਆ ਹੋਇਆ, ਇਹ ਕਿਸੇ ਵੇਸ ਦੀ ਨਿੰਦਿਆ ਨਹੀਂ ਹੈ। ਹਰ ਧਰਮ ਦਾ ਆਪੋ ਆਪਣਾ ਵੇਸ ਹੈ, ਪਰ ਸਾਧ ਸੰਗਤ ਤੋਂ ਪਾਇਆ ਹੋਇਆ ਵੇਸ ਭੇਖ ਨਾ ਹੋਵੇ। ਪਹਿਲੀ ਗੱਲ, ਉਹ ਵੇਸ ਦਾ ਭੇਖ ਛੱਡ, ਦੂਜੀ ਚਤੁਰਾਈ ਛੱਡ, ਤੀਜੀ ਦੁਬਿਧਾ ਇਹ ਫਲ ਨਾਹੀਂ ਜੀਓ। ਗੁਰੂ ਕੋਲੋਂ ਜੇ ਫਲ ਲੈਣਾ ਫਿਰ ਦੁਬਿਧਾ ਰੱਖ ਕੇ ਨਾ ਆਈ। ਦੁਬਿਧਾ ਵਾਲਿਆਂ ਨੂੰ ਗੁਰੂ ਕੋਲੋਂ ਅੰਮ੍ਰਿਤ ਪਦਵੀ ਨਹੀਂ ਮਿਲਦੀ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਹੇ ਮਨਾ ਸਥਿਰ ਰਹਿ, ਇੱਕ ਜਗ੍ਹਾ ਤੇ ਟਿਕ, ਸਟੇਬਲ ਹੋ, ਸਟਿਲ ਹੋ। ਜਿੰਨੀ ਦੇਰ ਤੂੰ ਟਿਕਦਾ ਨਹੀਂ, ਥਿਰ ਨਹੀਂ ਹੈ, ਉਨੀ ਦੇਰ ਗੁਰੂ ਕੋਲੋਂ ਪ੍ਰਾਪਤੀ ਨਹੀਂ ਹੋਏਗੀ। ਮਤ ਕਤ ਜਾਹੀ ਜੀਓ, ਇੱਧਰ ਉੱਧਰ ਭਟਕਣਾ ਛੱਡ। ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਤੋਂ ਜਦੋਂ ਆਰਤੀ ਦੀ ਚੌਂਕੀ ਸਮਾਪਤ ਹੁੰਦੀ ਨਾ, ਬਾਕੀ ਸ਼ਬਦ ਬਦਲਦੇ ਰਹਿਣਗੇ, ਪਰ ਗੁਰੂ ਦੇ ਕੀਰਤਨੀਏ ਹਰ ਰੋਜ਼ ਇਹ ਸ਼ਬਦ ਪੜਨਗੇ। ਮਰਿਆਦਾ ਸਿੱਖਾ ਕਿਤੇ ਤੇਰਾ ਮਨ ਥਿਰ ਹੋ ਜਾਏ। ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਅੱਜ ਹਜ਼ੂਰ ਕਹਿੰਦੇ, ਮਨ ਨੇ ਥਿਰ ਰਹੋ, ਮਤ ਕਤ ਜਾਹੀ ਜੀਓ। ਇੱਧਰ ਉੱਧਰ ਭਟਕਣਾ ਮਨਾ ਬੰਦ ਕਰ ਦੇ। ਬਾਹਰ ਢੂੰਡਤ ਬਹੁਤ ਦੁਖ ਪਾਵਹਿ, ਘਰ ਅੰਮ੍ਰਿਤ ਘਟ ਮਾਹੀ ਜੀਓ। ਤੂੰ ਬਾਹਰ ਢੂੰਡ ਰਿਹਾ, ਗੁਰੂ ਨੂੰ ਛੱਡ ਕੇ, ਗੁਰੂ ਦਾ ਦਰ ਛੱਡ ਕੇ, ਅੰਦਰ ਛੱਡ ਕੇ ਬਾਹਰ ਕੁਝ ਹੋਰ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਬਾਹਰੋਂ ਢੂੰਡਦਿਆਂ ਤੈਨੂੰ ਦੁੱਖ ਪ੍ਰਾਪਤ ਹੋਣਗੇ, ਇਸ ਲਈ ਬਾਹਰੋਂ ਨਹੀਂ। ਘਰ ਅੰਮ੍ਰਿਤ ਘਟ ਮਾਹੀ ਜੀਓ। ਤੇਰੇ ਹਿਰਦੇ ਘਰ ਵਿੱਚ ਹੀ ਗੁਰੂ ਦਾ ਉਹ ਅੰਮ੍ਰਿਤ ਹੈ। ਗੁਰੂ ਤੈਨੂੰ ਅੰਦਰੋਂ ਪ੍ਰਾਪਤੀ ਕਰਾਏਗਾ। ਪਾਤਸ਼ਾਹ ਨੇ ਸਾਧ ਸੰਗਤ ਬਾਹਰਲੀ ਕਿਸੇ ਚੀਜ਼ ਦੀ ਨਿੰਦਿਆ ਨਹੀਂ ਕੀਤੀ, ਪਰ ਗੁਰਮਤਿ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ, ਪਹਿਲਾਂ ਆਪਣੇ ਅੰਦਰੋਂ ਉਹਨੂੰ ਖੋਜ। ਜਿੰਨੀ ਦੇਰ ਤੈਨੂੰ ਅੰਦਰੋਂ ਨਹੀਂ ਮਿਲਿਆ, ਬਾਹਰੋਂ ਵੇਖਣਾ ਵਿਅਰਥ ਦੀ ਘਟਨਾ ਹੈ। ਜਿੱਦਣ ਅੰਦਰੋਂ ਤੈਨੂੰ ਮਿਲ ਗਿਆ, ਉਦੋਂ ਬਾਹਰੋਂ ਵੀ ਹਰ ਚੀਜ਼ ਵਿੱਚੋਂ ਨਜ਼ਰ ਆਏਗਾ। ਫਿਰ ਤਾਂ ਜਿੱਧਰ ਦੇਖੇਗਾ, ਸਕਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਉੱਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਹਰ ਦੇ ਵਿੱਚੋਂ ਉਹ ਤਾਂ ਨਜ਼ਰ ਆਉਣਾ, ਪਹਿਲਾਂ ਅੰਦਰੋਂ ਖੋਜ। ਕਿਉਂਕਿ ਅੱਜ ਸਾਹਿਬ ਕਹਿੰਦੇ ਨੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਹਿਰਦੇ ਘਰ ਵਿੱਚ ਹੀ ਉਹ ਅੰਮ੍ਰਿਤ ਹੈ, ਗੁਰੂ ਕੋਲੋਂ ਪ੍ਰਾਪਤੀ ਹੋਣੀ ਹੈ। ਰਹਾਉ
ਅਵਗੁਣ ਛੋੜ ਗੁਣਾ ਕੋ ਧਾਵਹੁ। ਪਾਤਸ਼ਾਹ ਫਿਰ ਕਰਨਾ ਕੀ ਹੈ? ਕਹਿੰਦੇ ਇਹਦੇ ਵਾਸਤੇ ਜੇ ਤੂੰ ਚਾਹੁੰਦੇ ਅੰਦਰੋਂ ਤੈਨੂੰ ਉਹ ਘੱਟ ਵਿੱਚੋਂ ਪ੍ਰਾਪਤ ਹੋਵੇ, ਅੰਦਰੋਂ ਔਗਣ ਛੱਡ। ਗੁਣਾ ਕੋ ਧਾਵੋ ਦਾ ਅਰਥ ਗੁਣਾ ਵੱਲ ਦੇ ਪਾਸੇ ਤੁਰ। ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚੱਲੀਐ। ਪਹਿਰੇ ਪਟੰਬਰ ਕਰ ਡੰਬਰ ਜਾਏ ਆਪਣਾ ਪਿੜ ਮੱਲੀਐ। ਔਗਣ ਛੱਡ ਕੇ ਗੁਣਾ ਵੱਲ ਦੇ ਪਾਸੇ ਤੁਰ। ਕਰ ਅਵਗੁਣ ਪਛੁਤਾਹੀ ਜੀਉ। ਨਹੀਂ ਤੇ ਭਾਈ ਔਗਣ ਕਰਕੇ ਅੰਤ ਨੂੰ ਤੈਨੂੰ ਪਛਤਾਉਣਾ ਪਏਗਾ। ਕਿਉਂ? ਜੋ ਤੂੰ ਔਗਣ ਕੀਤੇ ਨੇ ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਉਹਨਾਂ ਦਾ ਲੇਖਾ ਤੈਨੂੰ ਹੀ ਦੇਣਾ ਪੈਣਾ। ਇਸ ਲਈ ਬਾਅਦ ਵਿੱਚ ਪਛਤਾਵਾ ਪੱਲੇ ਰਹੇਗਾ। ਸਾਰੇ ਅਪਸਰ ਕੀ ਸਾਰ ਨ ਜਾਣਾਹੇ। ਕਹਿੰਦੇ ਜੇ ਤੂੰ ਔਗਣਾਂ ਵੱਲ ਰਿਹਾ, ਗੁਣਾਂ ਵੱਲ ਧਿਆਨ ਨਾ ਦਿੱਤਾ, ਫਿਰ ਤੈਨੂੰ ਸਰ ਅਪਸਰ ਦੀ ਸਾਰ ਨਹੀਂ ਪਤਾ ਲੱਗਣੀ। ਚੰਗੇ ਤੇ ਮੰਦੇ ਦੀ ਪਹਿਚਾਣ ਨਹੀਂ ਰਹੇਗੀ, ਚੰਗਿਆਈ ਤੇ ਬੁਰਾਈ ਦੀ ਸਮਝ ਨਹੀਂ ਆਏਗੀ। ਇਹ ਗਿਆਨ ਗੁਰੂ ਕੋਲੋਂ ਮਿਲਣਾ। ਗੁਰੂ ਦੋ ਪੈਰ ਸਿੱਖ ਨੂੰ ਸਮਝਾਉਂਦਾ ਹੈ, ਇੱਕ ਚੰਗਿਆਈ ਦਾ, ਇੱਕ ਬੁਰਾਈ ਦਾ, ਇੱਕ ਪਾਪ, ਇੱਕ ਪੁੰਨ। ਬਹੁਤੇ ਬੰਦੇ ਕਹਿੰਦੇ ਜੀ ਆ ਜਗ ਮਿੱਠਾ ਅਗਲਾ ਕਿਨੇ ਡਿੱਠਾ, ਖਾਓ ਪੀਓ ਮੌਜਾਂ ਕਰੋ। ਪਾਤਸ਼ਾਹ ਕਹਿੰਦੇ ਨਹੀਂ, ਪੁੰਨੀ ਪਾਪੀ ਆਖਣ ਨਾ ਹੈ। ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ। ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਜੋ ਤੂੰ ਕਰਨੇ ਆ ਤੈਨੂੰ ਉਹਦਾ ਭੋਗਣਾ ਪੈਣਾ। ਸਾਰਾ ਪਸਰ ਕੀ ਸਾਰ ਨਾ ਜਾਣੇ। ਜੇ ਗੁਰੂ ਕੋਲੋਂ ਗਿਆਨ ਗੁਣਾਂ ਵਾਲਾ ਨਾ ਲਿਆ, ਫਿਰ ਚੰਗੇ ਮੰਦੇ ਦੀ ਪਛਾਣ ਨਹੀਂ ਰਹੇਗੀ। ਬਾਰ-ਬਾਰ ਗੰਦਗੀ ਦੇ ਵਿਕਾਰਾਂ ਦੇ ਚਿੱਕੜ ਵਿੱਚ ਹੀ ਡੁੱਬਦਾ ਰਹੇਗਾ। ਫਿਰ ਫਿਰ ਕੀਚ ਬੁੜਾਹੀ ਜੀਓ। ਬਾਰ-ਬਾਰ ਇਸ ਸੰਸਾਰ ਦੇ ਚਿੱਕੜ ਵਿੱਚ, ਵਿਕਾਰਾਂ ਵਿੱਚ, ਲੋਭ ਈਰਖਾ ਵਿੱਚ, ਜਨਮ ਮਰਨ ਵਿੱਚ, ਫਿਰ ਤੂੰ ਜਨਮ ਮਰਨ ਵਿੱਚ ਉਸੇ ਧੁਖਣੀ ਵਿੱਚ ਫਿਰ ਧੁਖਦਾ ਰਹੇਗਾ। ਅੰਤਰ ਮੈਲ ਲੋਭ ਬਹੁ ਝੂਠੇ। ਤੇ ਬਾਦਸ਼ਾਹ ਕਹਿੰਦੇ ਭਾਈ ਅੰਦਰ ਮੈਲ ਹੈ, ਲੋਭ ਹੈ ਤੇ ਤੂੰ ਝੂਠਾ ਹੈ। ਦੱਸ ਫਿਰ ਅੰਦਰ ਇੰਨਾ ਕੁਝ ਹੋਣ ਦੇ ਬਾਵਜੂਦ ਬਾਹਰ ਦੀ ਤੇਰੇ ਹਾਲਾਤ ਤੈਨੂੰ ਕੀ ਸੁੱਖ ਦੇਣਗੇ? ਬਾਹਰ ਨਾਵੋ ਕਾਹੀ ਜੀਓ। ਕਹਿੰਦੇ ਬਾਹਰ ਨਾਤਿਆਂ ਫਿਰ ਤੈਨੂੰ ਕੀ ਮਿਲਣਾ? ਕਿਉਂਕਿ ਅੰਦਰ ਮਹਿਲ ਹੈ। ਅੰਤਰ ਮਹਿਲ ਜੇ ਤੀਰਥ ਨਹਾਵੇ ਤਿਸ ਮੈਂ ਕੁੰਠ ਨਾ ਜਾਣਾ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਬਾਰ ਲੱਤੀ ਨਾਤਿਆਂ ਦੋਏ ਪਾ ਚੜੀਐ ਹੋਰ। ਬਾਹਰੋਂ ਫਿਰ ਨਾਤਿਆਂ ਕੁਝ ਵੀ ਪ੍ਰਾਪਤੀ ਨਹੀਂ ਹੈ। ਨਿਰਮਲ ਨਾਮ ਜਪੋ ਸਤ ਗੁਰਮੁਖ। ਮਹਿਲ ਤੋਂ ਰਹਿਤ ਵਾਹਿਗੁਰੂ ਜੀ ਦਾ ਨਾਮ ਜਪ। ਗੁਰਮੁਖ ਦਾ ਅਰਥ ਹੈ ਗੁਰੂ ਦੇ ਰਾਹੀਂ। ਨਾਮ ਗੁਰੂ ਕੋਲੋਂ ਲਈ। ਉਹ ਗੁਰੂ ਦਾ ਦਿੱਤਾ ਨਾਮ ਜਿਹੜਾ ਮਹਿਲ ਤੋਂ ਰਹਿਤ ਹੈ, ਉਹਨੂੰ ਜਪ। ਅੰਤਰ ਹਿਰਦੇ ਵਿੱਚ ਜਪ, ਉਹੀ ਤੇਰੀ ਗਤੀ ਕਰੇਗਾ। ਅੰਤਰ ਕੀ ਗਤ ਤਾਹੀ ਜੀਓ। ਨਿਰਮਲ ਨਾਮ ਹੀ ਤੇਰੇ ਅੰਦਰ ਦੀ ਮੈਲ ਨੂੰ ਕੱਢੇਗਾ। ਨਿਰਅੰਜਨ ਨਾਮ ਹੀ ਤੇਰੇ ਅੰਦਰ ਦੇ ਅੰਜਨ ਭਾਵ ਕਾਲਖ ਨੂੰ ਧੋਏਗਾ। ਉਹਨੂੰ ਜਪ। ਨਾਮ ਨਾਲ ਹੀ ਅੰਤਰ ਦੀ ਗਤ ਹੋਣੀ ਹੈ। ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਕਹਿੰਦੇ ਭਾਈ ਇਹ ਪ੍ਰਾਪਤ ਕਰਨ ਵਾਸਤੇ ਤੈਨੂੰ ਗੁਰੂ ਦਾ ਉਪਦੇਸ਼ ਹੈ ਕਿ ਤੈਨੂੰ ਲੋਭ ਛੱਡਣਾ ਪੈਣਾ, ਪਰਾਈ ਨਿੰਦਿਆ ਛੱਡਣੀ ਪੈਣੀ ਹੈ, ਕੂੜ ਝੂਠ ਤਿਆਗਣਾ ਪੈਣਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਇਦਾਂ ਦਾ ਇੱਕ ਵੀ ਡਾਕਟਰ ਨਹੀਂ ਹੈ ਜਿਹੜਾ ਤੁਹਾਨੂੰ ਸ਼ੂਗਰ ਦੀ ਦਵਾਈ ਦੇ ਕੇ ਕਵੇ ਜਿੰਨਾ ਮਰਜ਼ੀ ਮਿੱਠਾ ਖਾਈ ਜਾਓ। ਕਹਿੰਦਾ ਕੋਈ? ਬਲੱਡ ਪ੍ਰੈਸ਼ਰ ਦੀ ਦਵਾਈ ਦੇ ਕੇ ਡਾਕਟਰ ਕਹਿੰਦਾ ਵੀ ਰੱਜ ਕੇ ਪਕੌੜੇ ਖਾ? ਨਹੀਂ, ਉਹ ਪਰਹੇਜ਼ ਦੱਸਦਾ, ਫਿਰ ਉਹਦੀ ਦਵਾਈ ਕੰਮ ਕਰਦੀ ਹੈ। ਪਾਤਸ਼ਾਹ ਨੇ ਕਿਹਾ ਗੁਰ ਕਾ ਸ਼ਬਦ ਕੱਟ ਹੈ, ਕੋਟ ਕਰਮ ਤਾਂ ਹੈ। ਤੇਰੇ ਕਰਮ ਸ਼ਬਦ ਜਪਣ ਨਾਲ ਕੱਟੇ ਜਾਣਗੇ, ਪਰ ਆ ਤੈਨੂੰ ਪਰਹੇਜ਼ ਰੱਖਣਾ ਪੈਣਾ। ਅੰਤਰ ਮਹਿਲ, ਅੰਦਰੋਂ ਲੋਭ ਖਤਮ ਕਰ, ਝੂਠ ਛੱਡ, ਚਤੁਰਾਈ ਛੱਡ। ਜਦੋਂ ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਝੂਠ ਤਿਆਗੇਗਾ, ਨਿੰਦਿਆ ਛੱਡੇਗਾ, ਫਿਰ ਜਪੇ ਹੋਏ ਸ਼ਬਦ ਦਾ ਅਸਰ ਹੋਣਾ ਸ਼ੁਰੂ ਹੋਏਗਾ। ਸੱਚ ਗੁਰ ਬਚਨੀ ਫਲ ਪਾਹੀ ਜੀਓ। ਕਹਿੰਦੇ ਸੱਚਾ ਫਲ ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਉਪਦੇਸ਼ ਨਾਲ ਮਿਲਣਾ। ਗੁਰੂ ਨੂੰ ਛੱਡ ਕੇ ਬਾਹਰੋਂ ਤੈਨੂੰ ਕੁਝ ਵੀ ਪ੍ਰਾਪਤ ਨਹੀਂ ਹੋਏਗਾ। ਇੱਕ ਉੱਤੇ ਵਿਸ਼ਵਾਸ ਰੱਖ ਕੇ ਇੱਕ ਨੂੰ ਜਪ, ਫਿਰ ਇੱਕ ਦਾ ਫਲ ਤੈਨੂੰ ਅੰਮ੍ਰਿਤ ਨਾਮ ਪ੍ਰਾਪਤ ਹੋਣਾ। 1857 ਵਿੱਚ ਇੱਕ ਪਾਦਰੀ ਇੰਗਲੈਂਡ ਤੋਂ ਆਇਆ, ਉਹਦਾ ਨਾਮ ਮਿਸਟਰ ਫਲੇਲ ਲਿਖਿਆ ਹੋਇਆ। ਉਹਨੇ 3 ਸਾਲ ਲਾ ਕੇ ਪੰਜਾਬੀ ਸਿੱਖੀ, ਹਿੰਦੀ ਸਿੱਖੀ, ਬੋਲਣ ਵਿੱਚ ਲਿਖਣ ਵਿੱਚ ਮਾਹਰ ਹੋ ਗਿਆ। ਫਿਰ ਉਹਨੇ ਪ੍ਰਚਾਰ ਸ਼ੁਰੂ ਕੀਤਾ, ਕਿਉਂਕਿ ਜਿਹੜੇ ਲੋਕਾਂ 'ਚ ਜਾ ਕੇ ਪ੍ਰਚਾਰ ਕਰਨਾ ਉਹਨਾਂ ਦੀ ਭਾਸ਼ਾ ਹੋਣੀ ਚਾਹੀਦੀ ਹੈ।
ਉਹਨੇ ਫਿਰ ਪ੍ਰਚਾਰ ਸ਼ੁਰੂ ਕੀਤਾ, ਆਪਣੀ ਪ੍ਰਚਾਰ ਦੀ ਗਤੀ ਤੇਜ਼ ਕੀਤੀ। ਕਹਿੰਦੇ ਫਿਰ ਉਹਨੇ ਦਿੱਲੀ ਵਿੱਚ ਨਾ ਇੱਕ ਹਾਲ ਕਿਰਾਏ ਤੇ ਲੈ ਕੇ ਉੱਥੇ ਦੂਜੇ ਸਟੇਟਾਂ ਦੇ ਲੋਕ ਸੱਦੇ। ਬੜਾ ਵੱਡਾ ਜਲਸਾ ਹੋਇਆ। 1 ਘੰਟਾ ਉਹਦਾ ਟਾਈਮ ਰੱਖਿਆ ਗਿਆ। ਉਸ ਤੋਂ ਪਹਿਲਾਂ ਹੋਰ ਕਈ ਭਾਸ਼ਾਵਾਂ ਵਿੱਚ ਸਿੱਖੇ ਹੋਏ ਪਾਦਰੀ ਬੋਲਦੇ ਰਹੇ। ਫਿਰ ਮਿਸਟਰ ਫਲੇਲ ਦੀ ਅਖੀਰ ਤੇ ਭਾਰੀ ਆਈ। ਉਹਨੇ 1 ਘੰਟਾ ਲੋਕਾਂ ਨੂੰ ਇਹ ਸੰਦੇਸ਼ ਕੀਤਾ, ਇਹ ਗੱਲ ਸਮਝਾਈ ਕਿ ਜਿਹੜਾ ਯਿਸੂ ਮਸੀਹ ਹੈ ਉਹ ਗੋਡ ਫਾਦਰ ਜਿਹਨੂੰ ਕਹਿੰਦੇ ਨੇ, ਰੱਬ ਉਹਦਾ ਸਨ ਹੈ। ਉਹ ਗੋਡ ਸਨ ਆਫ ਗੋਡ ਹੈ, ਭਾਵ ਰੱਬ ਦਾ ਪੁੱਤਰ ਹੈ। ਔਰ ਬਾਰ-ਬਾਰ ਉਹ ਆਪਣੇ 1 ਘੰਟੇ ਦੇ ਲੈਕਚਰ ਵਿੱਚ ਸਮਝਾਉਂਦਾ ਰਿਹਾ, ਜੇ ਕਿਸੇ ਨੇ ਕੁਝ ਲੈਣਾ, ਤੁਸੀਂ ਚਾਹੁੰਦੇ ਹੋ ਤੁਹਾਡੇ ਦੁੱਖ ਦੂਰ ਹੋਣ, ਆਓ ਉਸ ਗੋਡ ਦੇ ਪੁੱਤਰ ਨੂੰ, ਉਹਦੇ ਸਨ ਨੂੰ, ਉਹਦੇ ਪੁੱਤਰ ਕੋਲੋਂ ਮੰਗੀਏ। ਉਹ ਸਭ ਕੁਝ ਗੋਡ ਕੋਲੋਂ ਲੈ ਕੇ ਦੇਗਾ, ਤੁਹਾਡੇ ਦੁੱਖ ਦੂਰ ਕਰੇਗਾ, ਤੁਹਾਨੂੰ ਸੁੱਖ ਲੈ ਕੇ ਦੇਗਾ, ਤੁਹਾਡੀਆਂ ਇਛਾਵਾਂ ਪੂਰੀਆਂ ਕਰਾਏਗਾ। ਜੋ ਕੁਝ ਲੈਣਾ ਉਸ ਗੋਡ ਦੇ ਸਨ ਆਫ ਗੋਡ ਜਿਹੜਾ ਹੋਇਆ, ਉਹਨੂੰ ਜੀਸਸ ਨੂੰ ਆਪਾਂ ਉਹਦੇ ਅੱਗੇ ਪ੍ਰਾਰਥਨਾ ਕਰੀਏ, ਉਹਦੇ ਅੱਗੇ ਪ੍ਰੇ ਕਰੀਏ, ਉਹ ਤੁਹਾਨੂੰ ਰੱਬ ਕੋਲੋਂ ਲੈ ਕੇ ਦੇਗਾ। ਉਹਨੇ ਕਈ ਦਲੀਲਾਂ ਦਿੱਤੀਆਂ, ਫਲਾਨੀ ਜਗ੍ਹਾ ਤੇ ਯਾਦ ਕੀਤਾ, ਉਹਦੇ ਦੁੱਖ ਦੂਰ ਹੋ ਗਏ, ਫਲਾਨੀ ਜਗ੍ਹਾ ਤੇ ਹੋਇਆ, ਉਹਨੇ ਰੱਬ ਕੋਲੋਂ ਆਹ ਕੁਝ ਲੈ ਕੇ ਦਿੱਤਾ। ਆਪਣੀਆਂ ਦਲੀਲਾਂ ਵਿੱਚੋਂ ਪਰਫੈਕਟ ਕਹਿ ਰਿਹਾ ਸੀ ਬਹੁਤ ਕੁਝ। ਪਰ ਜਦੋਂ ਸਾਰੇ ਲੋਕ ਉਹਦੇ ਨਾਲ ਸੁਣ ਕੇ ਕੁਝ ਵਿੱਚੋਂ ਸਹਿਮਤ ਹੋ ਰਹੇ ਸੀ, ਪਿੱਛੋਂ ਇੱਕ ਬਜ਼ੁਰਗ ਜਿਹਾ ਉੱਠਿਆ। ਉਹਨੇ ਸਿਰ ਤੇ ਸਿੱਧੀ ਜਿਹੀ ਪੱਗ ਬੰਨੀ ਹੈ, ਚਿੱਟਾ ਉਹਦਾ ਧੜ ਹੈ। ਉਹਨੇ ਪਿੱਛੋਂ ਹੱਥ ਖੜਾ ਕਰਕੇ ਕਿਹਾ, ਪਾਦਰੀ ਸਾਹਿਬ ਮੈਂ ਕੋਈ ਸਵਾਲ ਪੁੱਛ ਸਕਦਾ? ਉਹਨੇ ਕਿਹਾ, ਬਜ਼ੁਰਗੋ ਅੱਗੇ ਆ ਜਾਓ। ਬੜੀ ਰਿਸਪੈਕਟ ਨਾਲ ਕਿਹਾ, ਅੱਗੇ ਆ ਜਾਓ। ਔਰ ਉਹਦੇ ਮਨ ਚ ਆਇਆ, ਅਨੇਕਾਂ ਧਰਮਾਂ ਦੇ ਲੋਕ ਮੈਨੂੰ ਸੁਣ ਰਹੇ ਨੇ, ਮੈਨੂੰ ਸੁਣਨ ਤੋਂ ਬਾਅਦ ਇਹ ਆਪੋ ਆਪਣਾ ਧਰਮ ਛੱਡ ਕੇ ਮੇਰੇ ਧਰਮ ਵਿੱਚ ਆਉਣਗੇ। ਇਹ ਸਰਦਾਰ ਵੀ ਆਇਆ, ਇਹ ਵੀ ਮੇਰੇ ਤੋਂ ਸਹਿਮਤ ਹੋ ਗਿਆ, ਇਹ ਵੀ ਮੇਰੇ ਧਰਮ ਵਿੱਚ ਆਏਗਾ। ਜਦੋਂ ਉਹਨੂੰ ਮੋਹਰੇ ਸੱਦਿਆ, ਬਜ਼ੁਰਗੋ ਆ ਜਾਓ ਅੱਗੇ, ਦੱਸੋ ਕੀ ਕਹਿਣਾ ਹੈ। ਉਹ ਕਹਿੰਦਾ, ਜੀ ਤੁਸੀਂ 1 ਘੰਟੇ ਤੋਂ ਇਹ ਸਮਝਾ ਰਹੇ ਹੋ, ਸਾਨੂੰ ਬਾਖੂਬੀ ਸਾਡੀ ਭਾਸ਼ਾ ਵਿੱਚ ਹਿੰਦੀ ਪੰਜਾਬੀ ਸਾਨੂੰ ਸਮਝ ਆ ਗਈ ਹੈ। ਜੋ ਤੁਸੀਂ ਕਹਿ ਰਹੇ ਹੋ, ਬਾਰ-ਬਾਰ ਕਹਿ ਰਹੇ ਹੋ, ਗੋਡ ਦੇ ਕੋਲੋਂ ਗੋਡ ਦਾ ਸਨ ਜਿਹੜਾ ਉਹ ਜੀਸਸ ਤੁਹਾਨੂੰ ਆਹ ਕੁਝ ਲੈ ਕੇ ਦੇਗਾ, ਆਹ ਕੁਝ ਲੈ ਕੇ ਦੇਗਾ, ਆਹ ਕੁਝ ਲੈ ਕੇ ਦੇਗਾ। ਕਹਿੰਦਾ ਮੈਂ ਤੁਹਾਡੇ ਕਿਸੇ ਵੀ ਜੀਸਸ ਦਾ, ਕਿਸੇ ਅਵਤਾਰ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ, ਨਾ ਸਿੱਖ ਕਿਸੇ ਦਾ ਅਪਮਾਨ ਕਰਦਾ। ਤਾਂ ਬਜ਼ੁਰਗ ਕਹਿੰਦਾ, ਮੈਂ ਇੱਕ ਸਵਾਲ ਕਰਨਾ, ਵੀ ਗੋਡ ਮਰ ਗਿਆ? ਉਹ ਕਹਿੰਦਾ, ਨਹੀਂ, ਗੋਡ ਤਾਂ ਬਨਾਸੀ ਹੈ, ਰੱਬ ਤਾਂ ਸਦਾ ਹੀ ਹੈ। ਕਹਿੰਦਾ, ਤੂੰ ਇਹ ਮੈਨੂੰ ਦੱਸੋ ਵੀ ਗੋਡ ਮਰ ਗਿਆ? ਉਹ ਕਹਿੰਦਾ, ਨਹੀਂ, ਗੋਡ ਤਾਂ ਜਿਉਂਦਾ ਹੈ, ਗੋਡ ਮਰਨ ਦੀ ਤੇ ਮੈਂ ਗੱਲ ਹੀ ਨਹੀਂ ਕਹੀ। ਗੋਡ ਤਾਂ ਬਨਾਸੀ ਹੈ, ਗੋਡ ਦਾ ਪੁੱਤਰ ਹੈ ਜੀਸਸ, ਉਹ ਸਨ ਆਫ ਗੋਡ ਹੈ, ਉਹ ਲੈ ਕੇ ਦਿੰਦਾ, ਤੁਹਾਨੂੰ ਜੋ ਚਾਹੀਦਾ ਤੁਸੀਂ ਉਹ ਤੋਂ ਮੰਗੋ, ਉਹ ਤੁਹਾਨੂੰ ਗੋਡ ਕੋਲੋਂ ਲੈ ਕੇ ਦੇਗਾ। ਕਹਿੰਦਾ, ਮੈਂ ਇਹੋ ਤੇ ਪੁੱਛ ਰਿਹਾ ਵੀ ਗੋਡ ਮਰ ਗਿਆ? ਕਹਿੰਦਾ, ਨਹੀਂ, ਗੋਡ ਤਾਂ ਜਿਉਂਦਾ ਹੈ। ਕਹਿੰਦਾ, ਫਿਰ ਜੇ ਗੋਡ ਜਿਉਂਦਾ ਫਿਰ ਉਹਦੇ ਪੁੱਤ ਕੋਲੋਂ ਕਿਉਂ ਮੰਗੀਏ? ਸਿੱਧਾ ਗੋਡ ਕੋਲੋਂ ਕਿਉਂ ਨਾ ਮੰਗ ਲਈਏ? ਜੇ ਗੋਡ ਜਿਉਂਦਾ ਹੈ ਫਿਰ ਉਹਦੇ ਪੁੱਤ ਕੋਲੋਂ ਕਿਉਂ ਮੰਗਣਾ? ਸਿੱਧਾ ਗੋਡ ਕੋਲੋਂ ਮੰਗਾਂਗੇ। ਤੂੰ ਪੁੱਤ ਨਾਲ ਕਿਉਂ ਜੋੜ ਰਿਹਾ? ਸਿੱਧਾ ਗੋਡ ਕੋਲੋਂ ਮੰਗਣ ਨੇ ਕਿਉਂ ਨਹੀਂ ਕਹਿ ਰਿਹਾ? ਉਹਨੂੰ ਕੋਈ ਜਵਾਬ ਨਹੀਂ ਸੀ ਆ ਰਿਹਾ। ਉਹਨੇ ਕਿਹਾ, ਅਸੀਂ ਆ ਪਿੰਡੂ ਪੰਜਾਬ ਦਾ ਸਾਡਾ ਕਲਚਰ ਹੈ, ਜਿੰਨੀ ਦੇਰ ਸਾਡੇ ਘਰਾਂ ਵਿੱਚ ਸਾਡਾ ਪਿਓ ਜਿੰਦਾ ਬੈਠਾ ਉਨੀ ਦੇਰ ਪੁੱਤ ਦੀ ਨਹੀਂ ਚੱਲਦੀ, ਪਿਓ ਦੀ ਚੱਲਦੀ ਹੈ। ਤੇ ਜੇ ਪਿਓ ਭਾਵ ਰੱਬ ਗੋਡ ਜਿਉਂਦਾ ਹੈ, ਫਿਰ ਕਿਸੇ ਪੁੱਤ ਕੋਲੋਂ ਮੰਗਣ ਦੀ ਕੀ ਲੋੜ ਹੈ? ਸਿੱਧਾ ਗੋਡ ਕੋਲੋਂ ਕਿਉਂ ਨਹੀਂ ਲੈ ਸਕਦੇ? ਉਹ ਪਾਦਰੀ ਚੁੱਪ ਕਰ ਗਿਆ। ਪਰ ਜਿਹੜੀ ਅਗਲੀ ਗੱਲ ਉਹਨੇ ਕਹੀ ਉਹ ਸੁਣਿਓ, ਜਿਹੜੀ ਮੈਂ ਤੁਹਾਡੇ ਸਮਕਸ਼ ਕਹਿਣੀ। ਉਹ ਪਾਦਰੀ ਸੋਚ ਕੇ ਬੋਲਿਆ, ਕਹਿੰਦਾ, ਬਜ਼ੁਰਗਾ ਤੂੰ ਕਿਤੇ ਗੁਰੂ ਨਾਨਕ ਦਾ ਸਿੱਖ ਤੇ ਨਹੀਂ? ਉਹਨੇ ਕਿਹਾ, ਹਾਂ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਕਹਿੰਦਾ, ਬਸ ਮੈਨੂੰ ਕਿਸੇ ਨੇ ਦੱਸਿਆ ਸੀ ਗੁਰੂ ਨਾਨਕ ਦੇ ਸਿੱਖ ਇੱਕ ਅਕਾਲ ਪੁਰਖ ਰੱਬ ਤੇ ਵਿਸ਼ਵਾਸ ਰੱਖਦੇ ਨੇ, ਉਹ ਪੱਕੇ ਨੇ, ਕਦੇ ਡੋਲ ਨਹੀਂ ਸਕਦੇ। ਦੱਸਿਆ ਸੀ, ਪਰ ਅੱਜ ਮੈਂ ਵੇਖ ਲਿਆ ਵੀ ਤੂੰ ਗੁਰੂ ਨਾਨਕ ਦਾ ਸਿੱਖ ਹੈ। ਭਾਈ, ਜੇ ਤੁਸੀਂ ਗੁਰੂ ਨਾਨਕ ਦੇ ਸਿੱਖੋ, ਮੇਰੇ ਗੁਰੂ ਦੇ ਘਰ ਦਾ ਹੁਕਮ ਹੈ, ਇੱਕੋ ਸਿਮਰੋ ਨਾਨਕਾ, ਇੱਕ ਨੂੰ ਸਿਮਰੋ ਭਾਈ। ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਸਾਹਿਬ ਮੇਰਾ ਇੱਕੋ ਹੈ ਭਾਈ, ਇੱਕੋ ਹੈ। ਤੁਸੀਂ ਪੜ੍ਹ ਕੇ ਆਏ ਹੋ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਦੋਂ ਹੈ ਹੀ ਇੱਕ, ਫਿਰ ਇੱਕ ਕੋਲੋਂ ਮੰਗਾਂਗੇ, ਫਿਰ ਕਿਸੇ ਦੂਜੇ ਅੱਗੇ ਕਿਉਂ? ਅੱਜ ਪਾਤਸ਼ਾਹ ਨੇ ਬਚਨ ਕਹੇ, ਤੂੰ ਮਨਾ ਥਿਰ ਹੋ ਕੇ ਵੇਖ,
ਗੁਰੂ ਦੇ ਬਚਨਾਂ ਵਿੱਚੋਂ ਹੀ ਸੱਚ ਦਾ ਤੈਨੂੰ ਫਲ ਮਿਲੇਗਾ। ਜਿਉ ਭਾਵੈ ਤਿਉ ਰਾਖੋ ਹਰ ਜੀਉ, ਜਨ ਨਾਨਕ ਸ਼ਬਦ ਸਲਾਹੀ ਜੀਉ। ਆਖੋ ਸਤਨਾਮ ਸ੍ਰੀ। ਸਾਰਾ ਹੀ ਸ਼ਬਦ ਕਹਿ ਕੇ ਹੁਣ ਅਖੀਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਕੀ ਸਿੱਟਾ ਕੱਢਿਆ? ਇਹ ਕਿਹਾ ਮਨਾ ਥਿਰ ਹੋ ਜਾ, ਤੈਨੂੰ ਅੰਮ੍ਰਿਤ ਜਲ ਗੁਰੂ ਕੋਲੋਂ ਮਿਲਣਾ, ਮਨਾ ਸਥਿਰ ਰਹਿ, ਬਾਹਰ ਨਾ ਲੱਭ, ਕਿਸੇ ਹੋਰ ਕੋਲੋਂ ਨਾ ਮੰਗ, ਘਰ ਅੰਮ੍ਰਿਤ ਘਟ ਮਾਹੀ ਜੀਓ, ਔਗਣ ਛੱਡ, ਗੁਣਾ ਵੱਲ ਤੁਰ, ਅੰਦਰੋਂ ਮੈਲ ਲੋਭ ਝੂਠ ਛੱਡ ਦੇ, ਸਾਰਾ ਪਸਰਦੀ ਤੈਨੂੰ ਚੰਗੇ ਮਾੜੇ ਦੀ ਪਛਾਣ ਹੋ ਜਾਏ, ਅੰਦਰੋਂ ਲੋਭ ਨਿੰਦਾ ਕੂੜ ਛੱਡ ਦੇ। ਇਹ ਸਾਰਾ ਕੁਝ ਉਪਦੇਸ਼ ਦੇ ਕੇ ਅਖੀਰ ਤੇ ਪਤਾ ਕੀ ਕਿਹਾ? ਕਹਿੰਦੇ ਭਾਈ ਬੰਦਿਆ, ਤੇਰੇ ਮੱਤ ਦੇ ਵਸ ਦੀ ਗੱਲ ਨਹੀਂ ਹੈ ਤੂੰ ਇਹ ਸਾਰਾ ਕੁਝ ਕਰ ਸਕੇ। ਬੰਦੇ ਦੀ ਮੱਤ ਦੀ ਗੱਲ ਨਹੀਂ ਹੈ। ਆਪਣੀ ਮੱਤ ਨਾਲ ਕਹੀਏ ਮੈਂ ਸਾਰਾ ਕੁਝ ਕਰ ਲਾਂ, ਬੰਦੇ ਦੇ ਵਸ ਨਹੀਂ ਹੈ। ਅਖੀਰ ਤੇ ਸਾਨੂੰ ਗੁਰਸਿੱਖੀ ਦਾ ਰਾਹ ਦੱਸਿਆ। ਕਹਿੰਦੇ ਅਰਦਾਸ ਕਰ ਉਹਦੇ ਅੱਗੇ, ਪਾਤਸ਼ਾਹ ਬਸ ਮੈਂ ਤੇਰੇ ਅੱਗੇ ਸਮਰਪਿਤ ਹਾਂ, ਜਿਉਂ ਭਾਵੈ ਤਿਉਂ ਰੱਖੋ ਹਰ ਜੀਓ। ਜਿਵੇਂ ਤੁਹਾਨੂੰ ਭਾਉਂਦਾ ਮਹਾਰਾਜ ਆਪਣੇ ਚਰਨਾਂ 'ਚ ਰੱਖ ਲਓ। ਜਿਉਂ ਭਾਵੈ ਤਿਉਂ ਰੱਖੋ ਹਰ ਜੀਓ, ਜਿਵੇਂ ਭਾਉਂਦਾ ਮਹਾਰਾਜ ਰੱਖ ਲਓ। ਜਨ ਨਾਨਕ ਸ਼ਬਦ ਸਲਾਹੀ ਜੀਓ। ਕਿਰਪਾ ਕਰੋ ਆਪਣੇ ਨਾਮ ਸ਼ਬਦ ਦੀ ਸਿਫਤ ਸਲਾਹ ਮੇਰੀ ਝੋਲੀ 'ਚ ਪਾਓ, ਜਿਵੇਂ ਤੁਹਾਨੂੰ ਭਾਉਂਦਾ ਤਿਉਂ ਰੱਖ ਲਓ। ਗੁਰਸਿੱਖੀ ਦੀ ਅਰਦਾਸ ਹੀ ਇਹ ਹੈ। ਜਦੋਂ ਕਹਿਣਾ ਧੰਨ ਧੰਨ ਭਾਗ ਤੇ ਨਾ ਭਗਤ ਜਨਾ, ਫਿਰ ਧੰਨ ਧੰਨ ਭਾਗ ਤੇ ਨਾ ਸੰਤ ਜਨਾ, ਧੰਨ ਧੰਨ ਭਾਗ ਤੇ ਨਾ ਸਾਧ ਜਨਾ, ਧੰਨ ਧੰਨ ਭਾਗ ਤੇ ਨਾ ਗੁਰਮੁਖ। 5ਵੇਂ ਨੰਬਰ ਤੇ ਪਤਾ ਕੀ ਕਿਹਾ? ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਮਹਾਰਾਜ ਕਿਉਂ? ਕਹਿੰਦੇ ਗੁਰਸਿੱਖ ਕੁਝ ਨਹੀਂ ਕਰਦਾ, ਬਸ ਸ਼ਰਨ 'ਚ ਪਾ ਕੇ ਕਹਿੰਦਾ ਜਿਵੇਂ ਭਾਉਂਦੇ ਮਹਾਰਾਜ ਰੱਖ ਲਓ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਣੀ ਸਿੱਖ ਪੜ੍ਹਦੇ ਆ, ਉਹ ਗੁਰੂ ਦੇ ਚਰਨਾਂ 'ਚ ਪੈ ਕੇ ਕਹਿੰਦਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਆਓ ਅਰਦਾਸ ਕਰੀਏ, ਫਿਰ ਸਮਾਪਤੀ। ਕਿਉਂ? ਇਹ ਸਾਰਾ ਕੁਝ ਤਾਂ ਸਾਡੀ ਝੋਲੀ ਵਿੱਚ ਪੈਣਾ ਜੇ ਆਪਾਂ ਅਰਦਾਸ ਕਰਕੇ ਮੰਗੀਏ। ਅਖੀਰ ਤੇ ਅਰਦਾਸ ਕਰਨੀ ਸਿਖਾਈ ਹੈ। ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਜੀ ਯਾਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ। ਭਾਈ ਸਾਹਿਬ ਜੀ ਦਾ ਧੰਨਵਾਦ, ਸ਼ਬਦ ਦੀ ਸੇਵਾ ਕੀਤੀ। ਆਪ ਸੰਗਤਾਂ ਦਾ ਧੰਨਵਾਦ, ਕਰੋੜਾਂ ਵਾਰ ਸ਼ੁਕਰਾਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ। ਇੱਕ ਵਾਰ ਅਰਦਾਸ ਕਰੋ ਮਿਲ ਕੇ, ਸਾਰੇ ਕਹੀਏ ਪਾਤਸ਼ਾਹ ਨੂੰ। ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਜੀ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ, ਫਿਰ ਸਮਾਪਤੀ ਹੈ ਜੀ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜਿਉਂ ਭਾਵੈ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਸੋਰਠ ਮਹੱਲਾ ਪਹਿਲਾ। ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ।
ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵਾਹੀ, ਘਰ ਅੰਮ੍ਰਿਤ ਘਟ ਮਾਹੀ ਜੀਓ। ਰਹਾਉ ਅਵਗੁਣ ਛੋੜ ਗੁਣਾ ਕੋ ਧਾਵਹੁ, ਕਰ ਅਵਗੁਣ ਪਛੁਤਾਹੀ ਜੀਓ। ਸਾਰੇ ਅਪਸਰ ਕੀ ਸਾਰ ਨ ਜਾਣਾਹੀ, ਫਿਰ ਕੀਚ ਬੁੜਾਹੀ ਜੀਓ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਓ। ਨਿਰਮਲ ਨਾਮ ਜਪਹੁ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸਾਚੁ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ, ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਆਪਣੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਔਰ ਇਸ ਪਾਵਨ ਸਥਾਨ ਤੇ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਕਿਉਂਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਵੀ ਸਿੱਖ ਵਿਰਾਜਮਾਨ ਹੈ, ਉਹਦੀ ਨਿਤਾ ਪ੍ਰਤੀ ਅਰਦਾਸ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਔਰ ਪਾਤਸ਼ਾਹ ਨੇ ਆਪਣੇ ਤੇ ਕਿਰਪਾ ਕੀਤੀ ਹੈ, ਆਪਾਂ ਦਰਸ਼ਨ ਵੀ ਕੀਤੇ ਹਨ, ਇਸ਼ਨਾਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ। ਸਤਿਗੁਰ ਜੀ ਦੀ ਨਿਤਾ ਪ੍ਰਤੀ ਮਰਿਆਦਾ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ,
ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਇਸ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮੇ ਦੀ ਕਥਾ ਵਿਚਾਰ ਸ਼ਰਵਣ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਪਿਛਲੇ 2 ਦਿਨ ਤੋਂ ਸਮੁੱਚੀ ਸਿੱਖ ਕੌਮ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ, ਜਿਨ੍ਹਾਂ ਨੂੰ ਆਪਾਂ ਹਰ ਰੋਜ਼ ਅਰਦਾਸ ਵਿੱਚ ਵੀ ਯਾਦ ਕਰੀਦਾ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ। ਅੱਗੇ ਪੜੀਦਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਪਰਸੋਂ ਤੋਂ ਯਾਦ ਕਰ ਰਹੇ ਹਾਂ। ਅੱਜ ਵੀ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਕੁਝ ਪਲ ਭੇਂਟ ਕਰਨਾ ਹੈ। ਸ਼ਹੀਦਾਂ ਦੀਆਂ ਗਾਥਾਵਾਂ ਯਾਦ ਕਰਨੀਆਂ ਕਿਉਂ ਜ਼ਰੂਰੀ ਹਨ? साथ संगत, शहीद की जो मौत है वो कौम की हयात है। हयात तो हयात है, वो मौत भी हयात है। शहीदां दी मौत भी कौम दी जिंदगी है और शहीद कौम दी जिंद होया करते ने। जिन्हां कौमां विच शहीद पैदा नहीं हुंदे वो कौमां दुनिया दे नक्शे तो मिट जांदियां ने। जिहड़ियां कौमां अपने शहीदां नूं भुल जाण, वो कौमां विच शहीद पैदा होने बंद हो जाते हैं। उन्हां कौमां विच वो जोश, वो ताकत, वो बल, वो शक्ति जिहड़ी शहादत देण लई चाहीदी है, वो शक्ति फिर मुक जाती है। इसलिए साध संगत आपां शहीदां नूं याद करीदा और सतगुरु गुरु ग्रंथ साहिब महाराज जी की पावन बाणी ने इस गल का जिक्र किया है कि जिन्हां दे अंदर सबर है, त्याग है, वो संत और शहीद की डिग्री प्राप्त कर लेंदे ने। हर एक सिख शहीद नहीं हो सकता। तुसीं रोज ही स्कूलों में वेखदे हो, हरेक साल सैकड़े विद्यार्थी स्कूल विचों पास आउट हुंदे ने। एक स्कूल चों सैकड़े विद्यार्थी, दूजे स्कूल चों सैकड़े विद्यार्थी, एक साल विच हज़ारां विद्यार्थी क्लास पास करते हैं। पर हज़ारां ही विद्यार्थी जिहड़े ने वो डॉक्टर नहीं बन सकते, इंजीनियर नहीं हो सकते, IPS नहीं बन सकते। कोई हज़ारां तो बाद एक अद इंजीनियर बनता है, लखां तो बाद कोई एक अद किसी स्कूल चों डॉक्टर निकलता है और लखां की तादाद स्टूडेंटां दी उन्हां विचों कोई एक अद किसी स्कूल विचों IPS बनता है। इदां साध संगत सारे सिख शहीद की डिग्री नहीं लै सकते। शहीद होना, संत होना एक वक्री पढ़ाई है। जिन्हों उत्ते गुरु नदरे अनायत करते हैं, उन्होंने कोलों वो बख्शिशां करके वो पढ़ाई भी कराउंदे ने उन्हां नूं और साध संगत गुरु फिर उन्हां नूं वो डिग्री भी दिंदा है शहीद दी। शहीद दी डेफिनेशन है जिहदे अंदर कोई भरम ना रवे, कोई भय ना रवे, जिहदे अंदर त्याग करन दी समर्था पूरी हो जाए, जिस दे अंदर सबर इन्ना पक जाए कि उहदे सबर नूं कोई खरीद ना सके, उहदा कोई मुल ना ला सके। आम बंदे दे मन विच भरम रहिंदा है भी जे आ कुछ हो गया फिर परिवार दा की बनेगा, बच्चों दा की बनेगा, बाद विच बजुर्ग मां प्यो दा की होएगा। जिहड़े लोग इस भरम विच रहिंदे ने वो भय विच रहिंदे ने और जिस दे अंदर इस गल दा भय है वो कदे शहादत नहीं दे सकदा। जिन्ने शहीद होए ने तुसीं इतिहास पढ़िओ, उन्होंने ये नहीं चित्त विच भरम आया बाद विच बच्चों का की बनेगा, बाद विच मां प्यो का की होएगा। इत्थों तक कि भी मन विच ख्याल नहीं आया कदे कि बाद विच खबरे किसी ने साडी शहादत का मुल पाउणा है कि नहीं पाउणा। असीं तो यही कोई सोची जाने, कौम ने खबरे मुल भी पाउणा कि नहीं पाउणा। शहीद कदे शहादत का मुल नहीं वेख के शहादत दिंदा। शहीद ये भरम नहीं मन विच उहदे हुंदा कि बच्चों का की होएगा बाद विच।
ਬਜ਼ੁਰਗ ਮਾਂ-ਪਿਓ ਦਾ ਕੀ ਹੋਏਗਾ? ਇਹ ਸ਼ਹੀਦ ਦੇ ਅੰਦਰ ਭਰਮ ਨਹੀਂ। ਤਾਈਓ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਉਹਦੇ ਅੰਦਰ ਸਬਰ ਇੰਨਾ ਪੱਕਾ ਹੋ ਗਿਆ, ਉਹਦੇ ਸਿਦਕ ਨੂੰ ਕੋਈ ਬੰਦਾ ਖਰੀਦ ਨਹੀਂ ਸਕਦਾ। ਇਹ ਸ਼ਹੀਦ ਦੀ ਡੈਫੀਨੇਸ਼ਨ ਹੈ। ਔਰ ਸ਼ਹੀਦ ਦੇ ਅੰਦਰ ਨਾ ਭਰਮ ਹੁੰਦਾ ਨਾ ਭੈ ਹੁੰਦਾ। ਫਿਰ ਪਾਤਸ਼ਾਹ ਕੋਲੋਂ ਪੁੱਛੀਏ, ਮਹਾਰਾਜ ਜੀ ਉਹ ਪੜ੍ਹਾਈ ਕਿਹੜੀ ਕਰਦੇ ਨੇ? ਹਜ਼ੂਰ ਨੇ ਕਿ ਉਹਨਾਂ ਦੀ ਪੜ੍ਹਾਈ ਵਿੱਚ ਪਹਿਲਾ ਸਬਜੈਕਟ ਇਹ ਗੁਰੂ ਸ਼ਾਮਲ ਕਰ ਦਿੰਦਾ, ਉਹ ਆਪਣੀ ਸਿਆਣਪ ਛੱਡ ਦਿੰਦੇ ਨੇ। ਅਸੀਂ ਕਹਿੰਦੇ ਅਸੀਂ ਸਿਆਣੇ ਬਹੁਤ ਆ, ਅਸੀਂ ਸੋਚ ਸਮਝ ਕੇ ਚੱਲੀਦਾ। ਜਿਹੜਾ ਸਾਧ ਸੰਗਤ ਨਤੀਜਾ ਸੋਚਣ ਲੱਗ ਜਾਏ ਕਿ ਬਾਅਦ ਚ ਨਤੀਜਾ ਕੀ ਹੋਣਾ, ਉਹ ਸ਼ਹਾਦਤ ਦੇ ਨਹੀਂ ਸਕੇਗਾ। ਜਿਹੜੇ ਲੋਕ ਨਤੀਜੇ ਸੋਚਣ ਲੱਗ ਜਾਣ ਨਾ ਕਿ ਬਾਅਦ ਵਿੱਚ ਨਤੀਜਾ ਕੀ ਨਿਕਲੇਗਾ, ਉਹ ਫਿਰ ਸ਼ਹਾਦਤ ਨਹੀਂ ਦੇ ਸਕਦੇ। ਸ਼ਹਾਦਤ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਨੂੰ ਗੁਰੂ ਪੜ੍ਹਾਈ ਕਰਾਉਂਦਾ, ਉਹ ਸਭ ਤੋਂ ਪਹਿਲਾਂ ਆਪਣੀ ਸਿਆਣਪ ਛੱਡਦਾ। ਉਹਨੂੰ ਇਸ ਗੱਲ ਤੇ ਕੋਈ ਸਿਆਣਪ ਨਹੀਂ ਹੈ ਕਿ ਬਾਅਦ ਵਿੱਚ ਨਤੀਜਾ ਕੀ ਹੋਏਗਾ। ਉਹ ਸਭ ਕੁਝ ਗੁਰੂ ਨੂੰ ਸਮਰਪਣ, ਗੁਰਧਾਮਾਂ ਨੂੰ ਸਮਰਪਣ ਹੋ ਕੇ ਕਰਦਾ। ਇਹ ਨਹੀਂ ਸੋਚਦਾ ਕਿ ਬਾਅਦ ਵਿੱਚ ਮੇਰਾ ਨਤੀਜਾ ਕੀ ਹੋਣਾ। ਇੱਕ ਨੰਬਰ ਤੇ ਉਹ ਸਿਆਣਪ ਛੱਡਦਾ, ਦੋ ਨੰਬਰ ਤੇ ਗੁਰੂ ਉਹਦੀ ਰਸਨਾ ਉੱਤੇ ਆਪੇ ਹੀ ਚਲਾ ਦਿੰਦਾ। ਉਹ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਅੱਠੇ ਪਹਿਰ ਸਿਮਰਨ ਕਰਨ ਲੱਗ ਪੈਂਦਾ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਸੀਂ ਕਈ ਵਾਰ ਸੁਣਿਆ ਹੋਵੇਗਾ, ਜਿਨ੍ਹਾਂ ਨੇ ਸ਼ਹਾਦਤ ਦਿੱਤੀ 100 ਜਪਜੀ ਸਾਹਿਬ ਦੇ ਪਾਠ ਦਾ ਨਿਤਨੇਮ ਹੈ। 100 ਜਪਜੀ ਸਾਹਿਬ ਦਾ ਪਾਠ ਇੱਕ ਦਿਨ ਦਾ ਨਿਤਨੇਮ ਸੀ ਉਹਨਾਂ ਦਾ। ਤੇ ਆਪਣੇ ਮਨਾਂ 'ਚ ਹੱਥ ਮਾਰੀਏ, ਆਪਾਂ ਸਾਰੇ ਵੀ ਚਾਹਰ ਕਰੀਏ। ਮੈਂ ਵੀ ਕਈ ਵਾਰ ਸੋਚਦਾ ਹਾਂ ਮਨਾਂ ਆਪਣਾ ਤਾਂ ਪੂਰੇ ਦਿਨ ਵਿੱਚ ਕਈ ਵਾਰ ਇੱਕ ਜਪਜੀ ਸਾਹਿਬ ਪੂਰਾ ਨਹੀਂ ਹੁੰਦਾ। ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੇ ਦਿਨ ਵਿੱਚ 100 ਜਪਜੀ ਸਾਹਿਬ ਦੇ ਪਾਠ ਕੀਤੇ। ਸਾਡਾ ਤਾਂ ਇੱਕ ਨਿਤਨੇਮ ਨਹੀਂ ਪੂਰਾ ਹੋ ਰਿਹਾ ਪੂਰੇ ਦਿਨ 'ਚ। ਉਹ ਵੀ ਪਤਾ ਨਹੀਂ ਕਿੰਨੇ ਮਹੀਨੇ ਕਿੰਨੇ ਸਾਲਾਂ ਦਾ ਜੇ ਅੱਧ ਵਿਚਕਾਰ ਅਧੂਰਾ ਪਿਆ। ਤੁਸੀਂ ਗਿਣਤੀ ਕਰਕੇ ਵੇਖਿਓ, ਕਦੇ ਕੋਈ ਬਾਣੀ ਦਾ ਪਾਠ ਰਹਿ ਗਿਆ, ਕਦੇ ਕੋਈ ਬਾਣੀ ਦਾ ਪਾਠ ਅਧੂਰਾ ਰਹਿ ਗਿਆ। ਸਾਡਾ ਤਾਂ ਪੂਰਾ ਨਹੀਂ ਨਿਤਨੇਮ ਹੋ ਰਿਹਾ। ਸ਼ਹਾਦਤ ਦੇਣ ਵਾਲਿਆਂ ਦੀ ਬੰਦਗੀ ਬਹੁਤ ਹੈ, ਉਹਨਾਂ ਤੋਂ ਗੁਰੂ ਕਰਵਾਉਂਦਾ ਹੈ, ਫਿਰ ਆਪ ਨਹੀਂ ਉਹ ਕਰਦੇ। ਉਹਨਾਂ ਦੀ ਰਸਨਾ ਤੇ ਹਰ ਵਕਤ ਸਿਮਰਨ ਚੱਲ ਪੈਂਦਾ। 3 ਨੰਬਰ ਤੇ ਉਹਨੂੰ ਗੁਰੂ ਪੜ੍ਹਾਈ ਕਰਾਉਂਦਾ, ਆਸ ਗੁਰੂ ਤੇ ਰੱਖਦਾ, ਬੰਦਿਆਂ ਤੇ ਆਸ ਨਹੀਂ ਰੱਖਦਾ। ਬਾਅਦ ਵਿੱਚ ਮੇਰੇ ਬੱਚਿਆਂ ਨੂੰ ਕੌਮ ਸੰਭਾਲੇਗੀ ਜਾਂ ਨਹੀਂ ਸੰਭਾਲੇਗੀ, ਕੋਈ ਬੰਦਾ ਮੈਨੂੰ ਕੀ ਦਹੇਗਾ, ਇਹ ਆਸ ਉਹਦੀ ਬੰਦਿਆਂ ਤੇ ਨਹੀਂ ਹੁੰਦੀ। ਕਿਉਂਕਿ ਬੰਦਿਆਂ ਤੇ ਰੱਖੀ ਹੋਈ ਆਸ ਟੁੱਟ ਜਾਂਦੀ ਹੈ, ਬੰਦਿਆਂ ਤੇ ਰੱਖੀ ਹੋਈ ਆਸ ਅਧੂਰੀ ਹੋ ਜਾਂਦੀ ਹੈ ਜਦੋਂ ਉਹ ਸ਼ਹਾਦਤ ਦੇਣ ਵਾਲਾ ਗੁਰੂ ਉਤੋਂ ਪੜ੍ਹਾਈ ਕਰਾਉਂਦਾ। ਉਹਦੀ ਪੜ੍ਹਾਈ ਵਿੱਚ ਚੌਥਾ ਸਬਜੈਕਟ ਸ਼ਾਮਲ ਹੁੰਦਾ, ਉਹ ਆਸ ਆਪਣੇ ਗੁਰੂ ਤੇ ਰੱਖਦਾ, ਕਿਸੇ ਬੰਦੇ ਤੇ ਨਹੀਂ। ਉਹ ਆਪਣੇ ਪਰਿਵਾਰ ਬੱਚਿਆਂ ਦਾ ਹੱਥ ਆਪਣੇ ਗੁਰੂ ਨੂੰ ਫੜਾ ਕੇ ਜਾਂਦਾ, ਕਿਸੇ ਬੰਦਿਆਂ ਨੂੰ ਨਹੀਂ ਫੜਾਉਂਦਾ ਕਦੇ। ਔਰ 5ਵਾਂ ਉਹਦਾ ਸਬਜੈਕਟ ਗੁਰੂ ਉੱਤੇ ਕਿਰਪਾ ਬਖਸ਼ਿਸ਼ ਕਰਦਾ। ਇਹ ਸ਼ਹਾਦਤ ਦੇਣ ਵਾਲੇ ਸ਼ਹੀਦ ਦੀ ਡੈਫੀਨੇਸ਼ਨ ਹੈ। ਸਾਧ ਸੰਗਤ ਉਹ ਆਸ ਗੁਰੂ ਤੇ ਰੱਖ ਕੇ ਚੱਲਦਾ। ਔਰ ਫਿਰ ਕਮਾਲ ਦੀ ਗੱਲ, ਉਹਦੇ ਅੰਦਰੋਂ ਗੁਰੂ ਭਰਮ ਤੇ ਭੈ ਦੋ ਚੀਜ਼ਾਂ ਦਾ ਨਾਸ਼ ਕਰ ਦਿੰਦਾ। ਜੇ ਉਹ ਇਹ 4 ਡਿਗਰੀਆਂ ਪੜ੍ਹਦਾ, 5 ਨੰਬਰ ਤੇ ਉਹਦੇ ਅੰਦਰੋਂ ਭਰਮ ਤੇ ਭੈ ਦੋਏ ਚੀਜ਼ਾਂ ਮੁੱਕ ਜਾਂਦੀਆਂ ਨੇ। ਨਾ ਉਹ ਭਰਮ ਵਿੱਚ ਹੁੰਦਾ ਨਾ ਉਹ ਭੈ ਵਿੱਚ ਹੁੰਦਾ। ਇੱਕੋ ਹੀ ਸ਼ਲੋਕ ਵਿੱਚ ਤੁਹਾਨੂੰ ਜਵਾਬ ਮਿਲ ਜਾਣਾ, ਤੁਸੀਂ ਪੜ੍ਹਦੇ ਰਹਿੰਦੇ ਹੋ। ਉਹਦੇ ਵਿੱਚ ਪਾਤਸ਼ਾਹ ਨੇ ਕਿਹਾ, ਆਹ ਸ਼ਹੀਦ ਦੀ ਪੜ੍ਹਾਈ ਸਮਝੋ। ਕਿਹੜੀ? ਸਹਿਬ ਕਹਿੰਦੇ, ਤਜੋ ਸਿਆਣਪ ਸੁਰਜਨੋ, ਪੜੋ ਤਜੋ ਸਿਆਣਪ ਸੁਰਜਨ, ਗੱਜ ਕੇ ਤਜੋ ਸਿਆਣਪ ਸੁਰਜਨੋ, ਤਜੋ ਸਿਆਣਪ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੇ, ਨਾਨਕ ਦੁਖ ਪਰਮ ਪਉ ਜਾਏ। ਇੱਕ ਆਸ ਮਨ ਚ ਰੱਖਦੇ ਨੇ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ। ਇਹ ਸ਼ਹੀਦ ਦੀ ਪਰਿਭਾਸ਼ਾ ਹੈ। ਗੁਰੂ ਉਹਨੂੰ ਆਸ ਇੱਕ ਤੇ ਬੰਨ ਦਿੰਦਾ, ਉਹ ਬੰਦਿਆਂ ਤੇ ਆਸ ਨਹੀਂ ਰੱਖਦਾ, ਸਿਆਣਪ ਛੱਡ ਦਿੰਦਾ,
हर वक्त सिमरन चल पैंदा है, गुरु उहदे अंदरों भै ते भरम दूर कर दिंदा। इहो भाई गुरदास साहब ने कहा, साबर सिदक शहीद भरम पौ खोबना। ਉਹਦੇ ਅੰਦਰ ਭਰਮ ਨਹੀਂ ਰਹਿੰਦਾ, ਬਾਅਦ ਵਿੱਚ ਕੀ ਬਣੇਗਾ। ਜਦੋਂ ਸੱਤਾ ਸ਼੍ਰੀ ਨਨਕਾਣਾ ਸਾਹਿਬ ਵਰਤਿਆ, ਇਹ ਤੋਂ ਪਹਿਲਾਂ ਸਾਧ ਸੰਗਤ ਗੁਰਸਿੱਖਾਂ ਨੇ ਪਿੰਡ ਪਿੰਡ ਘੁੰਮ ਕੇ ਲੋਕਾਂ ਨੂੰ ਸੁਚੇਤ ਕੀਤਾ, ਭਾਈ ਆਓ ਨਨਕਾਣਾ ਸਾਹਿਬ ਯਾਦ ਕਰਾਉਣੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਸਥਾਨ ਤੇ ਆ ਕੁਝ ਮਹੰਤ ਨਰੈਣੂ ਕੋ ਕਰਮ ਕਰਨ ਲੱਗ ਪਏ। ਜਦੋਂ ਆ ਕੇ ਉਸ ਜੱਜ ਨੇ ਧਾ ਮਾਰ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਕਿਹਾ ਸੀ, ਉਹ ਸਿੱਖੋ, ਉਹ ਖਾਲਸਿਓ, ਕਾਲੀਓ, ਤੁਸੀਂ ਡੁੱਬ ਗਏ ਹੋ। ਕਿਉਂ? ਜਿਸ ਦਰ ਉੱਤੇ ਬੱਚੀਆਂ ਦੀ ਇੱਜ਼ਤ ਮਹਿਫੂਜ਼ ਹੁੰਦੀ ਸੀ, ਅੱਜ ਉਸ ਦਰ ਉੱਤੇ ਮੇਰੀ ਬੱਚੀ ਦੀ ਅਜ਼ਮਤ ਲੁੱਟੀ ਗਈ ਹੈ। ਅੱਜ ਉਸ ਦਰ ਉੱਤੇ ਮੇਰੀ ਬੱਚੀ ਦੀ ਆਬਰੂ ਲੁੱਟੀ ਗਈ ਹੈ। ਕਿਸੇ ਨੇ ਮੇਰੀ ਗੱਲ ਨਨਕਾਣਾ ਸਾਹਿਬ ਸੁਣੀ ਨਹੀਂ। ਜਦੋਂ ਨੇ ਧਾ ਮਾਰੀ, ਫਿਰ ਲక్ష్మణ ਸਿੰਘ ਧਾਰੋਵਾਲੀਏ, ਸਰਦਾਰ ਕਰਤਾਰ ਸਿੰਘ ਚੱਬਰ, ਇਨੀ ਜਥੇ ਬਣਾ ਕੇ ਪਿੰਡ ਪਿੰਡ ਲੋਕਾਂ ਨੂੰ ਸੁਚੇਤ ਕੀਤਾ, ਭਾਈ ਆ ਕੁਝ ਨਨਕਾਣਾ ਸਾਹਿਬ ਹੋ ਰਿਹਾ। ਔਰ ਜਿਹੜੇ ਪਿੰਡ ਜਾ ਕੇ ਤਾਕੀਦ ਕਰਦੇ ਸੀ ਨਾ, ਉੱਥੇ ਇੱਕ ਕਾਗਜ਼ ਹੱਥ ਵਿੱਚ ਲੈ ਕੇ ਨਾਲ ਲਿਖਦੇ ਸੀ, ਭਾਈ ਨਨਕਾਣਾ ਸਾਹਿਬ ਨੂੰ ਯਾਦ ਕਰਾਉਣ ਲਈ ਸ਼ਹੀਦਾਂ ਦੀ ਲਿਸਟ ਬਣ ਰਹੀ ਹੈ, ਜਿਹਨੇ ਸ਼ਹਾਦਤ ਦੇਣੀ ਉਹ ਆਪਣਾ ਨਾਮ ਲਿਖਾਓ। ਕਿਸੇ ਪਿੰਡ ਚੋਂ ਇੱਕ ਬੰਦਾ, ਕਿਸੇ ਚੋਂ ਦੋ ਬੰਦੇ, ਕਈ ਪਿੰਡ ਸਲਾਮਾਂ ਕਰਦੇ ਵੀ ਰਹਿ ਗਏ। ਉਹਨੇ ਅਗਲੇ ਪਿੰਡ ਚਲੇ ਜਾਣਾ, ਉੱਥੇ ਲੋਕਾਂ ਨੂੰ ਇਕੱਠੇ ਕਰਕੇ ਤਾਕੀਦ ਕਰਨੀ। ਹਰ ਪਿੰਡ ਤੋਂ ਲਿਸਟ ਬਣ ਰਹੀ ਸੀ। ਕਿਸੇ ਪਿੰਡੋਂ ਇੱਕ, ਕਿਸੇ ਪਿੰਡੋਂ ਦੋ ਬੰਦੇ ਬੀਬੀਆਂ ਸ਼ਹਾਦਤ ਦੇਣ ਲਈ ਨਾਮ ਲਿਖਾ ਰਹੇ ਸੀ। ਸਰਦਾਰ ਲక్ష్మణ ਸਿੰਘ ਧਾਰੋਵਾਲ ਅੱਜ ਤਾਕੀਦ ਕਰਦਿਆਂ ਕਰਦਿਆਂ ਇੱਕ ਪਿੰਡ ਗਏ ਨੇ, ਉਹ ਪਿੰਡ ਦਾ ਨਾਮ ਜਰਗ ਹੈ ਇਤਿਹਾਸ ਵਿੱਚ। ਜਰਗ ਜਾ ਕੇ ਜਦੋਂ ਤਾਕੀਦ ਕੀਤੀ, ਉਸ ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕਰਕੇ, ਇੱਕ ਪਾਸੇ ਬੀਬੀਆਂ ਬੈਠੀਆਂ ਨੇ, ਇੱਕ ਪਾਸੇ ਬੰਦੇ, ਤਾਕੀਦ ਕਰਕੇ ਕਿਹਾ, ਭਾਈ ਆਹ ਕੁਝ ਨਨਕਾਣਾ ਸਾਹਿਬ ਹੋ ਰਿਹਾ ਹੈ, ਆਓ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਥਾਨ ਨੂੰ ਯਾਦ ਕਰਾਈਏ। ਜਿਹਨੇ ਸ਼ਹਾਦਤ ਦੇਣੀ, ਭਾਈ ਸ਼ਹੀਦਾਂ ਦੀ ਲਿਸਟ ਬਣ ਰਹੀ ਹੈ, ਆਪੋ ਆਪਣਾ ਨਾਮ ਲਿਖਾਓ। ਉਸ ਪਿੰਡ ਵਿੱਚ ਇੱਕ ਫੌਜੀ ਰਹਿੰਦਾ, ਸਰਦਾਰ ਕੇਰ ਸਿੰਘ। ਇਹ ਅੰਗਰੇਜ਼ਾਂ ਦੀ ਫੌਜ ਚੋਂ ਆਇਆ, ਦਲੇਰ ਬੜਾ। ਫੌਜੀ ਵੈਸੇ ਵੀ ਦਲੇਰ ਹੁੰਦੇ ਨੇ, ਪਰ ਜਵਾਨੀ ਵਿੱਚ ਇਹਦੇ ਘਰ ਵਾਲੀ ਚੜ੍ਹਾਈ ਕਰ ਗਈ ਹੈ। ਇਹਦਾ ਛੋਟਾ ਜਿਹਾ ਬੱਚਾ ਇਹਦੀ ਮਾਂ ਨੇ ਪਾਲਿਆ। ਸਾਧ ਸੰਗਤ, ਜਦੋਂ ਦਾਦੀ ਮਾਂ ਤੋਂ ਬਗੈਰ ਉਹ ਬੱਚੇ ਨੂੰ ਦਾਦੀ ਪਾਲ ਰਹੀ ਸੀ, ਉਹਨੇ ਰੋਜ਼ ਰਾਤ ਨੂੰ ਆਪਣੇ ਨਾਲ ਸੁਣਾਉਣ ਲੱਗਿਆ ਕੋਈ ਕਥਾ ਸੁਣਾਉਣੀ, ਰੋਜ਼ ਸੁਣਾਉਣਾ, ਆ ਪੁੱਤ ਮੈਂ ਤੈਨੂੰ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਦੀ ਕਥਾ ਸੁਣਾਵਾਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦੀ ਕਥਾ ਸੁਣਾਵਾਂ। ਕਦੇ ਗੁਰੂ ਅਰਜਨ ਦੇਵ ਮਹਾਰਾਜ ਦੀ ਸਾਖੀ ਸੁਣਾਉਣੀ, ਕਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸੁਣਾਉਣੀ। ਕਈ ਵਾਰ ਇਹ ਬੱਚੇ ਨੇ ਸੁਣ ਸੁਣ ਕੇ ਦਾਦੀ ਨੂੰ ਸੁਣਦਿਆਂ ਸੁਣਦਿਆਂ ਕਹਿ ਦੇਣਾ, ਦਾਦੀ ਮਾਂ ਮੈਂ ਵੀ ਸ਼ਹੀਦ ਹੋਣਾ। ਦਾਦੀ ਨੇ ਮੂੰਹ ਤੇ ਹੱਥ ਰੱਖ ਦੇਣਾ, ਨਾ ਪੁੱਤ, ਸ਼ਹੀਦ ਤਾਂ ਤਕੜੇ ਹੁੰਦੇ ਨੇ। ਪੁੱਤ ਤੂੰ ਤਾਂ ਜੇ ਬੱਚਾ ਜਿਹਾ ਛੋਟਾ ਜਿਹਾ, ਪੁੱਤ ਸ਼ਹੀਦ ਤਾਂ ਤਕੜੇ ਹੋ ਕੇ ਹੋਈ ਦੇ, ਤੂੰ ਤੇ ਬੱਚਾ ਹੈ। ਸਾਧ ਸੰਗਤ ਦੀ 11 ਸਾਲ ਦੀ ਉਮਰ ਹੋ ਗਈ। ਅੱਜ ਉਹ ਪਿੰਡ ਵਿੱਚ ਤਾਕੀਦ ਕਰ ਰਹੇ ਨੇ ਲక్ష్మణ ਸਿੰਘ ਧਾਰੋਵਾਲ। ਸਾਧ ਸੰਗਤ, ਜਦੋਂ ਅਖੀਰ ਤੇ ਕਿਹਾ ਭਾਈ ਸ਼ਹੀਦਾਂ ਦੀ ਲਿਸਟ ਬਣਨੀ ਹੈ, ਨਾਮ ਲਿਖਾਓ, ਬੰਦਿਆਂ ਵੱਲੋਂ ਉਹ ਫੌਜੀ ਸਰਦਾਰ ਕੇਰ ਸਿੰਘ ਨੇ ਹੱਥ ਖੜਾ ਕੀਤਾ, ਜੀ ਮੇਰਾ ਨਾਮ ਲਿਖੋ ਸਰਦਾਰ ਕੇਰ ਸਿੰਘ, ਮੇਰਾ ਨਾਮ ਲਿਖੋ ਸ਼ਹੀਦਾਂ ਦੀ ਲਿਸਟ ਵਿੱਚ, ਸਰਦਾਰ ਕੇਰ ਸਿੰਘ ਫੌਜੀ ਮੇਰਾ ਨਾਮ ਲਿਖੋ। ਬੰਦਿਆਂ ਵੱਲੋਂ ਸਰਦਾਰ ਕੇਰ ਸਿੰਘ ਬੋਲਿਆ, ਬੀਬੀਆਂ ਵੱਲੋਂ ਦਾਦੀ ਦੀ ਗੋਦ 'ਚ ਬੈਠਾ 11 ਸਾਲ ਦਾ ਬੱਚਾ ਬੋਲ ਪਿਆ, ਉੱਠ ਕੇ ਖੜਾ ਹੋ ਕੇ ਹੱਥ ਖੜਾ ਕਰਕੇ, ਮੇਰਾ ਨਾਮ ਲਿਖੋ ਜੀ ਸ਼ਹੀਦਾਂ ਦੀ ਲਿਸਟ ਵਿੱਚ, ਦਰਬਾਰਾ ਸਿੰਘ ਪੁੱਤਰ ਸਰਦਾਰ ਕੇਰ ਸਿੰਘ। ਬੀਬੀਆਂ ਨੇ ਫੜ ਕੇ ਬਿਠਾ ਲਿਆ, ਬੇਟਾ ਤੂੰ ਛੋਟਾ ਹੈ, ਉੱਥੇ ਤੇ ਵੱਡਿਆਂ ਨੇ ਜਾਣਾ, ਗੁਰਦੁਆਰਾ ਸਾਹਿਬ ਯਾਦ ਕਰਾਉਣ ਜਾਣਾ, ਵੱਡਿਆਂ ਨੇ ਜਾਣਾ, ਤੂੰ ਛੋਟਾ ਹੈ। ਉਹਨੇ ਜਿੱਦ ਕਰਕੇ ਕਿਹਾ, ਨਹੀਂ ਮੈਂ ਵੀ ਸ਼ਹੀਦ ਹੋਣਾ, ਮੈਂ ਵੀ ਸ਼ਹੀਦ ਹੋਣਾ। ਬੰਦਿਆਂ ਵੱਲੋਂ ਉੱਠ ਕੇ ਸਰਦਾਰ ਕੇਰ ਸਿੰਘ ਆਪਣੇ ਪੁੱਤਰ ਕੋਲ ਗਿਆ, ਪਿਆਰ ਨਾਲ ਕਿਹਾ, ਬੇਟਾ ਉੱਥੇ ਵੱਡਿਆਂ ਨੇ ਜਾਣਾ। ਤੇ ਜਿਹੜੀ ਗੱਲ ਫਿਰ ਉਸ ਬੱਚੇ ਨੇ ਕਹੀ, ਸਭ ਦੇ ਮੂੰਹ ਤੇ ਤਾਲਾ ਲੱਗ ਗਿਆ। ਉਹ 11 ਸਾਲ ਦਾ ਦਰਬਾਰਾ ਸਿੰਘ ਬੋਲਿਆ, ਕਹਿੰਦਾ ਤੁਸੀਂ ਕਹਿੰਦੇ ਹੋ ਵੱਡਿਆਂ ਨੇ ਜਾਣਾ, ਮੈਂ ਛੋਟਾ ਆ, ਮੈਂ ਸ਼ਹੀਦ ਨਹੀਂ ਹੋ ਸਕਦਾ। ਮੇਰੀ ਉਮਰ ਤਾਂ 11 ਸਾਲ ਦੀ ਹੈ, ਜੇ ਪੌਣੇ 7 ਸਾਲ ਦੇ ਬਾਬਾ ਫਤਿਹ ਸਿੰਘ ਸ਼ਹੀਦ ਹੋ ਸਕਦੇ ਨੇ, ਮੈਂ ਕਿਉਂ ਨਹੀਂ ਹੋ ਸਕਦਾ? ਜੇ 9 ਸਾਲ ਦੀ ਉਮਰ ਦੇ ਬਾਬਾ ਜ਼ੋਰਾਵਰ ਸਿੰਘ ਸ਼ਹੀਦ ਨੇ, ਮੈਂ ਕਿਉਂ ਨਹੀਂ ਹੋ ਸਕਦਾ? ਮੇਰੀ ਤਾਂ ਉਮਰ 11 ਸਾਲ ਦੀ ਹੈ। ਕਹਿੰਦੇ ਨੇ ਫਿਰ ਸਭ ਦੀ ਜ਼ੁਬਾਨ ਚੁੱਪ ਹੋ ਗਈ। ਸਰਦਾਰ ਲక్ష్మణ ਸਿੰਘ ਧਾਰੋਵਾਲ ਨੇ ਕਿਹਾ, ਸਰਦਾਰ ਕੇਰ ਸਿੰਘ ਜੀ ਸੋਚ ਲਓ, ਇਹ ਫੈਸਲਾ ਹੁਣ ਤੁਹਾਡੇ ਤੇ ਹੈ। ਪਿਓ ਨੇ ਮਨ ਨੂੰ ਜਿਗਰਾ ਬੰਨ ਕੇ ਗੱਲ ਕਹੀ,
जे मेरा पुत कलगीधर पातशाह दी इस सेवा विच गुरु नानक साहब दे चरनां शहादत देनी चाहुंदा है, मैं कौन हुंदा रोकण वाला। चल पुत्र, उस वक्त कहा जहेदार जी नाम लिखो मेरे पुत्र दा। अज प्यो ने अपना नाम लिखाया अपने पुत दा। और देखो जिहड़ा शहीद होण चला एक बार भी मन च भरम नहीं आया मगर बुढ़ी मां दा की बनेगा। मैं भी शहीद होने जा रहे हैं, मेरा पुत भी शहीद होने जा रहे हैं, 11 साल का पुत्रा शहीद होने चले, बुढ़ड़ी मां का की बनेगा। यह भरम नहीं मन विच आया, क्योंकि शहीदां दे मन च भरम नहीं हुंदा कदे। बाद विच की बनेगा ये नहीं सोचते। चल पिया जथा पहुंच गया उत्थे। तुसीं सब कुछ सुनिया। जदों महंत दे गुंडियां ने वट टुक शुरू कर दी, गुरु दे सिख बैठे कीर्तन सुनदियां ते बाहर होए, लत्तां बाहां सिर वढ़ने शुरू कर दिते, खोपड़ियां लथण लग पईयां, वढ़ टुक शुरू होई। दो सिखां ने उह बच्चे नूं चुक के ननकाणा साहब अंदर एक लक्कड़ दी अलमारी च बंद कर दिता। मैं उह अलमारी दे दर्शन कीते ने, उस तरीके नाल उन्हां संभालिया। तुसीं भी जांदे रहिंदे हो। साध संगत, उस वक्त जदों सरदार लक्ष्मण सिंह धारोवाल ने फैसला किया, सिखां ने आपस में, भावें सिखां कोल भी 3-3 फुटियां किरपानां सी, पर जवाबी कार्रवाई जवाब नहीं दिता। पता क्यों? एक आपस में सलाह की सी, इस दर उत्ते महंत नरैणू दे कुकर्मा करके लगा दाग धोण लई शहीदां नूं अपनी रत बहाउणी पएगी, पर असीं जवाबी कार्रवाई मोहरियों जवाब नहीं देना। क्यों? महंत दे गुंडियां दा ओह गंदा खून मेरे गुरु नानक दे पवित्र स्थान ते नहीं डुलना चाहिए। अपवित्र बंदियां दा लोह नहीं इत्थे डुलना चाहिए। इसलिए जवाब विच कुछ नहीं, सिर्फ शहादत देण गए ने। अज साध संगत बट टुक शुरू हो गई। जदों टोटे कर दिते, तबिया बैठे सरदार लक्ष्मण सिंह नूं गोली लगी, खिंच के लै गए, जंड नाल बंध के साड़ दिता। अंदर सफाई करन लग पए, पता ही ना लगे सिखां नूं किन्ने बंदे वड्डे ने। कल तुसीं ज्ञानी जी तो सुने 119 खोपरियां अंदरों मिलियां ने, बाद में जदों दरवाजे खुले, और 7 खोपरियां साध संगत बाहरों पटियारियां दीयां पट्ठियां तो मिलियां। 127 खोपरियां, 10-10 टोकरे हड्डियां लोथां दे, 3 टोकरे छोटे छोटे टुकड़े मासां दे। वो जदों सब कोई कढ़ के बाहर सिखां दे साध संगत वो जगह उत्ते जिथे चिखा बनी हुई, अज उत्थे गुरु ग्रंथ साहिब जी का प्रकाश है। वो जगह उत्ते बिल्कुल जंड दे सज्जे हत्थ है। जदों उत्थे सब कुछ महंत दे गुंडियां ने अध कट्टियां लाशां बाहर सुट के मिट्टी दे तेल दे पीपे पा के साड़ने शुरू किए। इन्ने नूं लक्कड़ दी अलमारी खड़क रही सी। किसी ने कहा वो अलमारी खड़क रही है। महंत दे वो नरैणू दे गुंडियां ने जदों अलमारी खोली, विचों 11 साल का बच्चा पसीनों पसीनी होया, भभूके की तरह अलमारी चों निकलिया। ओदी जबान तो इक्को ही रटन हो रहा सी, मैं भी शहीद होने, मैं भी बापू नाल शहीद होने, मैं भी बापू नाल शहीद होने। भजदे नूं गुंडियां ने उस वक्त दरबार चों पकड़िया। बाहर जिथे मिट्टी दे तेल दे पीपे पा के सिखां दीयां लोथां साड़ियां जा रही सी, बल दी चिखा विच जालमां जिउंदा सुट दिता। उच्चियां उच्चियां लटदियां होईयां ओ अग दे भांबड़ विच आवाज आउंदी रही, मैं भी शहीद होने, मैं भी शहीद होने। जिन्नी देर शहीद ना हो गया उन्नी देर आवाज आउंदी रही, मैं भी शहीद होना। सब तो छोटी उम्र का 11 साल का दरबारा सिंह सबका ननकाणा साहब दे शहीदां में शहीद होया। और साध संगत अज दा दिन वो दिन है जिदन फिर वो जगह उत्ते उन्हां खोपरियां दा उस सिखां दे शरीर दे टोटे जिहड़े बचे सन अध सड़ियां लाशां, उन्हां दा संस्कार कीता कौम ने। परसों 21 नूं साका वरतदा, 22 उसे शाम महंत नरैणू भज जांदा है और हुकूमत वालों अंग्रेजी हुकूमत वालों सिखां दे हवाले चाबियां कर दित्तियां गईयां। 22 तरीक नूं संगत इधरों उधरों पहुंचनी शुरू हो गई। 23 तरीक नूं सवेर तो लैके अज दे दिन शाम तक लोग पता अपने अपने दीयां लाशां पछाणदे सी। कित्थों? हथ दे टुकड़ियां। कोई हत्थां तो पछाण करदा है, कोई खोपरियां तो पछाण करदा है, कोई पैरों की निशानी वेखदा है। ये साडा भी शहीद होना आया सी, साडा भी शहीद होना आया सी। हैरानी की हद ना रही। वो बुढ़ड़ी माई जरग तो आके वह भी पछाण रही है। लोकां नूं कहंदी है, वे वेख्यो छोटियां छोटियां उंगलियां वाला कोई हथ लभ्या, मैनू दे दिओ, मेरा पोता भी शहीद होना आया सी। छोटियां छोटियां उंगलियां वाला जे हथ लभ्या तां मैनू दस दिओ, मेरा पोतरा भी शहीद होना आया सी।
ਉਹਨੂੰ ਕੌਣ ਦੱਸੇ ਮਾਈ, ਤੇਰੇ ਪੋਤਰੇ ਦਾ ਕੋਈ ਅੰਗ ਨਹੀਂ ਮਿਲਣਾ, ਜ਼ਾਲਮਾਂ ਨੇ ਜਿਉਂਦਾ ਚੁੱਕ ਕੇ ਚਿਖਾ ਵਿਸਾੜ ਦਿੱਤਾ ਹੈ। ਸਾਧ ਸੰਗਤ, ਉਹ ਦਾਦੀ ਵੀ ਆਪਣੇ ਪੋਤੇ ਦੀ ਨਿਸ਼ਾਨੀ ਲੱਭਦੀ ਰਹੀ। ਅੱਜ ਦੇ ਦਿਨ ਉਹਨਾਂ ਮਹਾਨ ਸ਼ਹੀਦਾਂ ਦਾ ਸੰਸਕਾਰ ਹੋਇਆ। ਬਲ ਦੀ ਚਿਖਾ ਕੋਲ ਉਸ ਵਕਤ ਕੋਈ 32 ਮਸ਼ਾਲਾਂ ਨਹੀਂ ਲਾਈਆਂ ਗਈਆਂ। ਬਲ ਦੀ ਚਿਖਾ ਕੋਲ ਬਹਿ ਕੇ ਉਸ ਵਕਤ ਪੰਥ ਨੇ, ਸਿੱਖਾਂ ਨੇ ਫੈਸਲਾ ਕੀਤਾ, ਗੁਰਦੁਆਰਿਆਂ ਦਾ ਪ੍ਰਬੰਧ ਕਿਹਨਾਂ ਦੇ ਹੱਥ ਹੋਣਾ ਚਾਹੀਦਾ ਹੈ। ਉਹ ਸਿੱਖ ਅੰਮ੍ਰਿਤਧਾਰੀ ਹੋਣ, ਬਾਣੀ ਬਾਣੇ ਦੇ ਧਾਰਨੀ ਹੋਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕੀਦਾ ਰੱਖਣ ਵਾਲੇ ਹੋਣ। ਉਸ ਵਕਤ ਉੱਥੇ ਬਹਿ ਕੇ ਪ੍ਰਬੰਧ ਤਿਆਰ ਕੀਤਾ ਗਿਆ, ਕਿਹੋ ਜਿਹੇ ਪ੍ਰਬੰਧਕ ਹੋਣੇ ਚਾਹੀਦੇ ਨੇ। ਔਰ ਸਾਧ ਸੰਗਤ, ਉਹ ਚਿਖਾ ਦੇ ਕੋਲ ਬਹਿ ਕੇ ਉਦਣ ਗੁਰਦੁਆਰਿਆਂ ਦਾ ਪ੍ਰਬੰਧ ਘੜਿਆ ਗਿਆ। ਇੱਕ ਬੇਨਤੀ ਸਮਝਿਓ, ਉਸ ਦਿਨ ਸਿੱਖਾਂ ਨੇ ਕਾਲੀਆਂ ਪੱਗਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ। ਉਸ ਤੋਂ ਪਹਿਲਾਂ ਕਾਲੀਆਂ ਪੱਗਾਂ ਦਾ ਰਿਵਾਜ ਨਹੀਂ ਸੀ, ਉਦੋਂ ਤੋਂ ਕਾਲੀਆਂ ਦਸਤਾਰਾਂ ਸ਼ੁਰੂ ਹੋਈਆਂ। ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ। ਸਾਧ ਸੰਗਤ, ਆਪਾਂ ਸ਼ਹਾਦਤ ਨਹੀਂ ਦੇ ਸਕਦੇ, ਗੱਲਾਂ ਕਰਨੀਆਂ ਸੌਖੀਆਂ ਨੇ। ਸੱਜਣੋ, ਸ਼ਹੀਦ ਹੋਣਾ ਬਹੁਤ ਔਖਾ ਹੈ। ਬਸ ਇੰਨਾ ਕੁ ਜ਼ਰੂਰ ਕਰੀਏ, ਉਹਨਾਂ ਸ਼ਹੀਦਾਂ ਦੇ ਚਰਨਾਂ ਤੋਂ ਕੁਰਬਾਨ ਜਾ ਕੇ ਉਹਨਾਂ ਗੁਰਸਿੱਖਾਂ ਨੂੰ ਅੱਜ ਨਮਸਕਾਰ ਕਰੀਏ। ਉਹਨਾਂ ਦੀ ਚਰਨ ਧੂੜ ਕਿਤੇ ਸਾਨੂੰ ਵੀ ਪ੍ਰਾਪਤ ਹੋਵੇ। ਇਹ ਜੀਵਨ ਸਿੱਖੀ ਬਾਣੇ ਵਿੱਚ ਸਾਡਾ ਨਿਭ ਜਾਏ। ਇੱਕ ਵਾਰ ਜਿੰਨੇ ਤੁਸੀਂ ਸੁਣ ਰਹੇ ਹੋ ਜਾਂ ਦੂਰ ਦਰੇਡੇ ਬਾਹਰ ਵਿਦੇਸ਼ਾਂ 'ਚ ਬੈਠੇ ਹੋ, ਆਓ ਉਹਨਾਂ ਦੇ ਚਰਨਾਂ ਦਾ ਧਿਆਨ ਕਰੋ, ਸ਼ਹੀਦਾਂ ਦਾ। ਆਪੋ ਆਪਣੇ ਵੱਲੋਂ ਸ਼ਰਧਾ ਤੇ ਸਤਿਕਾਰ ਪਾਤਸ਼ਾਹ ਦੀ ਇਹ ਬਾਣੀ ਦੀ ਪੰਕਤੀ ਪੜ੍ਹ ਕੇ ਆਪਾਂ ਕਰੀਏ। ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਹਾੜ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀਗਤ ਪਾਏ। ਇੱਕ ਵਾਰ ਮਿਲ ਕੇ ਕਹੋ, ਗੁਰਸਿੱਖਾਂ ਕੀ ਹਰ ਧੂੜ ਦੇ, ਗੁਰਸਿੱਖਾਂ ਕੀ ਹਰ ਧੂੜ ਦੇ, ਗੁਰਸਿੱਖਾਂ ਕੀ ਹਰ ਗੱਜ ਕੇ, ਗੁਰਸਿੱਖਾਂ ਹਮ ਪਾਪੀ ਭੀਗਤ ਪਾਹੇ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਸਿੱਖਾਂ ਕੀ ਹਰ ਤੋੜ ਦੇ, ਹਮ ਪਾਪੀ ਭੀਗਤ ਪਾਹੇ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਸਿੱਖੀ ਪਾਣਾ ਮੰਨਿਆ, ਗੁਰਸਿੱਖੀ ਪਾਣਾ ਮੰਨਿਆ, ਗੁਰਸਿੱਖੀ ਪਾਣਾ ਮੰਨਿਆ, ਗੁਰਸਿੱਖੀ ਪਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਤੋੜ ਗੱਜ ਕੇ, ਗੁਰਸਿੱਖਾਂ ਕੀ ਹਰ ਤੋੜ ਦੇ, ਹਮ ਪਾਪੀ ਭੀਗਤ ਪਾਹੇ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਸਿੱਖਾਂ ਕੀ ਹਰ ਤੋੜ ਦੇ, ਹਮ ਪਾਪੀ ਭੀਗਤ ਪਾਹੇ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਸਿੱਖਾਂ ਕੀ ਹਰ ਤੋੜ ਦੇ। ਆਖੋ ਸਤਨਾਮ ਸ੍ਰੀ। ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਮਿਲੇ। ਸਾਧ ਸੰਗਤ, ਜਦੋਂ ਚਿਖਾ ਕੋਲ ਅਰਦਾਸ ਕੀਤੀ ਨਾ ਪ੍ਰੋਫੈਸਰ ਜੋਧ ਸਿੰਘ ਜੀ ਨੇ, ਪ੍ਰੋਫੈਸਰ ਜੋਧ ਸਿੰਘ ਜੀ ਨੇ ਉੱਚੀ ਆਵਾਜ਼ 'ਚ ਕਿਹਾ, ਦਿਲ ਭਰ ਕੇ, ਉਹ ਦੁਨੀਆ ਦੇ ਲੋਕੋ ਜਿਨ੍ਹਾਂ ਨੂੰ ਸ਼ੱਕ ਹੈ ਸਾਡੀ ਅਰਦਾਸ ਉੱਤੇ ਕਿ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਜਿਨ੍ਹਾਂ ਨੂੰ ਸਾਡੀ ਅਰਦਾਸ ਤੇ ਸ਼ੱਕ ਹੈ, ਆਓ ਵੇਖ ਲਓ 127 ਖੋਪੜੀਆਂ ਪਈਆਂ ਨੇ। ਅੱਜ ਉਸ ਇਤਿਹਾਸ ਨੂੰ ਸਿੱਖਾਂ ਨੇ ਫਿਰ ਦੁਹਰਾ ਦਿੱਤਾ। ਜਿਨ੍ਹਾਂ ਨੂੰ ਅਰਦਾਸ ਤੇ ਸ਼ੱਕ ਹੈ ਉਹ ਵੇਖ ਲੈਣ। ਸਿੱਖ ਗੁਰਧਾਮਾਂ ਦੀ ਖਾਤਰ, ਗੁਰਦੁਆਰਿਆਂ ਦੀ ਸੇਵਾ ਲਈ ਇੰਨੀਆਂ ਕੁਰਬਾਨੀਆਂ ਕਰ ਸਕਦੇ ਨੇ। ਸਾਧ ਸੰਗਤ, ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਅਸੀਂ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲ ਸਕੀਏ। ਉਹਨਾਂ ਦਾ ਸੁਪਨਾ ਗੁਰਦੁਆਰਾ ਪ੍ਰਬੰਧ ਸੁਧਾਰ ਲੈ ਸਾਧ ਸੰਗਤ ਇਸ ਅਸੀਂ ਪੂਰੀ ਕਰ ਸਕੀਏ। ਆਓ ਪਾਵਨ ਸ਼ਬਦ ਨਾਲ ਜੁੜੀਏ।
ਅੱਜ ਪਾਤਸ਼ਾਹ ਇਸ ਮਨ ਨੂੰ ਸਮਝਾਉਂਦੇ ਨੇ, ਮਨਾ ਤੂੰ ਥਿਰ ਰਹਿ ਕੇ ਵੇਖ, ਸਭ ਕੁਝ ਤੈਨੂੰ ਗੁਰੂ ਕੋਲੋਂ ਮਿਲਣਾ। ਜਿਸ ਜਲ ਨਿਧ ਕਾਰਨ ਤੂੰ ਆਇਆ, ਉਹ ਗੁਰੂ ਤੋਂ ਸਿਵਾਏ ਤੈਨੂੰ ਅੰਮ੍ਰਿਤ ਪ੍ਰਾਪਤ ਨਹੀਂ ਹੋਣਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਆਖੋ ਸਤਨਾਮ ਸ੍ਰੀ। ਸੋਰਠ ਮਹੱਲਾ ਪਹਿਲਾ, ਸੋਰਠ ਰਾਗ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਸ਼ਬਦ ਹੈ। ਪਾਤਸ਼ਾਹ ਕਹਿੰਦੇ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਅੰਮ੍ਰਿਤ ਨੂੰ, ਜਿਸ ਪਦਵੀ ਨੂੰ ਪ੍ਰਾਪਤ ਕਰਨ ਤੂੰ ਆਇਆ ਭਾਈ, ਉਹ ਤੈਨੂੰ ਗੁਰੂ ਕੋਲੋਂ ਪ੍ਰਾਪਤ ਹੋਣਾ। ਗੁਰੂ ਤੋਂ ਬਗੈਰ ਤੇਰੀ ਸਿਆਣਪ ਨਾਲ ਕੁਝ ਵੀ ਮਿਲਣ ਵਾਲਾ ਨਹੀਂ। ਇਸ ਲਈ ਬਾਰ-ਬਾਰ ਪਾਤਸ਼ਾਹ ਦੀ ਬਾਣੀ ਕਹੇਗੀ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਗੈਰ ਇਹ ਅੰਮ੍ਰਿਤ ਪਦਵੀ ਨਹੀਂ ਮਿਲੇਗੀ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਪਾਤਸ਼ਾਹ ਕਹਿੰਦੇ ਨੇ, ਭਾਈ ਤੈਨੂੰ ਇਹ ਤਿੰਨ ਚੀਜ਼ਾਂ ਛੱਡਣੀਆਂ ਪੈਣੀਆਂ ਗੁਰੂ ਕੋਲੋਂ ਇਹ ਪ੍ਰਾਪਤ ਕਰਨ ਲਈ। ਮਹਾਰਾਜ ਕਿਹੜੀਆਂ? ਕਹਿੰਦੇ ਇੱਕ ਤਾਂ ਛੋਡੋ ਵੇਸ ਭੇਖ, ਜਿਹੜਾ ਵੇਸ ਭੇਖ ਕਰਕੇ ਪਾਇਆ ਹੋਇਆ, ਇਹ ਕਿਸੇ ਵੇਸ ਦੀ ਨਿੰਦਿਆ ਨਹੀਂ ਹੈ। ਹਰ ਧਰਮ ਦਾ ਆਪੋ ਆਪਣਾ ਵੇਸ ਹੈ, ਪਰ ਸਾਧ ਸੰਗਤ ਤੋਂ ਪਾਇਆ ਹੋਇਆ ਵੇਸ ਭੇਖ ਨਾ ਹੋਵੇ। ਪਹਿਲੀ ਗੱਲ, ਉਹ ਵੇਸ ਦਾ ਭੇਖ ਛੱਡ। ਦੂਜੀ ਚਤੁਰਾਈ ਛੱਡ। ਤੀਜੀ ਦੁਬਿਧਾ ਇਹ ਫਲ ਨਾਹੀ ਜੀਓ। ਗੁਰੂ ਕੋਲੋਂ ਜੇ ਫਲ ਲੈਣਾ ਫਿਰ ਦੁਬਿਧਾ ਰੱਖ ਕੇ ਨਾ ਆਈ। ਦੁਬਿਧਾ ਵਾਲਿਆਂ ਨੂੰ ਗੁਰੂ ਕੋਲੋਂ ਅੰਮ੍ਰਿਤ ਪਦਵੀ ਨਹੀਂ ਮਿਲਦੀ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਹੇ ਮਨਾ ਸਥਿਰ ਰਹਿ, ਇੱਕ ਜਗ੍ਹਾ ਤੇ ਟਿਕ, ਸਟੇਬਲ ਹੋ, ਸਟਿਲ ਹੋ। ਜਿੰਨੀ ਦੇਰ ਤੂੰ ਟਿਕਦਾ ਨਹੀਂ, ਥਿਰ ਨਹੀਂ ਹੈ, ਉਨੀ ਦੇਰ ਗੁਰੂ ਕੋਲੋਂ ਪ੍ਰਾਪਤੀ ਨਹੀਂ ਹੋਏਗੀ। ਮਤ ਕਤ ਜਾਹੀ ਜੀਓ, ਇੱਧਰ ਉੱਧਰ ਭਟਕਣਾ ਛੱਡ। ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਤੋਂ ਜਦੋਂ ਆਰਤੀ ਦੀ ਚੌਂਕੀ ਸਮਾਪਤ ਹੁੰਦੀ ਨਾ, ਬਾਕੀ ਸ਼ਬਦ ਬਦਲਦੇ ਰਹਿਣਗੇ, ਪਰ ਗੁਰੂ ਦੇ ਕੀਰਤਨੀਏ ਹਰ ਰੋਜ਼ ਇਹ ਸ਼ਬਦ ਪੜਨਗੇ। ਮਰਿਆਦਾ ਸਿੱਖਾ ਕਿਤੇ ਤੇਰਾ ਮਨ ਥਿਰ ਹੋ ਜਾਏ। ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਅੱਜ ਹਜ਼ੂਰ ਕਹਿੰਦੇ, ਮਨ ਦੇ ਥਿਰ ਰਹੋ, ਮਤ ਕਤ ਜਾਹੀ ਜੀਓ। ਇੱਧਰ ਉੱਧਰ ਭਟਕਣਾ ਮਨਾ ਬੰਦ ਕਰ ਦੇ। ਬਾਹਰ ਢੂੰਡਤ ਬਹੁਤ ਦੁਖ ਪਾਵਹਿ, ਘਰ ਅੰਮ੍ਰਿਤ ਘਟ ਮਾਹੀ ਜੀਓ। ਤੂੰ ਬਾਹਰ ਢੂੰਡ ਰਿਹਾ, ਗੁਰੂ ਨੂੰ ਛੱਡ ਕੇ, ਗੁਰੂ ਦਾ ਦਰ ਛੱਡ ਕੇ, ਅੰਦਰ ਛੱਡ ਕੇ ਬਾਹਰ ਕੁਝ ਹੋਰ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਬਾਹਰੋਂ ਢੂੰਡਦਿਆਂ ਤੈਨੂੰ ਦੁੱਖ ਪ੍ਰਾਪਤ ਹੋਣਗੇ। ਇਸ ਲਈ ਬਾਹਰੋਂ ਨਹੀਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਤੇਰੇ ਹਿਰਦੇ ਘਰ ਵਿੱਚ ਹੀ ਗੁਰੂ ਦਾ ਉਹ ਅੰਮ੍ਰਿਤ ਹੈ। ਗੁਰੂ ਤੈਨੂੰ ਅੰਦਰੋਂ ਪ੍ਰਾਪਤੀ ਕਰਾਏਗਾ। ਪਾਤਸ਼ਾਹ ਨੇ ਸਾਧ ਸੰਗਤ ਬਾਹਰਲੀ ਕਿਸੇ ਚੀਜ਼ ਦੀ ਨਿੰਦਿਆ ਨਹੀਂ ਕੀਤੀ, ਪਰ ਗੁਰਮਤਿ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ, ਪਹਿਲਾਂ ਆਪਣੇ ਅੰਦਰੋਂ ਉਹਨੂੰ ਖੋਜ। ਜਿੰਨੀ ਦੇਰ ਤੈਨੂੰ ਅੰਦਰੋਂ ਨਹੀਂ ਮਿਲਿਆ, ਬਾਹਰੋਂ ਵੇਖਣਾ ਵਿਅਰਥ ਦੀ ਘਟਨਾ ਹੈ। ਜਿੱਦਣ ਅੰਦਰੋਂ ਤੈਨੂੰ ਮਿਲ ਗਿਆ, ਉਦੋਂ ਬਾਹਰੋਂ ਵੀ ਹਰ ਚੀਜ਼ ਵਿੱਚੋਂ ਨਜ਼ਰ ਆਏਗਾ। ਫਿਰ ਤਾਂ ਜਿੱਧਰ ਦੇਖੇਗਾ, ਸਗਲ ਬਨਸਪਤ ਮੈਂ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਹਰ ਦੇ ਵਿੱਚੋਂ ਉਹ ਤਾਂ ਨਜ਼ਰ ਆਉਣਾ, ਪਹਿਲਾਂ ਅੰਦਰੋਂ ਖੋਜ। ਕਿਉਂਕਿ ਅੱਜ ਸਾਹਿਬ ਕਹਿੰਦੇ ਨੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਹਿਰਦੇ ਘਰ ਵਿੱਚ ਹੀ ਉਹ ਅੰਮ੍ਰਿਤ ਹੈ, ਗੁਰੂ ਕੋਲੋਂ ਪ੍ਰਾਪਤੀ ਹੋਣੀ ਹੈ। ਰਹਾਉ ਅਵਗੁਣ ਛੋੜ, ਗੁਣਾ ਕੋ ਧਾਵਹੁ। ਪਾਤਸ਼ਾਹ ਫਿਰ ਕਰਨਾ ਕੀ ਹੈ? ਕਹਿੰਦੇ ਇਹਦੇ ਵਾਸਤੇ ਜੇ ਤੂੰ ਚਾਹੁੰਦੇ ਅੰਦਰੋਂ ਤੈਨੂੰ ਉਹ ਘਟ ਵਿੱਚੋਂ ਪ੍ਰਾਪਤ ਹੋਵੇ, ਅੰਦਰੋਂ ਔਗਣ ਛੱਡ। ਗੁਣਾ ਕੋ ਧਾਵੋ ਦਾ ਅਰਥ ਗੁਣਾ ਵੱਲ ਦੇ ਪਾਸੇ ਤੁਰ। ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚੱਲੀਐ। ਪਹਿਰੇ ਪਟੰਬਰ ਕਰ ਡੰਬਰ, ਜਾਏ ਆਪਣਾ ਪਿੜ ਮੱਲੀਐ। ਔਗਣ ਛੱਡ ਕੇ ਗੁਣਾ ਵੱਲ ਦੇ ਪਾਸੇ ਤੁਰ। ਕਰ ਅਵਗੁਣ ਪਛੁਤਾਹੀ ਜੀਓ। ਨਹੀਂ ਤੇ ਭਾਈ ਔਗਣ ਕਰਕੇ ਅੰਤ ਨੂੰ ਤੈਨੂੰ ਪਛਤਾਉਣਾ ਪਏਗਾ। ਕਿਉਂ? ਜੋ ਤੂੰ ਔਗਣ ਕੀਤੇ ਨੇ ਅੰਤ ਨਵੇਰਾ ਤੇਰੇ ਜੀ ਪੈ ਲੀਜੈ।
ਉਹਨਾਂ ਦਾ ਲੇਖਾ ਤੈਨੂੰ ਹੀ ਦੇਣਾ ਪੈਣਾ ਹੈ, ਇਸ ਲਈ ਬਾਅਦ ਵਿੱਚ ਪਛਤਾਵਾ ਪੱਲੇ ਰਹੇਗਾ। ਸਾਰੇ ਅਪਸਰ ਕੀ ਸਾਰ ਨ ਜਾਣਾਹੀ। ਕਹਿੰਦੇ ਜੇ ਤੂੰ ਔਗਣਾ ਵੱਲ ਰਿਹਾ, ਗੁਣਾ ਵੱਲ ਧਿਆਨ ਨਾ ਦਿੱਤਾ, ਫਿਰ ਤੈਨੂੰ ਸਰ ਅਪਸਰ ਦੀ ਸਾਰ ਨਹੀਂ ਪਤਾ ਲੱਗਣੀ, ਚੰਗੇ ਤੇ ਮੰਦੇ ਦੀ ਪਹਿਚਾਣ ਨਹੀਂ ਰਹੇਗੀ, ਚੰਗਿਆਈ ਤੇ ਬੁਰਾਈ ਦੀ ਸਮਝ ਨਹੀਂ ਆਏਗੀ। ਇਹ ਗਿਆਨ ਗੁਰੂ ਕੋਲੋਂ ਮਿਲਣਾ ਹੈ। ਗੁਰੂ ਦੋ ਪੈਰ ਸਿੱਖ ਨੂੰ ਸਮਝਾਉਂਦਾ ਹੈ, ਇੱਕ ਚੰਗਿਆਈ ਦਾ, ਇੱਕ ਬੁਰਾਈ ਦਾ, ਇੱਕ ਪਾਪ ਇੱਕ ਪੁੰਨ। ਬਹੁਤੇ ਬੰਦੇ ਕਹਿੰਦੇ ਜੀ ਆ ਜਗ ਮਿੱਠਾ ਅਗਲਾ ਕਿਨੇ ਡਿੱਠਾ, ਖਾਓ ਪੀਓ ਮੌਜਾਂ ਕਰੋ। ਪਾਤਸ਼ਾਹ ਕਹਿੰਦੇ ਨਹੀਂ, ਪੁੰਨੀ ਪਾਪੀ ਆਖਣ ਨਾ ਹੈ, ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਜੋ ਤੂੰ ਕਰਨੇ ਆ ਤੈਨੂੰ ਉਹਦਾ ਭੋਗਣਾ ਪੈਣਾ। ਸਾਰਾ ਪਸਰ ਕੀ ਸਾਰ ਨਾ ਜਾਣੇ। ਜੇ ਗੁਰੂ ਕੋਲੋਂ ਗਿਆਨ ਗੁਣਾ ਵਾਲਾ ਨਾ ਲਿਆ, ਫਿਰ ਚੰਗੇ ਮੰਦੇ ਦੀ ਪਛਾਣ ਨਹੀਂ ਰਹੇਗੀ, ਬਾਰ-ਬਾਰ ਗੰਦਗੀ ਦੇ ਵਿਕਾਰਾਂ ਦੇ ਚਿੱਕੜ ਵਿੱਚ ਹੀ ਡੁੱਬਦਾ ਰਹੇਗਾ। ਫਿਰ ਕੀਚ ਬੁੜਾਹੀ ਜੀਓ। ਬਾਰ-ਬਾਰ ਇਸ ਸੰਸਾਰ ਦੇ ਚਿੱਕੜ ਵਿੱਚ, ਵਿਕਾਰਾਂ ਵਿੱਚ, ਲੋਭ ਈਰਖਾ ਵਿੱਚ, ਜਨਮ ਮਰਨ ਵਿੱਚ, ਫਿਰ ਤੂੰ ਜਨਮ ਮਰਨ ਵਿੱਚ ਉਸੇ ਧੁਖਣੀ ਵਿੱਚ ਫਿਰ ਧੁਖਦਾ ਰਹੇਗਾ। ਅੰਤਰ ਮੈਲ ਲੋਭ ਬਹੁ ਝੂਠੇ। ਤੇ ਬਾਦਸ਼ਾਹ ਕਹਿੰਦੇ ਭਾਈ ਅੰਦਰ ਮਹਿਲ ਹੈ, ਲੋਭ ਹੈ ਤੇ ਤੂੰ ਝੂਠਾ ਹੈ। ਦੱਸ ਫਿਰ ਅੰਦਰ ਇੰਨਾ ਕੁਝ ਹੋਣ ਦੇ ਬਾਵਜੂਦ ਬਾਹਰ ਦੀ ਤੇਰੇ ਹਾਲਾਤ ਤੈਨੂੰ ਕੀ ਸੁੱਖ ਦੇਣਗੇ। ਬਾਹਰ ਨਾਵੋ ਕਾਹੀ ਜੀਓ। ਕਹਿੰਦੇ ਬਾਹਰ ਨਹਾਤਿਆਂ ਫਿਰ ਤੈਨੂੰ ਕੀ ਮਿਲਣਾ, ਕਿਉਂਕਿ ਅੰਦਰ ਮਹਿਲ ਹੈ। ਅੰਤਰ ਮਹਿਲ ਜੇ ਤੀਰਥ ਨਹਾਵੇ ਤਿਸ ਮੈਂ ਕੁੰਠ ਨਾ ਜਾਣਾ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਬਾਰ ਲੱਤੀ ਨਹਾਤਿਆਂ ਦੋਏ ਪਾ ਚੜੀਐ ਹੋਰ। ਬਾਹਰੋਂ ਫਿਰ ਨਾਤਿਆਂ ਕੁਝ ਵੀ ਪ੍ਰਾਪਤੀ ਨਹੀਂ ਹੈ। ਨਿਰਮਲ ਨਾਮ ਜਪੋ ਸਤ ਗੁਰਮੁਖ। ਮਹਿਲ ਤੋਂ ਰਹਿਤ ਵਾਹਿਗੁਰੂ ਜੀ ਦਾ ਨਾਮ ਜਪ। ਗੁਰਮੁਖ ਦਾ ਅਰਥ ਹੈ ਗੁਰੂ ਦੇ ਰਾਹੀਂ। ਨਾਮ ਗੁਰੂ ਕੋਲੋਂ ਲਈ, ਉਹ ਗੁਰੂ ਦਾ ਦਿੱਤਾ ਨਾਮ ਜਿਹੜਾ ਮਹਿਲ ਤੋਂ ਰਹਿਤ ਹੈ, ਉਹਨੂੰ ਜਪ, ਅੰਤਰ ਹਿਰਦੇ ਵਿੱਚ ਜਪ, ਉਹੀ ਤੇਰੀ ਗਤੀ ਕਰੇਗਾ। ਅੰਤਰ ਕੀ ਗਤ ਤਾਹੀ ਜੀਓ। ਨਿਰਮਲ ਨਾਮ ਹੀ ਤੇਰੇ ਅੰਦਰ ਦੀ ਮਹਿਲ ਨੂੰ ਕੱਢੇਗਾ। ਨਿਰਅੰਜਨ ਨਾਮ ਹੀ ਤੇਰੇ ਅੰਦਰ ਦੇ ਅੰਜਨ ਭਾਵ ਕਾਲਖ ਨੂੰ ਧੋਏਗਾ। ਉਹਨੂੰ ਜਪ, ਨਾਮ ਨਾਲ ਹੀ ਅੰਤਰ ਦੀ ਗਤ ਹੋਣੀ ਹੈ। ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਕਹਿੰਦੇ ਭਾਈ ਇਹ ਪ੍ਰਾਪਤ ਕਰਨ ਵਾਸਤੇ ਤੈਨੂੰ ਗੁਰੂ ਦਾ ਉਪਦੇਸ਼ ਹੈ ਕਿ ਤੈਨੂੰ ਲੋਭ ਛੱਡਣਾ ਪੈਣਾ, ਪਰਾਈ ਨਿੰਦਿਆ ਛੱਡਣੀ ਪੈਣੀ ਹੈ, ਕੂੜ ਝੂਠ ਤਿਆਗਣਾ ਪੈਣਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਇਦਾਂ ਦਾ ਇੱਕ ਵੀ ਡਾਕਟਰ ਨਹੀਂ ਹੈ ਜਿਹੜਾ ਤੁਹਾਨੂੰ ਸ਼ੂਗਰ ਦੀ ਦਵਾਈ ਦੇ ਕੇ ਕਵੇ ਜਿੰਨਾ ਮਰਜ਼ੀ ਮਿੱਠਾ ਖਾਈ ਜਾਓ। ਕਹਿੰਦਾ ਕੋਈ? ਬਲੱਡ ਪ੍ਰੈਸ਼ਰ ਦੀ ਦਵਾਈ ਦੇ ਕੇ ਡਾਕਟਰ ਕਹਿੰਦਾ ਵੀ ਰੱਜ ਕੇ ਪਕੌੜੇ ਖਾ? ਨਹੀਂ, ਉਹ ਪਰਹੇਜ਼ ਦੱਸਦਾ, ਫਿਰ ਉਹਦੀ ਦਵਾਈ ਕੰਮ ਕਰਦੀ ਹੈ। ਪਾਤਸ਼ਾਹ ਨੇ ਕਿਹਾ ਗੁਰ ਕਾ ਸ਼ਬਦ ਕੱਟ ਹੈ, ਕੋਟ ਕਰਮ ਤਾਂ ਹੈ। ਤੇਰੇ ਕਰਮ ਸ਼ਬਦ ਜਪਣ ਨਾਲ ਕੱਟੇ ਜਾਣਗੇ, ਪਰ ਆ ਤੈਨੂੰ ਪਰਹੇਜ਼ ਰੱਖਣਾ ਪੈਣਾ। ਅੰਤਰ ਮਹਿਲ, ਅੰਦਰੋਂ ਲੋਭ ਖਤਮ ਕਰ, ਝੂਠ ਛੱਡ, ਚਤੁਰਾਈ ਛੱਡ। ਜਦੋਂ ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਝੂਠ ਤਿਆਗੇਗਾ, ਨਿੰਦਿਆ ਛੱਡੇਗਾ, ਫਿਰ ਜਪੇ ਹੋਏ ਸ਼ਬਦ ਦਾ ਅਸਰ ਹੋਣਾ ਸ਼ੁਰੂ ਹੋਏਗਾ। ਸੱਚ ਗੁਰ ਬਚਨੀ ਫਲ ਪਾਹੀ ਜੀਓ। ਕਹਿੰਦੇ ਸੱਚਾ ਫਲ ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਉਪਦੇਸ਼ ਨਾਲ ਮਿਲਣਾ। ਗੁਰੂ ਨੂੰ ਛੱਡ ਕੇ ਬਾਹਰੋਂ ਤੈਨੂੰ ਕੁਝ ਵੀ ਪ੍ਰਾਪਤ ਨਹੀਂ ਹੋਏਗਾ। ਇੱਕ ਉੱਤੇ ਵਿਸ਼ਵਾਸ ਰੱਖ ਕੇ ਇੱਕ ਨੂੰ ਜਪ, ਫਿਰ ਇੱਕ ਦਾ ਫਲ ਤੈਨੂੰ ਅੰਮ੍ਰਿਤ ਨਾਮ ਪ੍ਰਾਪਤ ਹੋਣਾ। 1857 ਵਿੱਚ ਇੱਕ ਪਾਦਰੀ ਇੰਗਲੈਂਡ ਤੋਂ ਆਇਆ, ਉਹਦਾ ਨਾਮ ਮਿਸਟਰ ਫਲੇਲ ਲਿਖਿਆ ਹੋਇਆ। ਉਹਨੇ 3 ਸਾਲ ਲਾ ਕੇ ਪੰਜਾਬੀ ਸਿੱਖੀ, ਹਿੰਦੀ ਸਿੱਖੀ, ਬੋਲਣ ਵਿੱਚ ਲਿਖਣ ਵਿੱਚ ਮਾਹਰ ਹੋ ਗਿਆ। ਫਿਰ ਉਹਨੇ ਪ੍ਰਚਾਰ ਸ਼ੁਰੂ ਕੀਤਾ, ਕਿਉਂਕਿ ਜਿਹੜੇ ਲੋਕਾਂ 'ਚ ਜਾ ਕੇ ਪ੍ਰਚਾਰ ਕਰਨਾ ਉਹਨਾਂ ਦੀ ਭਾਸ਼ਾ ਹੋਣੀ ਚਾਹੀਦੀ ਹੈ। ਉਹਨੇ ਫਿਰ ਪ੍ਰਚਾਰ ਸ਼ੁਰੂ ਕੀਤਾ, ਆਪਣੀ ਪ੍ਰਚਾਰ ਦੀ ਗਤੀ ਤੇਜ਼ ਕੀਤੀ। ਕਹਿੰਦੇ ਫਿਰ ਉਹਨੇ ਦਿੱਲੀ ਵਿੱਚ ਨਾ ਇੱਕ ਹਾਲ ਕਿਰਾਏ ਤੇ ਲੈ ਕੇ ਉੱਥੇ ਦੂਜੇ ਸਟੇਟਾਂ ਦੇ ਲੋਕ ਸੱਦੇ। ਬੜਾ ਵੱਡਾ ਜਲਸਾ ਹੋਇਆ। 1 ਘੰਟਾ ਉਹਦਾ ਟਾਈਮ ਰੱਖਿਆ ਗਿਆ। ਉਹ ਤੋਂ ਪਹਿਲਾਂ ਹੋਰ ਕਈ ਭਾਸ਼ਾਵਾਂ ਵਿੱਚ ਸਿੱਖੇ ਹੋਏ ਪਾਦਰੀ ਬੋਲਦੇ ਰਹੇ। ਫਿਰ ਮਿਸਟਰ ਫਲੇਲ ਦੀ ਅਖੀਰ ਤੇ ਭਾਰੀ ਆਈ। ਉਹਨੇ 1 ਘੰਟਾ ਲੋਕਾਂ ਨੂੰ ਇਹ ਸੰਦੇਸ਼ ਕੀਤਾ, ਇਹ ਗੱਲ ਸਮਝਾਈ ਕਿ ਜਿਹੜਾ ਯਿਸੂ ਮਸੀਹ ਹੈ ਉਹ ਗੋਡ ਫਾਦਰ ਜਿਹਨੂੰ ਕਹਿੰਦੇ ਨੇ, ਰੱਬ ਉਹਦਾ ਸਨ ਹੈ। ਉਹ ਗੋਡ, ਸਨ ਆਫ ਗੋਡ ਹੈ, ਭਾਵ ਰੱਬ ਦਾ ਪੁੱਤਰ ਹੈ।
ਔਰ ਬਾਰ-ਬਾਰ ਉਹ ਆਪਣੇ 1 ਘੰਟੇ ਦੇ ਲੈਕਚਰ ਵਿੱਚ ਸਮਝਾਉਂਦਾ ਰਿਹਾ, ਜੇ ਕਿਸੇ ਨੇ ਕੁਝ ਲੈਣਾ, ਤੁਸੀਂ ਚਾਹੁੰਦੇ ਹੋ ਤੁਹਾਡੇ ਦੁੱਖ ਦੂਰ ਹੋਣ, ਆਓ ਉਸ ਗੋਡ ਦੇ ਪੁੱਤਰ ਨੂੰ, ਉਹਦੇ ਸਨ ਨੂੰ, ਉਹਦੇ ਪੁੱਤਰ ਕੋਲੋਂ ਮੰਗੀਏ, ਉਹ ਸਭ ਕੁਝ ਗੋਡ ਕੋਲੋਂ ਲੈ ਕੇ ਦੇਗਾ, ਤੁਹਾਡੇ ਦੁੱਖ ਦੂਰ ਕਰੇਗਾ, ਤੁਹਾਨੂੰ ਸੁੱਖ ਲੈ ਕੇ ਦੇਗਾ, ਤੁਹਾਡੀਆਂ ਇਛਾਵਾਂ ਪੂਰੀਆਂ ਕਰਾਏਗਾ। ਜੋ ਕੁਝ ਲੈਣਾ ਉਸ ਗੋਡ ਦੇ ਸਨ ਆਫ ਗੋਡ ਜਿਹੜਾ ਹੋਇਆ, ਉਹਨੂੰ ਜੀਸਸ ਨੂੰ ਆਪਾਂ ਉਹਦੇ ਅੱਗੇ ਪ੍ਰਾਰਥਨਾ ਕਰੀਏ, ਉਹਦੇ ਅੱਗੇ ਪ੍ਰੇ ਕਰੀਏ, ਉਹ ਤੁਹਾਨੂੰ ਰੱਬ ਕੋਲੋਂ ਲੈ ਕੇ ਦੇਗਾ। ਉਹਨੇ ਕਈ ਦਲੀਲਾਂ ਦਿੱਤੀਆਂ, ਫਲਾਨੀ ਜਗ੍ਹਾ ਤੇ ਯਾਦ ਕੀਤਾ, ਉਹਦੇ ਦੁੱਖ ਦੂਰ ਹੋ ਗਏ, ਫਲਾਨੀ ਜਗ੍ਹਾ ਤੇ ਹੋਇਆ, ਉਹਨੇ ਰੱਬ ਕੋਲੋਂ ਆਹ ਕੁਝ ਲੈ ਕੇ ਦਿੱਤਾ। ਆਪਣੀਆਂ ਦਲੀਲਾਂ ਵਿੱਚੋਂ ਪਰਫੈਕਟ ਕਹਿ ਰਿਹਾ ਸੀ ਬਹੁਤ ਕੁਝ, ਪਰ ਜਦੋਂ ਸਾਰੇ ਲੋਕ ਉਹਦੇ ਨਾਲ ਸੁਣ ਕੇ ਕੁਝ ਵਿੱਚੋਂ ਸਹਿਮਤ ਹੋ ਰਹੇ ਸੀ, ਪਿੱਛੋਂ ਇੱਕ ਬਜ਼ੁਰਗ ਜਿਹਾ ਉੱਠਿਆ, ਉਹਨੇ ਸਿਰ ਤੇ ਸਿੱਧੀ ਜਿਹੀ ਪੱਗ ਬੰਨੀ ਹੈ, ਚਿੱਟਾ ਉਹਦਾ ਧੜ ਹੈ, ਉਹਨੇ ਪਿੱਛੋਂ ਹੱਥ ਖੜਾ ਕਰਕੇ ਕਿਹਾ, ਪਾਦਰੀ ਸਾਹਿਬ ਮੈਂ ਕੋਈ ਸਵਾਲ ਪੁੱਛ ਸਕਦਾ? ਉਹਨੇ ਕਿਹਾ, ਬਜ਼ੁਰਗੋ ਅੱਗੇ ਆ ਜਾਓ। ਬੜੀ ਰਿਸਪੈਕਟ ਨਾਲ ਕਿਹਾ, ਅੱਗੇ ਆ ਜਾਓ। ਔਰ ਉਹਦੇ ਮਨ ਚ ਆਇਆ, ਅਨੇਕਾਂ ਧਰਮਾਂ ਦੇ ਲੋਕ ਮੈਨੂੰ ਸੁਣ ਰਹੇ ਨੇ, ਮੈਨੂੰ ਸੁਣਨ ਤੋਂ ਬਾਅਦ ਇਹ ਆਪੋ ਆਪਣਾ ਧਰਮ ਛੱਡ ਕੇ ਮੇਰੇ ਧਰਮ ਵਿੱਚ ਆਉਣਗੇ। ਇਹ ਸਰਦਾਰ ਵੀ ਆਇਆ, ਇਹ ਵੀ ਮੇਰੇ ਤੋਂ ਸਹਿਮਤ ਹੋ ਗਿਆ, ਇਹ ਵੀ ਮੇਰੇ ਧਰਮ ਵਿੱਚ ਆਏਗਾ। ਜਦੋਂ ਉਹਨੂੰ ਮੋਹਰੇ ਸੱਦਿਆ, ਬਜ਼ੁਰਗੋ ਆ ਜਾਓ ਅੱਗੇ, ਦੱਸੋ ਕੀ ਕਹਿਣਾ ਹੈ। ਉਹ ਕਹਿੰਦਾ, ਜੀ ਤੁਸੀਂ 1 ਘੰਟੇ ਤੋਂ ਇਹ ਸਮਝਾ ਰਹੇ ਹੋ, ਸਾਨੂੰ ਬਾਖੂਬੀ ਸਾਡੀ ਭਾਸ਼ਾ ਵਿੱਚ ਹਿੰਦੀ ਪੰਜਾਬੀ ਸਾਨੂੰ ਸਮਝ ਆ ਗਈ ਹੈ। ਜੋ ਤੁਸੀਂ ਕਹਿ ਰਹੇ ਹੋ, ਬਾਰ-ਬਾਰ ਕਹਿ ਰਹੇ ਹੋ, ਗੋਡ ਦੇ ਕੋਲੋਂ ਗੋਡ ਦਾ ਸਨ ਜਿਹੜਾ ਉਹ ਜੀਸਸ ਤੁਹਾਨੂੰ ਆਹ ਕੁਝ ਲੈ ਕੇ ਦੇਗਾ, ਆਹ ਕੁਝ ਲੈ ਕੇ ਦੇਗਾ, ਆਹ ਕੁਝ ਲੈ ਕੇ ਦੇਗਾ। ਕਹਿੰਦਾ ਮੈਂ ਤੁਹਾਡੇ ਕਿਸੇ ਵੀ ਜੀਸਸ ਦਾ, ਕਿਸੇ ਅਵਤਾਰ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ, ਨਾ ਸਿੱਖ ਕਿਸੇ ਦਾ ਅਪਮਾਨ ਕਰਦਾ। ਤਾਂ ਉਹ ਬਜ਼ੁਰਗ ਕਹਿੰਦਾ, ਮੈਂ ਇੱਕ ਸਵਾਲ ਕਰਨਾ, ਵੀ ਗੋਡ ਮਰ ਗਿਆ? ਉਹ ਕਹਿੰਦਾ, ਨਹੀਂ, ਗੋਡ ਤਾਂ ਬਨਾਸੀ ਹੈ, ਰੱਬ ਤਾਂ ਸਦਾ ਹੀ ਹੈ। ਕਹਿੰਦਾ, ਤੂੰ ਇਹ ਮੈਨੂੰ ਦੱਸੋ ਵੀ ਗੋਡ ਮਰ ਗਿਆ? ਉਹ ਕਹਿੰਦਾ, ਨਹੀਂ, ਗੋਡ ਤਾਂ ਜਿਉਂਦਾ ਹੈ, ਗੋਡ ਮਰਨ ਦੀ ਤੇ ਮੈਂ ਗੱਲ ਹੀ ਨਹੀਂ ਕਹੀ, ਗੋਡ ਤਾਂ ਬਨਾਸੀ ਹੈ, ਗੋਡ ਦਾ ਪੁੱਤਰ ਹੈ ਜੀਸਸ, ਉਹ ਸਨ ਆਫ ਗੋਡ ਹੈ, ਉਹ ਲੈ ਕੇ ਦਿੰਦਾ, ਤੁਹਾਨੂੰ ਜੋ ਚਾਹੀਦਾ ਤੁਸੀਂ ਉਹ ਤੋਂ ਮੰਗੋ, ਉਹ ਤੁਹਾਨੂੰ ਗੋਡ ਕੋਲੋਂ ਲੈ ਕੇ ਦੇਗਾ। ਕਹਿੰਦਾ, ਮੈਂ ਇਹੋ ਤੇ ਪੁੱਛ ਰਿਹਾ ਵੀ ਗੋਡ ਮਰ ਗਿਆ? ਕਹਿੰਦਾ, ਨਹੀਂ, ਗੋਡ ਤਾਂ ਜਿਉਂਦਾ ਹੈ। ਕਹਿੰਦਾ, ਫਿਰ ਜੇ ਗੋਡ ਜਿਉਂਦਾ ਫਿਰ ਉਹਦੇ ਪੁੱਤ ਕੋਲੋਂ ਕਿਉਂ ਮੰਗੀਏ? ਸਿੱਧਾ ਗੋਡ ਕੋਲੋਂ ਕਿਉਂ ਨਾ ਮੰਗ ਲਈਏ? ਜੇ ਗੋਡ ਜਿਉਂਦਾ ਹੈ ਫਿਰ ਉਹਦੇ ਪੁੱਤ ਕੋਲੋਂ ਕਿਉਂ ਮੰਗਣਾ? ਸਿੱਧਾ ਗੋਡ ਕੋਲੋਂ ਮੰਗਾਂਗੇ। ਤੂੰ ਪੁੱਤ ਨਾਲ ਕਿਉਂ ਜੋੜ ਰਿਹਾ? ਸਿੱਧਾ ਗੋਡ ਕੋਲੋਂ ਮੰਗਣ ਦੇ ਕਿਉਂ ਨਹੀਂ ਕਹਿ ਰਿਹਾ? ਉਹਨੂੰ ਕੋਈ ਜਵਾਬ ਨਹੀਂ ਸੀ ਆ ਰਿਹਾ। ਉਹਨੇ ਕਿਹਾ, ਅਸੀਂ ਆ ਪਿੰਡੂ ਪੰਜਾਬ ਦਾ ਸਾਡਾ ਕਲਚਰ ਹੈ, ਜਿੰਨੀ ਦੇਰ ਸਾਡੇ ਘਰਾਂ ਵਿੱਚ ਸਾਡਾ ਪਿਓ ਜਿੰਦਾ ਬੈਠਾ ਹੈ, ਉਨੀ ਦੇਰ ਪੁੱਤ ਦੀ ਨਹੀਂ ਚੱਲਦੀ, ਪਿਓ ਦੀ ਚੱਲਦੀ ਹੈ। ਤੇ ਜੇ ਪਿਓ ਭਾਵ ਰੱਬ ਗੋਡ ਜਿਉਂਦਾ ਹੈ, ਫਿਰ ਕਿਸੇ ਪੁੱਤ ਕੋਲੋਂ ਮੰਗਣ ਦੀ ਕੀ ਲੋੜ ਹੈ? ਸਿੱਧਾ ਗੋਡ ਕੋਲੋਂ ਕਿਉਂ ਨਹੀਂ ਲੈ ਸਕਦੇ? ਉਹ ਪਾਦਰੀ ਚੁੱਪ ਕਰ ਗਿਆ, ਪਰ ਜਿਹੜੀ ਅਗਲੀ ਗੱਲ ਉਹਨੇ ਕਹੀ ਉਹ ਸੁਣਿਓ, ਜਿਹੜੀ ਮੈਂ ਤੁਹਾਡੇ ਸਮਕਸ਼ ਕਹਿਣੀ। ਉਹ ਪਾਦਰੀ ਸੋਚ ਕੇ ਬੋਲਿਆ, ਕਹਿੰਦਾ, ਬਜ਼ੁਰਗਾ ਤੂੰ ਕਿਤੇ ਗੁਰੂ ਨਾਨਕ ਦਾ ਸਿੱਖ ਤੇ ਨਹੀਂ? ਉਹਨੇ ਕਿਹਾ, ਹਾਂ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਕਹਿੰਦਾ, ਬਸ ਮੈਨੂੰ ਕਿਸੇ ਨੇ ਦੱਸਿਆ ਸੀ ਗੁਰੂ ਨਾਨਕ ਦੇ ਸਿੱਖ ਇੱਕ ਅਕਾਲ ਪੁਰਖ ਰੱਬ ਤੇ ਵਿਸ਼ਵਾਸ ਰੱਖਦੇ ਨੇ, ਉਹ ਪੱਕੇ ਨੇ, ਕਦੇ ਡੋਲ ਨਹੀਂ ਸਕਦੇ। ਦੱਸਿਆ ਸੀ, ਪਰ ਅੱਜ ਮੈਂ ਵੇਖ ਲਿਆ ਵੀ ਤੂੰ ਗੁਰੂ ਨਾਨਕ ਦਾ ਸਿੱਖ ਹੈ। ਭਾਈ, ਜੇ ਤੁਸੀਂ ਗੁਰੂ ਨਾਨਕ ਦੇ ਸਿੱਖੋ, ਮੇਰੇ ਗੁਰੂ ਦੇ ਘਰ ਦਾ ਹੁਕਮ ਹੈ, ਇੱਕੋ ਸਿਮਰੋ ਨਾਨਕਾ, ਇੱਕ ਨੂੰ ਸਿਮਰੋ ਭਾਈ। ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਸਾਹਿਬ ਮੇਰਾ ਇੱਕੋ ਹੈ ਭਾਈ, ਇੱਕੋ ਹੈ। ਤੁਸੀਂ ਪੜ੍ਹ ਕੇ ਆਏ ਹੋ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਦੋਂ ਹੈ ਹੀ ਇੱਕ, ਫਿਰ ਇੱਕ ਕੋਲੋਂ ਮੰਗਾਂਗੇ, ਫਿਰ ਕਿਸੇ ਦੂਜੇ ਅੱਗੇ ਕਿਉਂ? ਅੱਜ ਪਾਤਸ਼ਾਹ ਨੇ ਬਚਨ ਕਹੇ, ਤੂੰ ਮਨਾ ਥਿਰ ਹੋ ਕੇ ਵੇਖ, ਗੁਰੂ ਦੇ ਬਚਨਾਂ ਵਿੱਚੋਂ ਹੀ ਸੱਚ ਦਾ ਤੈਨੂੰ ਫਲ ਮਿਲੇਗਾ। ਜਿਉ ਭਾਵੈ ਤਿਉ ਰਾਖੋ ਹਰ ਜੀਉ, ਜਨ ਨਾਨਕ ਸ਼ਬਦ ਸਲਾਹੀ ਜੀਉ। ਆਖੋ ਸਤਨਾਮ ਸ੍ਰੀ। ਸਾਰਾ ਹੀ ਸ਼ਬਦ ਕਹਿ ਕੇ ਹੁਣ ਅਖੀਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਕੀ ਸਿੱਟਾ ਕੱਢਿਆ? ਇਹ ਕਿਹਾ, ਮਨਾ ਥਿਰ ਹੋ ਜਾ, ਤੈਨੂੰ ਅੰਮ੍ਰਿਤ ਜਲ ਗੁਰੂ ਕੋਲੋਂ ਮਿਲਣਾ, ਮਨਾ ਸਥਿਰ ਰਹਿ, ਬਾਹਰ ਨਾ ਲੱਭ, ਕਿਸੇ ਹੋਰ ਕੋਲੋਂ ਨਾ ਮੰਗ, ਘਰ ਅੰਮ੍ਰਿਤ ਘਟ ਮਾਹੀ ਜੀਓ, ਔਗਣ ਛੱਡ, ਗੁਣਾਂ ਵੱਲ ਤੁਰ, ਅੰਦਰੋਂ ਮੈਲ ਲੋਭ ਝੂਠ ਛੱਡ ਦੇ,
ਸਾਰਾ ਪਸਰਦੀ ਤੈਨੂੰ ਚੰਗੇ ਮਾੜੇ ਦੀ ਪਛਾਣ ਹੋ ਜਾਏ, ਅੰਦਰੋਂ ਲੋਭ ਨਿੰਦਾ ਕੂੜ ਛੱਡ ਦੇ। ਇਹ ਸਾਰਾ ਕੁਝ ਉਪਦੇਸ਼ ਦੇ ਕੇ ਅਖੀਰ ਤੇ ਪਤਾ ਕੀ ਕਿਹਾ? ਕਹਿੰਦੇ ਭਾਈ ਬੰਦਿਆ, ਤੇਰੇ ਮੱਤ ਦੇ ਵਸ ਦੀ ਗੱਲ ਨਹੀਂ ਹੈ ਤੂੰ ਇਹ ਸਾਰਾ ਕੁਝ ਕਰ ਸਕੇ। ਬੰਦੇ ਦੀ ਮੱਤ ਦੀ ਗੱਲ ਨਹੀਂ ਹੈ। ਆਪਣੀ ਮੱਤ ਨਾਲ ਕਹੀਏ ਮੈਂ ਸਾਰਾ ਕੁਝ ਕਰ ਲਾਂ, ਬੰਦੇ ਦੇ ਵਸ ਨਹੀਂ ਹੈ। ਅਖੀਰ ਤੇ ਸਾਨੂੰ ਗੁਰਸਿੱਖੀ ਦਾ ਰਾਹ ਦੱਸਿਆ। ਕਹਿੰਦੇ ਅਰਦਾਸ ਕਰ ਉਹਦੇ ਅੱਗੇ, ਪਾਤਸ਼ਾਹ ਬਸ ਮੈਂ ਤੇਰੇ ਅੱਗੇ ਸਮਰਪਿਤ ਹਾਂ, ਜਿਉਂ ਭਾਵੈ ਤਿਉਂ ਰੱਖੋ ਹਰ ਜੀਓ। ਜਿਵੇਂ ਤੁਹਾਨੂੰ ਭਾਉਂਦਾ ਮਹਾਰਾਜ ਆਪਣੇ ਚਰਨਾਂ 'ਚ ਰੱਖ ਲਓ। ਜਿਉਂ ਭਾਵੈ ਤਿਉਂ ਰੱਖੋ ਹਰ ਜੀਓ, ਜਿਵੇਂ ਭਾਉਂਦਾ ਮਹਾਰਾਜ ਰੱਖ ਲਓ। ਜਨ ਨਾਨਕ ਸ਼ਬਦ ਸਲਾਹੀ ਜੀਓ, ਕਿਰਪਾ ਕਰੋ ਆਪਣੇ ਨਾਮ ਸ਼ਬਦ ਦੀ ਸਿਫਤ ਸਲਾਹ ਮੇਰੀ ਝੋਲੀ 'ਚ ਪਾਓ, ਜਿਵੇਂ ਤੁਹਾਨੂੰ ਭਾਉਂਦਾ ਤਿਉਂ ਰੱਖ ਲਓ। ਗੁਰਸਿੱਖੀ ਦੀ ਅਰਦਾਸ ਹੀ ਇਹ ਹੈ। ਜਦੋਂ ਕਹਿਣਾ ਧੰਨ ਧੰਨ ਭਾਗ ਤੇ ਨਾ ਭਗਤ ਜਨਾ, ਫਿਰ ਧੰਨ ਧੰਨ ਭਾਗ ਤੇ ਨਾ ਸੰਤ ਜਨਾ, ਧੰਨ ਧੰਨ ਭਾਗ ਤੇ ਨਾ ਸਾਧ ਜਨਾ, ਧੰਨ ਧੰਨ ਭਾਗ ਤੇ ਨਾ ਗੁਰਮੁਖ। 5ਵੇਂ ਨੰਬਰ ਤੇ ਪਤਾ ਕੀ ਕਿਹਾ? ਸਬਦੂ ਵੱਡੇ ਭਾਗ ਗੁਰਸਿੱਖਾਂ ਕੇ। ਮਹਾਰਾਜ ਕਿਉਂ? ਕਹਿੰਦੇ ਗੁਰਸਿੱਖ ਕੁਝ ਨਹੀਂ ਕਰਦਾ, ਬਸ ਸ਼ਰਨ 'ਚ ਪਾ ਕੇ ਕਹਿੰਦਾ ਜਿਵੇਂ ਭਾਉਂਦੇ ਮਹਾਰਾਜ ਰੱਖ ਲਓ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਣੀ ਸਿੱਖ ਪੜ੍ਹਦੇ ਆ ਉਹ ਗੁਰੂ ਦੇ ਚਰਨਾਂ 'ਚ ਪੈ ਕੇ ਕਹਿੰਦਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਆਓ ਅਰਦਾਸ ਕਰੀਏ, ਫਿਰ ਸਮਾਪਤੀ। ਕਿਉਂ? ਇਹ ਸਾਰਾ ਕੁਝ ਤਾਂ ਸਾਡੀ ਝੋਲੀ ਵਿੱਚ ਪੈਣਾ ਜੇ ਆਪਾਂ ਅਰਦਾਸ ਕਰਕੇ ਮੰਗੀਏ। ਅਖੀਰ ਤੇ ਅਰਦਾਸ ਕਰਨੀ ਸਿਖਾਈ ਹੈ। ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਜੀ ਯਾਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ। ਭਾਈ ਸਾਹਿਬ ਜੀ ਦਾ ਧੰਨਵਾਦ, ਸ਼ਬਦ ਦੀ ਸੇਵਾ ਕੀਤੀ। ਆਪ ਸੰਗਤਾਂ ਦਾ ਧੰਨਵਾਦ, ਕਰੋੜਾਂ ਵਾਰ ਸ਼ੁਕਰਾਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ। ਇੱਕ ਵਾਰ ਅਰਦਾਸ ਕਰੋ ਮਿਲ ਕੇ, ਸਾਰੇ ਕਹੀਏ ਪਾਤਸ਼ਾਹ ਨੂੰ। ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਜੀ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ, ਫਿਰ ਸਮਾਪਤੀ ਹੈ ਜੀ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜਿਉਂ ਭਾਵੈ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵਾਹੀ,
ਕਰ ਅੰਮ੍ਰਿਤ ਘਟ ਮਾਹੀ ਜੀਓ। ਰਹਾਉ ਅਵਗੁਣ ਛੋੜ ਗੁਣਾ ਕੋ ਧਾਵਹੁ। ਕਰ ਅਵਗੁਣ ਪਛੁਤਾਹੀ ਜੀਓ। ਸਾਰੇ ਅਪਸਰ ਕੀ ਸਾਰ ਨ ਜਾਣਾਹੇ। ਫਿਰ ਕੀਚ ਬੁੜਾਹੀ ਜੀਓ। ਅੰਤਰ ਮੈਲ ਲੋਭ ਬਹੁ ਝੂਠੇ। ਬਾਹਰ ਨਾਵਹੁ ਕਾਹੀ ਜੀਓ। ਨਿਰਮਲ ਨਾਮ ਜਪਹੁ ਸਤਿਗੁਰ ਮੁਖ। ਅੰਤਰ ਕੀ ਗਤ ਤਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ। ਸਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ। ਜਨ ਨਾਨਕ ਸ਼ਬਦ ਸਲਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਸਾਚੂ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖੋ ਹਰ ਜੀਓ। ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਆਪਣੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਔਰ ਇਸ ਪਾਵਨ ਸਥਾਨ ਤੇ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਕਿਉਂਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਵੀ ਸਿੱਖ ਵਿਰਾਜਮਾਨ ਹੈ ਉਹਦੀ ਨਿਤਾ ਪ੍ਰਤੀ ਅਰਦਾਸ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਔਰ ਪਾਤਸ਼ਾਹ ਨੇ ਆਪਣੇ ਤੇ ਕਿਰਪਾ ਕੀਤੀ ਹੈ, ਆਪਾਂ ਦਰਸ਼ਨ ਵੀ ਕੀਤੇ ਹਨ, ਇਸ਼ਨਾਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ। ਸਤਿਗੁਰ ਜੀ ਦੀ ਨਿਤਾ ਪ੍ਰਤੀ ਮਰਿਆਦਾ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ, ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਇਸ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮੇ ਦੀ ਕਥਾ ਵਿਚਾਰ ਸ਼ਰਵਣ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਪਿਛਲੇ 2 ਦਿਨ ਤੋਂ ਸਮੁੱਚੀ ਸਿੱਖ ਕੌਮ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ, ਜਿਨ੍ਹਾਂ ਨੂੰ ਆਪਾਂ ਹਰ ਰੋਜ਼ ਅਰਦਾਸ ਵਿੱਚ ਵੀ ਯਾਦ ਕਰੀਦਾ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਅੱਗੇ ਪੜੀਦਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।
ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਪਰਸੋਂ ਤੋਂ ਯਾਦ ਕਰ ਰਹੇ ਹਾਂ। ਅੱਜ ਵੀ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਕੁਝ ਪਲ ਭੇਂਟ ਕਰਨਾ ਹੈ। ਸ਼ਹੀਦਾਂ ਦੀਆਂ ਗਾਥਾਵਾਂ ਯਾਦ ਕਰਨੀਆਂ ਕਿਉਂ ਜ਼ਰੂਰੀ ਹਨ? साथ संगत, शहीद की जो मौत है वो कौम की हयात है। हयात तो हयात है, वो मौत भी हयात है। शहीदां दी मौत भी कौम दी जिंदगी है और शहीद कौम दी जिंद होया करते ने। जिन्हां कौमां विच शहीद पैदा नहीं हुंदे वो कौमां दुनिया दे नक्शे तो मिट जांदियां ने। जिहड़ियां कौमां अपने शहीदां नूं भुल जाण वो कौमां विच शहीद पैदा होने बंद हो जाते हैं। उन्हां कौमां विच वो जोश, वो ताकत, वो बल, वो शक्ति जिहड़ी शहादत देण लई चाहीदी है वो शक्ति फिर मुक जाती है। इसलिए साध संगत आपां शहीदां नूं याद करीदा और सतगुरु गुरु ग्रंथ साहिब महाराज जी की पावन बाणी ने इस गल का जिक्र किया है कि जिन्हां दे अंदर सबर है, त्याग है, वो संत और शहीद की डिग्री प्राप्त कर लेंदे ने। हर एक सिख शहीद नहीं हो सकता। तुसीं रोज ही स्कूलों विच वेखदे हो, हरेक साल सैकड़े विद्यार्थी स्कूल विचों पास आउट हुंदे ने। एक स्कूल चों सैकड़े विद्यार्थी, दूजे स्कूल चों सैकड़े विद्यार्थी, एक साल विच हज़ारां विद्यार्थी क्लास पास करते हैं। पर हज़ारां ही विद्यार्थी जिहड़े ने वो डॉक्टर नहीं बन सकते, इंजीनियर नहीं हो सकते, IPS नहीं बन सकते। कोई हज़ारां तो बाद एक अद इंजीनियर बनता है, लखां तो बाद कोई एक अद किसी स्कूल चों डॉक्टर निकलता है और लखां दी तादाद स्टूडेंटां दी उन्हां विचों कोई एक अद किसी स्कूल विचों IPS बनता है। इदां साध संगत सारे सिख शहीद की डिग्री नहीं लै सकते। शहीद होना, संत होना एक वक्री पढ़ाई है। जिन्हों उत्ते गुरु नदरे अनायत करते ने उन्हों कोलों वो बख्शिशां करके वो पढ़ाई भी कराउंदे ने उन्हां नूं और साध संगत गुरु फिर उन्हां नूं वो डिग्री भी दिंदा है शहीद दी। शहीद दी डेफिनेशन है जिहदे अंदर कोई भरम ना रवे, कोई भय ना रवे, जिहदे अंदर त्याग करन दी समर्था पूरी हो जाए, जिस दे अंदर सबर इन्ना पक जाए कि उहदे सबर नूं कोई खरीद ना सके, उहदा कोई मुल ना ला सके। आम बंदे दे मन विच भरम रहिंदा है कि जे आ कुछ हो गया फिर परिवार दा की बनेगा, बच्चों दा की बनेगा, बाद विच बजुर्ग मां प्यो दा की होएगा। जिहड़े लोग इस भरम विच रहिंदे ने वो भय विच रहिंदे ने और जिस दे अंदर इस गल दा भय है वो कदे शहादत नहीं दे सकदा। जिन्ने शहीद होए ने तुसीं इतिहास पढ़िओ, उन्होंने ये नहीं चित्त विच भरम आया बाद विच बच्चों का की बनेगा, बाद विच मां प्यो का की होएगा। इत्थों तक कि भी मन विच ख्याल नहीं आया कदे कि बाद विच खबरे किसी ने साडी शहादत का मुल पाउणा है कि नहीं पाउणा। असीं ते